पुस्तक कथा जापानी दी अगली कहानी है मेहमान निवाज औरत। लेखक है दाजाई ओसामू। अपने मेहमानां लई ਉਹ ਦੌੜ ਭੱਜ ਕਰਨ ਲੱਗ ਪੈਂਦੀ। ਕਿਸੇ ਹੱਦ ਤੱਕ ਉਹਨੂੰ ਮਹਿਮਾਨਾਂ ਦੀ ਖਾਤਰ ਕਰਨੀ ਚੰਗੀ ਵੀ ਲੱਗਦੀ ਸੀ, ਪਰ ਆਮ ਤੌਰ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮਹਿਮਾਨਾਂ ਨੂੰ ਵੇਖ ਕੇ ਉਹ ਘਬਰਾ ਜਾਂਦੀ ਹੋਵੇ। ਬਾਹਰ ਜਦੋਂ ਵੀ ਦਰਵਾਜ਼ੇ ਦੀ ਘੰਟੀ ਵੱਜਦੀ ਤੇ ਮੈਂ ਆਏ ਬੰਦਿਆਂ ਦੇ ਨਾਮ ਪੁੱਛਦੀ ਤੇ ਫਿਰ ਮਾਲਕਣ ਨੂੰ ਦੱਸਣ ਕਮਰੇ 'ਚ ਚਲੀ ਜਾਂਦੀ। ਉਹਦੇ ਚਿਹਰੇ ਤੇ ਪਹਿਲਾਂ ਹੀ ਘੰਟੀ ਦੀ ਆਵਾਜ਼ ਨਾਲ ਇੱਕ ਅਜੀਬ ਜਿਹਾ ਤਣਾਅ ਫੈਲ ਚੁੱਕਾ ਹੁੰਦਾ। ਉਹਦੀ ਹਾਲਤ ਉੱਡੂ ਕਰਦੇ ਉਸ ਛੋਟੇ ਜਿਹੇ ਪਰਿੰਦੇ ਵਰਗੀ ਲੱਗਦੀ ਜਿਹਨੇ ਹਮਲਾਵਰ ਉਕਾਬ ਦੇ ਪਰਾਂ ਦੀ ਆਵਾਜ਼ ਸੁਣ ਲਈ ਹੋਵੇ। ਵਾਲਾਂ ਤੇ ਕੰਘੀ ਮਾਰਦਿਆਂ ਆਪਣੇ ਕੀਮੋਨੋ ਨੂੰ ਸੰਵਾਰਦਿਆਂ ਉੱਠ ਜਾਂਦੀ। ਮੇਰੀ ਅੱਧੀ ਗੱਲ ਸੁਣੇ ਬਗੈਰ ਉਹ ਕਾਹਲੀ ਨਾਲ ਬੈਠਕ 'ਚ ਹੁੰਦਿਆਂ ਦਰਵਾਜ਼ੇ ਵੱਲ ਚਲੀ ਜਾਂਦੀ। ਅਚਾਨਕ ਅਜੀਬ ਜੀ ਆਵਾਜ਼ 'ਚੋਂ ਮਹਿਮਾਨਾਂ ਦਾ ਸਵਾਗਤ ਕਰ ਰਹੀ ਹੁੰਦੀ। ਇਸ ਸਮੇਂ ਉਹਦੀ ਅੱਧੀ ਰੋਂਦੀ ਤੇ ਅੱਧੀ ਹੱਸਦੀ ਆਵਾਜ਼ ਬੰਸਰੀ ਦੀ ਕੰਬਦੀ ਧੁਨ ਵਾਂਗ ਸੁਣਾਈ ਦਿੰਦੀ। ਕੱਪ ਗਲਾਸ ਛੇੜਦੀ, ਪਲੇਟਾਂ ਭੰਨਦੀ ਉਹ ਬੈਠਕ ਤੋਂ ਰਸੋਈ ਵਿਚਕਾਰ ਦੌੜ ਭੱਜ ਕਰ ਰਹੀ ਹੁੰਦੀ। ਇਸ ਸਮੇਂ ਉਹਦੇ ਚਿਹਰੇ ਤੇ ਪਾਗਲਾਂ ਜਿਹਾ ਭਾਵ ਤੇਜ਼ੀ ਨਾਲ ਬਦਲ ਰਹੇ ਹੁੰਦੇ। ਮਾਫ਼ ਕਰੀ ਇਹ ਸ਼ਬਦ ਬਾਰ-ਬਾਰ ਬੋਲਦੀ। ਮਾਲਕਣ ਹੋ ਕੇ ਮੇਰੇ ਤੋਂ ਇੱਕ ਨੌਕਰਾਣੀ ਤੋਂ ਮਾਫੀਆਂ ਮੰਗਦੀ। ਮਹਿਮਾਨਾਂ ਦੇ ਜਾਣ ਮਗਰੋਂ ਉਹ ਉੱਥੇ ਹੀ ਢਹਿ ਢੇਰੀ ਹੋ ਜਾਂਦੀ। ਇੱਕਦਮ ਹੰਭੀ ਹੋਈ ਤੇ ਡੌਰ ਭੌਰ ਉੱਥੇ ਹੀ ਬੈਠਕ 'ਚ ਇਕੱਲੀ ਬੈਠੀ ਰਹਿੰਦੀ। ਕਿੰਨੀ ਦੇਰ ਤੱਕ ਬਿਨਾਂ ਕੁਝ ਕੀਤੇ। ਕਈ ਵਾਰ ਤਾਂ ਮਾਲਕਣ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ। ਇਸ ਘਰ ਦਾ ਮਾਲਕ ਟੋਕੀਓ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ। ਸੁਣਿਆ ਉਹ ਪਿੱਛੋਂ ਵੀ ਚੰਗੇ ਖਾਂਦੇ ਪੀਂਦੇ ਪਰਿਵਾਰ 'ਚੋਂ ਸੀ। ਮਾਲਕਣ ਵੀ ਫੁਕੂਸ਼ੀਮਾ ਜ਼ਿਲ੍ਹੇ ਦੇ ਇੱਕ ਅਮੀਰ ਕਿਸਾਨ ਪਰਿਵਾਰ ਦੀ ਜੰਮਪਲ ਹੈ। ਇਹਨਾਂ ਹਾਲਤਾਂ ਕਰਕੇ ਤੇ ਉੱਪਰੋਂ ਕੋਈ ਬੱਚਾ ਨਾ ਹੋਣ ਕਰਕੇ ਇਹ ਜੋੜਾ ਆਪਣੇ ਵਿਹਾਰ ਤੋਂ ਨਿਸ਼ਚਿੰਤ ਜਿਹਾ ਤੇ ਬੱਚਿਆਂ ਜਿਹਾ ਨਜ਼ਰ ਆਉਂਦਾ। ਮੈਂ 4 ਸਾਲ ਪਹਿਲਾਂ ਇਹਨਾਂ ਕੋਲ ਕੰਮ ਕਰਨ ਆਈ ਸੀ। ਉਦੋਂ ਯੁੱਧ ਚੱਲ ਰਿਹਾ ਸੀ। ਮਾਲਕ ਸਰੀਰ ਵੱਲੋਂ ਕਮਜ਼ੋਰ ਜਿਹਾ ਲੱਗਦਾ ਸੀ, ਜਿਸ ਕਰਕੇ ਉਹਨੂੰ ਆਪਣੀ ਫੌਜੀ ਸੇਵਾ ਪਿੱਛੇ ਰਹਿ ਕੇ ਕਰਨੀ ਪੈਂਦੀ ਸੀ। ਪਰ ਮੇਰੇ ਕੰਮ ਸ਼ੁਰੂ ਕਰਨ ਤੋਂ ਕੋਈ ਅੱਧਾ ਕੁ ਸਾਲ ਮਗਰੋਂ ਮਾਲਕ ਨੂੰ ਸਰਗਰਮ ਸੇਵਾ ਲਈ ਬੁਲਾ ਲਿਆ ਗਿਆ। ਫਿਰ ਅਚਾਨਕ ਹੀ ਉਹਨੂੰ ਦੱਖਣੀ ਸਾਗਰ ਦੇ ਟਾਪੂਆਂ ਵੱਲ ਭੇਜ ਦਿੱਤਾ ਗਿਆ। ਯੁੱਧ ਤਾਂ ਉਸ ਤੋਂ ਕੁਝ ਦੇਰ ਬਾਅਦ ਖਤਮ ਹੋ ਗਿਆ, ਪਰ ਮਾਲਕ ਹਾਲੇ ਵੀ ਲਾਪਤਾ ਹੈ। ਜੋ ਸੂਚਨਾ ਸਾਨੂੰ ਮੋਰਚੇ ਤੋਂ ਮਿਲੀ ਸੀ ਉਹ ਅਸਪਸ਼ਟ ਤੇ ਅਧੂਰੀ ਜਿਹੀ ਸੀ। ਫਿਰ ਕਮਾਂਡਰ ਵੱਲੋਂ ਇੱਕ ਸੰਖੇਪ ਜਿਹਾ ਖਤ ਆਇਆ ਸੀ, ਜਿਸ 'ਚ ਮਾਲਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੇ ਪਤੀ ਦੇ ਹਮੇਸ਼ਾ ਲਈ ਖੋ ਜਾਣ ਦੀ ਹੋਣੀ ਨੂੰ ਸਵੀਕਾਰ ਕਰ ਲਏ। ਇਸ ਗੱਲ ਮਗਰੋਂ ਤਾਂ ਮਾਲਕਣ ਨੇ ਆਪਣੇ ਆਪ ਨੂੰ ਸ਼ੁਦਾਈਆਂ ਵਾਂਗ ਮਹਿਮਾਨ ਨਵਾਜ਼ੀ 'ਚ ਲਗਾ ਲਿਆ। ਕਈ ਵਾਰ ਤਾਂ ਉਹਨੂੰ ਵੇਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਹਦੀ ਹਾਲਤ ਵੇਖ ਮੈਨੂੰ ਦੁੱਖ ਹੁੰਦਾ ਹੈ। ਪ੍ਰੋਫੈਸਰ ਸਾਸਜੀਮਾ ਦੇ ਮਿਲਣ ਤੋਂ ਪਹਿਲਾਂ ਮਾਲਕਣ ਦੇ ਸੰਬੰਧ ਆਪਣੇ ਪਤੀ ਦੇ ਰਿਸ਼ਤੇਦਾਰਾਂ ਤੇ ਆਪਣੇ ਪਰਿਵਾਰ ਤੱਕ ਸੀਮਤ ਸਨ। ਮਾਲਕ ਦੇ ਦੱਖਣੀ ਸਾਗਰ ਦੇ ਟਾਪੂਆਂ ਵੱਲ ਜਾਣ ਤੋਂ ਬਾਅਦ ਵੀ ਮਾਲਕਣ ਦੇ ਪੇਕਿਆਂ ਤੋਂ ਕਾਫੀ ਮਦਦ ਮਿਲਦੀ ਰਹਿੰਦੀ ਸੀ, ਜਿਸ ਕਰਕੇ ਉਸਦਾ ਗੁਜ਼ਾਰਾ ਸੌਖਾ ਚੱਲਦਾ ਸੀ। ਜ਼ਿੰਦਗੀ ਸ਼ਾਂਤੀ ਨਾਲ ਚੱਲ ਰਹੀ ਸੀ। ਕਈਆਂ ਨੂੰ ਇਹ ਠਾਠ ਵੀ ਲੱਗਦਾ ਹੋਵੇਗਾ, ਪਰ ਜਦੋਂ ਤੋਂ ਪ੍ਰੋਫੈਸਰ ਸਾਸਜੀਮਾ ਨੇ ਆਉਣਾ ਸ਼ੁਰੂ ਕੀਤਾ ਤੇ ਇੱਥੇ ਜ਼ਿੰਦਗੀ ਉਲਝ ਵੀ ਗਈ ਤੇ ਕਈ ਤਰ੍ਹਾਂ ਦੇ ਬਖੇੜੇ ਅਲੱਗ ਸ਼ੁਰੂ ਹੋ ਗਏ। ਇਹ ਇਲਾਕਾ ਟੋਕੀਓ ਦਾ ਹੀ ਉਪਨਗਰ ਹੈ ਤੇ ਅਸੀਂ ਚੰਗੀ ਕਿਸਮਤ ਨੂੰ ਜੰਗ ਦੀ ਤਬਾਹੀ ਤੋਂ ਹੀ ਬਚ ਗਏ ਸੀ। ਪਰ ਕਿਉਂਕਿ ਸਾਡਾ ਇਲਾਕਾ ਟੋਕੀਓ ਸ਼ਹਿਰ ਤੋਂ ਬਹੁਤਾ ਦੂਰ ਨਹੀਂ ਹੈ, ਇਸ ਲਈ ਬੰਬਾਂ ਦੀ ਤਬਾਹੀ ਨਾਲ ਉਜੜੇ ਬਹੁਤ ਸਾਰੇ ਬੇਘਰੇ ਇਸ ਪਾਸੇ ਵੱਲ ਆਉਣ ਲੱਗੇ ਸਨ। ਜਦੋਂ ਮੈਂ ਆਪਣੇ ਕਸਬੇ ਦੇ ਬਾਜ਼ਾਰ 'ਚੋਂ ਲੰਘਦੀ ਤਾਂ ਲੱਗਦਾ ਜਿਵੇਂ ਆਲੇ ਦੁਆਲੇ ਦੇ ਸਾਰੇ ਲੋਕ ਪੂਰੀ ਤਰ੍ਹਾਂ ਬਦਲ ਗਏ ਸਨ। ਇਹ ਗੱਲ ਪਿਛਲੇ ਸਾਲ ਦੇ ਆਖਰੀ ਦਿਨਾਂ ਦੀ ਹੈ, ਜਦੋਂ ਮਾਲਕਣ ਨੂੰ ਬਾਜ਼ਾਰ 'ਚ ਅਚਾਨਕ ਪ੍ਰੋਫੈਸਰ ਸਾਸਜੀਮਾ ਮਿਲ ਗਿਆ। ਕਿਉਂਕਿ ਉਹ 10 ਸਾਲ ਮਗਰੋਂ ਅਚਾਨਕ ਮਿਲਿਆ ਸੀ, ਇਸ ਲਈ ਮਾਲਕਣ ਨੇ ਉਹਨੂੰ ਘਰ ਆਉਣ ਦਾ ਸੱਦਾ ਦੇ ਦਿੱਤਾ। ਬਸ ਇੱਥੋਂ ਹੀ ਸਾਰਾ ਝਮੇਲਾ ਸ਼ੁਰੂ ਹੁੰਦਾ ਹੈ। ਮਾਲਕ ਦਾ ਹਮ ਉਮਰ ਇਹ ਪ੍ਰੋਫੈਸਰ ਸਾਸਾਜੀਮਾ 40 ਕੁ ਸਾਲ ਦਾ ਹੈ। ਮੈਨੂੰ ਪਤਾ ਹੈ ਕਿ ਉਹ ਮਿਡਲ ਸਕੂਲ 'ਚ ਜਮਾਤੀ ਸਨ। ਮੈਂ ਵੀ ਸੁਣਿਆ ਸੀ ਕਿ ਉਹ ਵੀ ਟੋਕੀਓ ਯੂਨੀਵਰਸਿਟੀ 'ਚ ਪੜ੍ਹਾਉਂਦਾ ਹੈ। ਮਾਲਕ ਸਾਹਿਤ ਦਾ ਵਿਦਵਾਨ ਸੀ, ਜਦਕਿ ਪ੍ਰੋਫੈਸਰ ਸਾਸਾਜੀਮਾ ਚਿਕਿਤਸਾ ਪੜ੍ਹਾਉਂਦਾ ਹੈ। ਇਸ ਘਰ ਨੂੰ ਬਣਾਉਣ ਤੋਂ ਪਹਿਲਾਂ ਮਾਲਕਣ ਕੁਝ ਦੇਰ ਲਈ ਕੇਮਾਗੋਮੇ 'ਚ ਇੱਕ ਮਕਾਨ 'ਚ ਰਹਿੰਦੇ ਸਨ।
ਉਸ ਸਮੇਂ ਪ੍ਰੋਫੈਸਰ ਸਸ ਜੀਮਾ ਕੁਆਰਾ ਸੀ ਤੇ ਇਸੇ ਇਮਾਰਤ 'ਚ ਉਹਦਾ ਵੀ ਮਕਾਨ ਸੀ। ਉਸ ਸਮੇਂ ਇਹਨਾਂ ਦੀ ਆਪਸ 'ਚ ਸਾਂਝ ਸੀ, ਪਰ ਜਦੋਂ ਮਾਲਿਕ ਇਸ ਪਾਸੇ ਆ ਕੇ ਰਹਿਣ ਲੱਗਾ ਤਾਂ ਇਹਨਾਂ ਦੀ ਇਹ ਸਾਂਝ ਖਤਮ ਹੋ ਗਈ। ਇਸ ਲਈ ਇਹਨਾਂ ਦੀ ਉਹ ਸਾਂਝ ਬੜੀ ਥੋੜ੍ਹੀ ਦੇਰ ਲਈ ਸੀ ਤੇ ਹੈ ਵੀ ਹਲਕੀ ਜਿਹੀ ਸੀ। ਉਸ ਗੱਲ ਨੂੰ 10 ਸਾਲ ਹੋ ਚੁੱਕੇ ਸਨ ਜਦੋਂ ਪ੍ਰੋਫੈਸਰ ਸਸ ਜੀਮਾ ਨੇ ਅਚਾਨਕ ਇੱਕ ਦਿਨ ਮਾਲਕਣ ਨੂੰ ਬਾਜ਼ਾਰ 'ਚ ਵੇਖ ਲਿਆ ਤੇ ਬੁਲਾ ਲਿਆ। ਜਿਸ ਤਰੀਕੇ ਨਾਲ ਉਹਨੇ ਮਾਲਕਣ ਨੂੰ ਬੁਲਾਇਆ ਸੀ, ਮਾਲਕਣ ਨੂੰ ਚਾਹੀਦਾ ਸੀ ਰਸਮੀ ਜਿਹਾ ਪੁੱਛ ਕੇ ਆਪਣੇ ਰਾਹ ਤੁਰ ਪੈਂਦੀ, ਪਰ ਮਾਲਕਣ ਆਪਣੇ ਸਹਿਜ ਤੇ ਮਿਹਰਬਾਨ ਅੰਦਾਜ਼ 'ਚ ਕਹਿ ਗਈ ਕਿ ਘਰ ਨੇੜੇ ਹੀ ਹੈ, ਕਦੇ ਚੱਕਰ ਮਾਰਨਾ। ਅਸਲ 'ਚ ਮਾਲਕਣ ਪ੍ਰੋਫੈਸਰ ਦੀ ਆਓ ਭਗਤ ਨਹੀਂ ਸੀ ਕਰਨਾ ਚਾਹੁੰਦੀ, ਪਰ ਇੱਕ ਤਾਂ ਘਬਰਾ ਗਈ ਸੀ, ਦੂਜਾ ਕਿਤੇ ਉਹ ਮਹਿਸੂਸ ਨਾ ਕਰ ਜਾਏ ਕਿ ਇਸ ਡਰ ਤੋਂ ਉਹ ਬੁਲਾਵਾ ਦੇ ਬੈਠੀ ਸੀ। ਬਿਨਾਂ ਆਸਤੀਨ ਦਾ ਅਜੀਬ ਜਿਹਾ ਚੋਗਾ ਪਾਈ ਤੇ ਬਾਂਹ 'ਚ ਖਰੀਦਦਾਰੀ ਵਾਲਾ ਝੋਲਾ ਲਟਕਾਈਏ ਪ੍ਰੋਫੈਸਰ ਸਸ ਜੀਮਾ ਉਸ ਸਮੇਂ ਉਸੇ ਨਾਲ ਤੁਰ ਪਿਆ। ਬਹੁਤ ਖੂਬ, ਕਿੰਨਾ ਸ਼ਾਨਦਾਰ ਘਰ ਹੈ, ਉੱਪਰੋਂ ਜੰਗ ਦੀ ਕੋਈ ਟੁੱਟ ਭੱਜ ਨਹੀਂ। ਤੁਸੀਂ ਜ਼ਰੂਰ ਕਿਸੇ ਸ਼ੈਤਾਨ ਦੀ ਕਿਸਮਤ ਪਾਈ ਹੈ ਤੇ ਤੁਸੀਂ ਰਹਿੰਦੇ ਵੀ ਇਕੱਲੇ ਪਏ ਹੋ। ਠੀਕ ਕਿਹਾ ਨਾ ਮੈਂ? ਕਿੰਨਾ ਅਜੀਬ ਹੈ। ਖੈਰ, ਮੁਸ਼ਕਿਲ ਵੀ ਹੋਏਗਾ ਕਿਸੇ ਨੂੰ ਆਪਣੇ ਨਾਲ ਰਹਿਣ ਲਈ ਲੱਭਣਾ ਜਿੱਥੇ ਸਿਰਫ ਔਰਤਾਂ ਰਹਿੰਦੀਆਂ ਹੋਣ, ਖਾਸ ਕਰਕੇ ਇਸ ਵਰਗੇ ਨਿਰਦੋਸ਼ ਤੇ ਪਾਕ ਘਰ ਵਿੱਚ ਰਹਿਣ ਲਈ। ਸੱਚਮੁੱਚ ਕੋਈ ਵੀ ਖਰਚਾ ਦੇ ਕੇ ਰਹਿਣ ਵਾਲਾ ਇਸ ਘਰ 'ਚ ਰਹਿਣਾ ਮੁਸ਼ਕਿਲ ਮਹਿਸੂਸ ਕਰੇਗਾ। ਪਰ ਮਾਦਾਮ, ਮੈਂ ਤਾਂ ਸੋਚ ਹੀ ਨਹੀਂ ਸੀ ਸਕਦਾ ਕਿ ਤੁਸੀਂ ਕੋਲ ਰਹਿੰਦੇ ਹੋ। ਪਰ ਵੇਖੋ ਮੇਰੇ ਵਰਗੇ ਮੂਰਖ ਵੱਲ। 1 ਸਾਲ ਤੋਂ ਮੈਂ ਇਸ ਪਾਸੇ ਤੋਂ ਲੰਘਦਾ ਰਿਹਾ, ਪਰ ਬਾਹਰ ਲਿਖੇ ਤੁਹਾਡੇ ਨਾਮ ਵੱਲ ਕਦੇ ਵੇਖਿਆ ਹੀ ਨਹੀਂ ਸੀ। ਖੈਰ, ਮੈਂ ਵੀ ਜੰਗ 'ਚ ਆਪਣੇ ਹਿੱਸੇ ਦੇ ਦੁੱਖ ਪੂਰੇ ਸਹੇ ਹਨ। ਵਿਆਹ ਤੋਂ ਇੱਕਦਮ ਬਾਅਦ ਮੈਨੂੰ ਮੋਰਚੇ ਤੇ ਭੇਜ ਦਿੱਤਾ ਗਿਆ ਸੀ। ਜਦੋਂ ਵਾਪਸ ਮੁੜਿਆ ਤਾਂ ਦੇਖਿਆ ਮੇਰਾ ਘਰ ਬੰਬਾਰੀ 'ਚ ਸੜ ਕੇ ਸੁਆਹ ਹੋ ਗਿਆ ਸੀ। ਮੇਰੇ ਮਗਰੋਂ ਜੰਮੇ ਮੁੰਡੇ ਨੂੰ ਨਾਲ ਲੈ ਕੇ ਮੇਰੀ ਪਤਨੀ ਆਪਣੇ ਪੇਕੇ ਚੀਬਾ ਜਾ ਚੁੱਕੀ ਸੀ। ਮੈਂ ਉਹਨਾਂ ਨੂੰ ਵਾਪਸ ਬੁਲਾਉਣਾ ਚਾਹੁੰਦਾ, ਪਰ ਰਹਿਣ ਲਈ ਘਰ ਨਹੀਂ ਹੈ। ਮੈਂ ਆਪ ਇਕੱਲਾ ਇੱਕ ਛੋਟੇ ਕਮਰੇ 'ਚ ਰਹਿੰਦਾ ਪਿਆ। ਆਪਣੀ ਰੋਟੀ ਵੀ ਆਪ ਬਣਾਉਣੀ ਪੈਂਦੀ ਹੈ। ਅੱਜ ਵੀ ਮੈਂ ਰਾਤ ਦੀ ਰੋਟੀ ਲਈ ਕੁਝ ਖਰੀਦਣ ਆਇਆ ਸੀ ਬਾਜ਼ਾਰ 'ਚ। ਜ਼ਿੰਦਗੀ ਨਰਕ ਹੋ ਗਈ ਹੈ ਸਮਝੋ। ਮੈਨੂੰ ਕਈ ਵਾਰੀ ਵੀ ਨਹੀਂ ਪਤਾ ਚੱਲਦਾ ਕਿ ਮੈਂ ਜਿਉਂਦਾ ਹਾਂ ਕਿ ਮਰ ਗਿਆ। ਬੈਠਕ 'ਚ ਉੱਪਰ ਲੱਤ ਰੱਖ ਕੇ ਬੈਠਾ ਪ੍ਰੋਫੈਸਰ ਆਪਣੇ ਬਾਰੇ ਹੀ ਬੋਲੀ ਜਾ ਰਿਹਾ ਸੀ। ਤਰਸਯੋਗ ਹਾਲਤ ਹੈ ਤੁਹਾਡੀ, ਮਾਲਕਣ ਬੋਲੀ। ਉਹਦੀ ਆਦਤ ਵਰਗੀ ਮਹਿਮਾਨ ਨਿਵਾਜ਼ੀ ਜਾਗ ਚੁੱਕੀ ਸੀ। ਉਹ ਆਪਣੇ ਚਿਹਰੇ ਤੇ ਹਾਵ ਭਾਵ ਬਦਲਦੀ ਰਸੋਈ 'ਚ ਆ ਗਈ। ਉਮਾ, ਤਕਲੀਫ ਦੇਣ ਲਈ ਮਾਫ਼ ਕਰੀ। ਹਮੇਸ਼ਾ ਵਾਂਗ ਮੈਨੂੰ ਖਿਮਾ ਜਾਚਨਾ ਕਰਕੇ ਉਹਨੇ ਮੁਰਗੀ ਰਿੰਨਣ ਤੇ ਸਾਕੇ ਗਰਮ ਕਰਨ ਲਈ ਕਿਹਾ। ਸਾਕੇ ਜਾਪਾਨ ਦੀ ਦੇਸੀ ਤੇ ਪੁਰਾਤਨ ਸ਼ਰਾਬ ਹੈ ਜੋ ਸਰਦੀਆਂ ਵਿੱਚ ਗਰਮ ਕਰਕੇ ਪੀਤੀ ਜਾਂਦੀ ਹੈ। ਫਿਰ ਉਹ ਜਲਦੀ ਨਾਲ ਬੈਠਕ ਚਲੀ ਗਈ। ਕੁਝ ਮਿੰਟਾਂ ਬਾਅਦ ਕਾਹਲੀ ਨਾਲ ਵਾਪਸ ਮੁੜੀ ਤੇ ਚਾਹ ਬਣਾ ਕੇ ਲੈ ਗਈ। ਇਹ ਨਜ਼ਾਰਾ ਮਹਿਮਾਨ ਆਉਣ ਸਮੇਂ ਹਮੇਸ਼ਾ ਵਾਂਗ ਸੀ। ਜਿਸ ਤਰੀਕੇ ਨਾਲ ਉਹ ਐਸੇ ਮੌਕੇ ਤੇ ਉਤੇਜਿਤ ਹੋ ਜਾਂਦੀ ਜਾਂ ਤਣਾਅ ਤੇ ਘਬਰਾਹਟ ਨਾਲ ਘਿਰ ਜਾਂਦੀ, ਇਹ ਤਰਸਯੋਗ ਹੁੰਦਾ। ਕਈ ਵਾਰ ਉਹਦੀ ਇਹ ਹਾਲਤ ਅਕਾਉਣ ਵਾਲੀ ਹੁੰਦੀ। ਪ੍ਰੋਫੈਸਰ ਸਸ ਜੀਮਾ ਆਪਣੀ ਬਾਜ਼ਾਰੂ ਕਿਸਮ ਦੇ ਅੰਦਾਜ਼ 'ਚ ਉੱਚੀ ਆਵਾਜ਼ 'ਚ ਬੋਲ ਰਿਹਾ ਸੀ। ਵਾਹ ਬਈ ਵਾਹ, ਕਿਆ ਬਾਤ ਹੈ। ਮੁਰਗੀ ਰਿੰਨੀ ਹੈ? ਤਕਲੀਫ ਲਈ ਮਾਫੀ ਚਾਹੁੰਦਾ, ਪਰ ਮੈਂ ਜਦੋਂ ਵੀ ਮੁਰਗੀ ਰਿੰਨਦਾ ਹਾਂ ਤਾਂ ਨਾਲ ਨੂਡਲ ਜ਼ਰੂਰ ਖਾਂਦਾ, ਤੇ ਜੇ ਕਿਤੇ ਤੋਫੂ ਵੀ ਹੋ ਜਾਏ ਤਾਂ ਮਜ਼ਾ ਹੀ ਕੁਝ ਹੋਰ ਹੈ। ਥੋੜਾ ਹਰਾ ਪਿਆਜ਼ ਨਾਲ ਹੋਵੇ ਤਾਂ ਸਮਝੋ ਆਨੰਦ ਹੀ ਆਨੰਦ। ਹਾਲੇ ਉਹਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਮਾਲਕਣ ਹਫੜਾ ਦਫੜੀ ਕਰਦੀ ਰਸੋਈ 'ਚ ਆ ਵੜੀ। ਉਮਾ, ਤਕਲੀਫ ਦੇਣ ਲਈ ਮਾਫ਼ ਕਰੀ, ਪਰ ਅੱਖਾਂ 'ਚ ਹੰਝੂ ਭਰੇ ਤੇ ਚੋਟ ਖਾਏ ਬੱਚੇ ਵਾਂਗ ਮਾਲਕਣ ਮੈਨੂੰ ਸੰਗਦੀ ਫਰਮਾਇਸ਼ ਵਾਲਾ ਖਾਣਾ ਬਣਾਉਣ ਲਈ ਕਹਿ ਰਹੀ ਸੀ। ਛੋਟੇ ਜਿਹੇ ਸ਼ਰਾਬ ਦੇ ਪਿਆਲੇ ਨੂੰ ਬਾਰ-ਬਾਰ ਭਰਨਾ ਪੈਂਦਾ ਸੀ, ਪਰ ਫਿਰ ਉਹ ਲਾਲਚੀਆਂ ਵਾਂਗ ਲਗਾਤਾਰ ਪੀਂਦਾ ਰਿਹਾ ਤੇ ਆਖਰ ਸ਼ਰਾਬੀ ਜਿਹੀ ਹਾਲਤ 'ਚ ਬੋਲਿਆ, ਅੱਛਾ ਤਾਂ ਤੁਹਾਡਾ ਪਤੀ ਵੀ ਲਾਪਤਾ ਲੋਕਾਂ 'ਚ ਸੀ। ਤੁਹਾਨੂੰ ਪਤਾ ਹੈ 80 ਤੋਂ 90 ਚਾਂਸ ਤਾਂ ਉਹਦੇ ਮਾਰੇ ਜਾਣ ਦੇ ਹਨ। ਖੈਰ, ਇਸ 'ਚ ਤੁਸੀਂ ਕੀ ਕਰ ਸਕਦੇ ਹੋ? ਨਾਲੇ ਤੁਸੀਂ ਪਹਿਲਾਂ ਤਾਂ ਹੈ ਨਹੀਂ ਜਿਸ ਨਾਲ ਐਸਾ ਵਾਪਰਿਆ ਹੋਵੇ। ਗਲਤ ਕਿਹਾ ਮੈਂ? ਪ੍ਰੋਫੈਸਰ ਸਾਸਾ ਜੀਮਾ ਨੇ ਇਸ ਗੱਲ ਨੂੰ ਬੇਹੂਦਾ ਢੰਗ ਨਾਲ ਇੱਥੇ ਛੱਡ ਕੇ ਮੁੜ ਆਪਣੇ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਮੇਰੇ ਵੱਲ ਹੀ ਦੇਖ ਲਓ। ਮੇਰੇ ਕੋਲ ਰਹਿਣ ਨੂੰ ਕੋਈ ਘਰ ਨਹੀਂ। ਆਪਣੀ ਬੀਵੀ ਬੱਚਿਆਂ ਤੋਂ ਅਲੱਗ ਰਹਿ ਰਿਹਾ। ਸਾਡਾ ਸਾਰਾ ਸਮਾਨ ਅੱਗ 'ਚ ਸੜ ਕੇ ਸੁਆਹ ਹੋ ਗਿਆ। ਉਹਨੇ ਆਪਣੀ ਗੱਲ ਅਗਾਂਹ ਤੋਰਦੇ ਕਿਹਾ। ਫਰਨੀਚਰ, ਕੱਪੜੇ, ਬਿਸਤਰੇ ਤੇ ਮੱਛਰਦਾਨੀਆਂ, ਸਭ ਕੁਝ। ਹੋਰ ਦੱਸਾਂ? ਇਸ ਛੋਟੇ ਜਿਹੇ ਕਮਰੇ ਨੂੰ ਕਿਰਾਏ ਤੋਂ ਪਹਿਲਾਂ ਮੈਂ ਯੂਨੀਵਰਸਿਟੀ ਹਸਪਤਾਲ ਦੇ ਵਰਾਂਡੇ 'ਚ ਸੌਂ ਜਾਇਆ ਕਰਦਾ ਸਾਂ। ਉਹ ਦਿਨ ਨਹੀਂ ਭੁੱਲਣੇ। ਡਾਕਟਰ ਹੋ ਕੇ ਮਰੀਜ਼ਾਂ ਤੋਂ ਮਾੜੀ ਹਾਲਤ ਸੀ। ਮੈਂ ਤਾਂ ਕਦੇ-ਕਦੇ ਸੋਚਦਾ ਕਿ ਮਰੀਜ਼ ਹੀ ਹੁੰਦਾ ਤਾਂ ਚੰਗਾ ਸੀ।
ਮਜ਼ਾਕ ਨਹੀਂ ਸਨ ਉਹ ਦਿਨ ਕੱਟਣੇ। ਤਰਸਯੋਗ ਹਾਲਤ ਸੀ ਮੇਰੀ। ਤੁਸੀਂ ਸੱਚਮੁੱਚ ਕਿਸਮਤ ਦੇ ਧਨੀ ਹੋ। ਹਾਂ, ਇਹ ਸੱਚ ਹੀ ਹੈ, ਮਾਲਕਨ ਨੇ ਇੱਕਦਮ ਸਹਿਮਤ ਹੁੰਦੇ ਕਿਹਾ। ਹੋਰ ਲੋਕਾਂ ਵੱਲ ਦੇਖ ਕੇ ਤਾਂ ਮੈਨੂੰ ਵੀ ਇਹੀ ਲੱਗਦਾ ਹੈ। ਬਿਨਾਂ ਸ਼ੱਕ ਤੁਸੀਂ ਕਿਸਮਤ ਪਾਈ ਹੈ। ਹੁਣ ਜਦੋਂ ਕਦੇ ਮੈਂ ਅਗਲੀ ਵਾਰ ਆਇਆ ਤਾਂ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਆਵਾਂਗਾ। ਉਹ ਸਾਰੇ ਵੀ ਵਿਚਾਰੇ ਤਰਸ ਦੇ ਪਾਤਰ ਹਨ। ਸੱਚਮੁੱਚ ਮੈਨੂੰ ਤੁਹਾਡੀ ਰਿਆਇਤ ਦੀ ਭੀਖ ਚਾਹੀਦੀ ਹੈ। ਦੱਬਿਆ ਜਾਂ ਹੱਸਦੀ ਮਾਲਕਨ ਬੋਲੀ, ਜ਼ਰੂਰ ਜ਼ਰੂਰ, ਜਿਵੇਂ ਸੱਚਮੁੱਚ ਬਹੁਤ ਖੁਸ਼ ਹੋਈ ਹੋਵੇ ਤੇ ਬੋਲੀ, ਮੇਰੇ ਲਈ ਬੜੀ ਮਾਣ ਵਾਲੀ ਗੱਲ ਹੋਏਗੀ। ਉਹ ਦਿਨ ਗਿਆ, ਸਮਝੋ ਸਾਡੇ ਘਰ 'ਚ ਕੜਮੱਸ ਮੱਚੀ ਪਈ ਹੈ। ਜਦੋਂ ਇਹ ਕਿਹਾ ਸੀ ਕਿ ਉਹ ਅਗਲੀ ਵਾਰ ਆਪਣੇ ਕੁਝ ਦੋਸਤਾਂ ਨਾਲ ਆਏਗਾ ਤਾਂ ਉਸ ਸਮੇਂ ਉਹ ਸ਼ਰਾਬੀ ਜ਼ਰੂਰ ਸੀ, ਪਰ ਇਹ ਗੱਲ ਉਹਨੇ ਮਜ਼ਾਕ 'ਚ ਬਿਲਕੁਲ ਨਹੀਂ ਸੀ ਕਹੀ। ਸੱਚਮੁੱਚ ਹੀ 4-5 ਦਿਨ ਲੰਘੇ ਸੀ ਕਿ ਉਹ ਆਪਣੇ 3 ਦੋਸਤਾਂ ਨਾਲ ਮੁੜ ਪ੍ਰਗਟ ਹੋ ਗਿਆ। ਅੱਜ ਸਾਡੇ ਹਸਪਤਾਲ ਦੀ ਸਾਲਾਨਾ ਪਾਰਟੀ ਸੀ, ਖਤਮ ਹੋਈ ਤਾਂ ਅਸੀਂ ਸੋਚਿਆ ਦੂਸਰਾ ਦੌਰ ਇੱਥੇ ਚਲਾਇਆ ਜਾਏ। ਅੱਜ ਸਾਰੀ ਰਾਤ ਮਜ਼ਾ ਕਰਨ ਦਾ ਮਨ ਹੈ ਸਾਡਾ। ਮਦਾਮ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਪਾਰਟੀ ਮਗਰੋਂ ਦੂਸਰੇ ਦੌਰ ਦੀ ਪਾਰਟੀ ਲਈ ਕੋਈ ਵਧੀਆ ਟਿਕਾਣਾ ਨਹੀਂ ਹੈ। ਨਾਲੇ ਤੁਸੀਂ ਸੁਣੋ, ਇਹ ਸਾਰੇ ਇਸ ਘਰ 'ਚ ਸ਼ਰਮਾਉਣ ਦੀ ਕੋਈ ਲੋੜ ਨਹੀਂ। ਲੰਘ ਆਓ ਅੰਦਰ ਨੂੰ, ਬੈਠਕ ਇਸ ਪਾਸੇ ਹੈ। ਆਪਣੇ ਓਵਰਕੋਟ ਵੀ ਬੇਸ਼ੱਕ ਨਾਲ ਹੀ ਲਈ ਆਓ, ਇੱਥੇ ਠੰਡ ਜ਼ਰਾ ਵਧੇਰੇ ਲੱਗਦੀ ਹੈ। ਪ੍ਰੋਫੈਸਰ ਉੱਚੀ ਉੱਚੀ ਬੋਲ ਰਿਹਾ ਸੀ ਤੇ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਇਹ ਘਰ ਹੁਣ ਉਹਦਾ ਆਪਣਾ ਹੀ ਹੋਵੇ। ਇਸ ਤੋਂ ਵੀ ਉੱਪਰਲੀ ਗੱਲ ਤਾਂ ਇਹ ਸੀ ਕਿ ਪ੍ਰੋਫੈਸਰ ਦੇ ਇਹਨਾਂ ਦੋਸਤਾਂ 'ਚ ਇੱਕ ਔਰਤ ਵੀ ਸੀ, ਸ਼ਾਇਦ ਕੋਈ ਨਰਸ ਸੀ। ਇਹਨਾਂ 'ਚੋਂ 2 ਜਣੇ ਸਾਰਿਆਂ ਦੇ ਸਾਹਮਣੇ ਚੋਲਬਾਜ਼ੀ ਕਰ ਰਹੇ ਸਨ। ਹੁਣ ਤੱਕ ਮਾਲਕਨ ਵੀ ਚੌਂਕ ਗਈ ਲੱਗਦੀ ਸੀ, ਪਰ ਫਿਰ ਵੀ ਉਹਨੇ ਆਪਣੇ ਆਪ ਨੂੰ ਅਜੀਬ ਤਰ੍ਹਾਂ ਹੱਸਣ ਲਈ ਮਜਬੂਰ ਕੀਤਾ। ਪ੍ਰੋਫੈਸਰ ਸਾਸਾਜੀਮਾ ਮਾਲਕਨ ਨੂੰ ਬੇਲਿਹਾਜ਼ੀ ਨਾਲ ਤਰ੍ਹਾਂ ਤਰ੍ਹਾਂ ਦੇ ਹੁਕਮ ਸੁਣਾ ਰਿਹਾ ਸੀ, ਜਿਵੇਂ ਉਹ ਕੋਈ ਨੌਕਰਾਣੀ ਜਾਂ ਐਸਾ ਕੋਈ ਹੋਰ ਬੰਦਾ ਹੋਵੇ। ਤਕਲੀਫ ਮੁਆਫ ਮੈਡਮ, ਭੱਠੀ ਝੱਗ ਭਖਾ ਦੇਣਾ ਜ਼ਰਾ, ਨਾਲੇ ਸਾਡੇ ਪੀਣ ਦਾ ਵੀ ਕੋਈ ਕੁਝ ਖਿਆਲ ਕਰਨਾ, ਜਿਵੇਂ ਕਿ ਤੁਸੀਂ ਪਿਛਲੀ ਵਾਰੀ ਕੀਤਾ ਸੀ। ਜੇ ਸਾਕੇ ਨਾ ਹੋਵੇ ਤਾਂ ਅਨਾਜ ਵਾਲੀ ਦਾਰੂ ਵੀ ਚੱਲੇਗੀ ਜਾਂ ਫਿਰ ਵਿਸਕੀ ਵੀ ਠੀਕ ਹੈ। ਜਿੱਥੋਂ ਤੱਕ ਖਾਣ ਦਾ ਤਅੱਲਕ ਹੈ, ਹਾਂ ਬਈ ਯਾਦ ਆਇਆ, ਮੈਂ ਅੱਜ ਮੈਡਮ ਲਈ ਈਲ ਮੱਛੀ ਲੈ ਕੇ ਆਇਆ। ਸਾਰੇ ਖਾਓ ਬਈ, ਇਹ ਉਬਲੀ ਹੋਈ ਈਲ ਹੈ। ਐਸੀ ਠੰਡ 'ਚ ਈਲ ਮੱਛੀ ਦਾ ਜਵਾਬ ਨਹੀਂ। ਨਾਲੇ ਸਾਡੇ ਲਈ ਸੀਖ ਕਬਾਬ ਦਾ ਇੰਤਜ਼ਾਮ ਕਰਨਾ ਮੈਡਮ। ਚਲੋ ਬਈ ਸ਼ੁਰੂ ਕਰੋ ਹੁਣ। ਤੁਹਾਡੇ 'ਚੋਂ ਕਿਸੇ ਕੋਲ ਮੈਂ ਇੱਕ ਸੇਬ ਦੇਖਿਆ ਸੀ, ਚੱਲ ਬਈ ਉਹ ਮੈਡਮ ਨੂੰ ਪੇਸ਼ ਕਰ। ਮੈਡਮ, ਇਹਨੂੰ ਹਿੰਦੁਸਤਾਨੀ ਸੇਬ ਕਹਿੰਦੇ ਆ, ਇਹ ਖੁਸ਼ਬੂ ਕਮਾਲ ਹੈ। ਜਦੋਂ ਮੈਂ ਚਾਹ ਲੈ ਕੇ ਬੈਠਕ 'ਚ ਗਈ ਤਾਂ ਕਿਸੇ ਦੀ ਜੇਬ 'ਚ ਇੱਕ ਛੋਟਾ ਜਿਹਾ ਸੇਬ ਡਿੱਗ ਕੇ ਰਿੜਦਾ ਰਿੜਦਾ ਮੇਰੇ ਪੈਰਾਂ 'ਚ ਆ ਵੱਜਾ। ਮੇਰਾ ਚਿੱਤ ਕੀਤਾ ਇਹਨੂੰ ਠੁੱਡ ਮਾਰ ਕੇ ਪਰਾਂ ਸੁੱਟ ਦੇਵਾਂ। ਇਹ ਸੇਬ, ਕਿੰਨੀ ਬੇਸ਼ਰਮੀ ਨਾਲ ਉਹ ਇਹਨੂੰ ਤੋਹਫਾ ਬਣਾ ਕੇ ਪੇਸ਼ ਕਰਨ ਦੀ ਗੱਲ ਕਰ ਰਿਹਾ ਸੀ। ਤੇ ਉਹ ਈਲ ਮੱਛੀ, ਮੈਂ ਬਾਅਦ 'ਚ ਇਹਨੂੰ ਦੇਖਿਆ ਤੇ ਪੱਧਰੀ ਸੁੱਕੀ ਕੋਈ ਸ਼ੈ ਸੀ, ਕਿਸੇ ਬੇਹੂਦਾ ਜਿਹੀ ਚੀਜ਼ ਵਰਗੀ। ਉਸ ਰਾਤ ਪ੍ਰੋਫੈਸਰ ਸਾਸਾਜੀਮਾ ਤੇ ਉਹਦੇ ਦੋਸਤਾਂ ਨੇ ਮਾਲਕਨ ਨੂੰ ਵੀ ਨਾਲ ਪੀਣ ਲਈ ਮਜਬੂਰ ਕੀਤਾ ਤੇ ਸਵੇਰੇ ਤੱਕ ਇਹ ਦੌਰ ਚੱਲਦਾ ਰਿਹਾ। ਫਿਰ ਸਾਰੇ ਅੰਗੀਠੀ ਦੇ ਆਲੇ ਦੁਆਲੇ ਉੱਥੇ ਹੀ ਸੌਂ ਗਏ। ਉਹਨਾਂ ਨੇ ਮਾਲਕਨ ਨੂੰ ਉੱਥੇ ਹੀ ਸੁਆ ਲਿਆ। ਮੈਨੂੰ ਪਤਾ ਹੈ ਉਹ 1 ਮਿੰਟ ਲਈ ਵੀ ਸੌਂ ਨਹੀਂ ਸਕੀ ਹੋਏਗੀ, ਪਰ ਬਾਕੀ ਸਾਰੇ ਦੁਪਹਿਰ ਮਗਰੋਂ ਤੱਕ ਸੁੱਤੇ ਰਹੇ। ਫਿਰ ਉਹ ਉੱਠੇ ਤੇ ਖਾਣਾ ਖਾਣ ਲੱਗੇ। ਹੁਣ ਤੱਕ ਉਹਨਾਂ ਦਾ ਨਸ਼ਾ ਵੀ ਉਤਰ ਚੁੱਕਾ ਸੀ ਤੇ ਨਾਲੇ ਮੈਂ ਉਹਨਾਂ ਨੂੰ ਮਹਿਸੂਸ ਕਰਵਾ ਦਿੱਤਾ ਸੀ ਕਿ ਮੇਰਾ ਗੁੱਸਾ ਬੇਕਾਬੂ ਹੁੰਦਾ ਜਾ ਰਿਹਾ। ਉਹ ਮੇਰੇ ਤੋਂ ਟਲਦੇ ਰਹੇ ਤੇ ਮੈਂ ਉਹਨਾਂ ਤੋਂ। ਫਿਰ ਉਹ ਹੌਲੀ ਹੌਲੀ ਤਿਆਰ ਹੋਏ ਤੇ ਨਿੰਮੋ ਝੂਣੇ ਜੇ ਜਿਵੇਂ ਮਰੀ ਮੱਛੀ ਹੋਏ ਬਾਹਰ ਨਿਕਲ ਗਏ ਤੇ ਘਰੋਂ ਘਰੀ ਚਲੇ ਗਏ। ਮੈਡਮ, ਤੁਸੀਂ ਕਿਵੇਂ ਸੌਂ ਗਏ ਉਹਨਾਂ ਲੋਕਾਂ ਵਿਚਕਾਰ? ਜੋ ਉਹਨਾਂ ਦੇ ਤੌਰ ਤਰੀਕੇ ਸੀ ਮੇਰੇ ਲਈ ਤਾਂ ਝੱਲਣੇ ਮੁਸ਼ਕਲ ਹੋ ਰਹੇ ਸੀ। ਮੈਨੂੰ ਮਾਫ ਕਰ ਦੇ, ਅਸਲ 'ਚ ਮੇਰੇ ਕੋਲੋਂ ਨਾ ਕਹੀ ਨਹੀਂ ਜਾਂਦੀ। ਉਹਦਾ ਮੂੰਹ ਥਕਾਵਟ ਨਾਲ ਪੀਲਾ ਪੈ ਚੁੱਕਾ ਸੀ ਤੇ ਉਹਦੀਆਂ ਅੱਖਾਂ 'ਚ ਪਾਣੀ ਸੀ। ਜਦੋਂ ਮੈਂ ਉਹਦੀ ਇਹ ਹਾਲਤ ਵੇਖੀ ਤਾਂ ਹੋਰ ਕੁਝ ਨਾ ਕਹਿ ਸਕੀ। ਇਹਨਾਂ ਬਘਿਆੜਾਂ ਦੇ ਝੁੰਡ ਦੇ ਹਮਲੇ ਸਾਡੇ ਉੱਪਰ ਬਦ ਤੋਂ ਬਦਤਰ ਹੁੰਦੇ ਚਲੇ ਗਏ। ਲੰਮੇ ਸਮੇਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਪ੍ਰੋਫੈਸਰ ਸਾਸਾਜੀਮਾ ਤੇ ਉਹਦੇ ਦੋਸਤਾਂ ਲਈ ਕੋਈ ਮਨੋਰੰਜਨ ਘਰ ਚਲਾ ਰਹੇ ਹੋਈਏ। ਕਦੇ ਪ੍ਰੋਫੈਸਰ ਨਾ ਹੁੰਦਾ ਤਾਂ ਉਹਦੇ ਦੋਸਤ ਹੁੰਦੇ ਤੇ ਉਹ ਜਦੋਂ ਵੀ ਆਉਂਦੇ ਤਾਂ ਪੂਰੀ ਰਾਤ ਰਹਿੰਦੇ ਤੇ ਮਾਲਕਨ ਨੂੰ ਵੀ ਉੱਥੇ ਹੀ ਪੈਣ ਲਈ ਮਜਬੂਰ ਕਰਦੇ। ਐਸੀ ਹਾਲਤ 'ਚ ਸਾਰੇ ਘੂਕ ਸੌਂ ਜਾਂਦੇ, ਸਿਰਫ ਮਾਲਕਨ ਨੂੰ ਨਿੰਦਰਾ ਕੱਟਦੀ। ਉਹ ਪਹਿਲਾਂ ਹੀ ਢਿੱਲੀ ਰਹਿੰਦੀ ਸੀ, ਸੋ ਜਦੋਂ ਵੀ ਉਹ ਮਹਿਮਾਨ ਨਵਾਜ਼ੀ ਤੋਂ ਬਚੀ ਹੁੰਦੀ ਉਸ ਸਮੇਂ ਉਹ ਬਿਸਤਰੇ 'ਚ ਪਈ ਰਹਿੰਦੀ। ਮੈਡਮ, ਤੁਹਾਡੀ ਸਿਹਤ ਬੁਰੀ ਤਰ੍ਹਾਂ ਵਿਗੜ ਰਹੀ ਹੈ ਤੇ ਭਾਰ ਘਟ ਰਿਹਾ। ਚੰਗਾ ਹੀ ਹੈ ਕਿ ਇਹਨਾਂ ਲੋਕਾਂ ਦੀ ਪਰਵਾਹ ਕਰਨੀ ਛੱਡ ਦੇਵੇ। ਮਾਫ ਕਰੀਂ, ਪਰ ਮੈਂ ਛੱਡ ਨਹੀਂ ਸਕਦੀ। ਉਹ ਸਾਰੇ ਕਿਸਮਤ ਦੇ ਮਾਰੇ ਲੋਕ ਨੇ ਵਿਚਾਰੇ। ਇੱਥੇ ਆ ਕੇ ਥੋੜਾ ਆਰਾਮ ਕਰ ਲੈਣਾ ਹੀ ਉਹਨਾਂ ਵਿਚਾਰਿਆਂ ਦੀ ਜ਼ਿੰਦਗੀ 'ਚ ਇੱਕੋ ਇੱਕ ਖੁਸ਼ੀ ਹੈ। ਇਹ ਸਭ ਕੁਝ ਬੇਤੁਕਾ ਲੱਗਦਾ ਸੀ ਮੈਨੂੰ। ਹੁਣ ਤੱਕ ਮਾਲਕਨ ਦੀ ਜਾਇਦਾਦ ਵੀ ਬਹੁਤ ਘਟ ਗਈ ਸੀ
ਜਿਸ ਤਰੀਕੇ ਨਾਲ ਇਹ ਦਿਨੋਂ ਦਿਨ ਘਟਦੀ ਜਾ ਰਹੀ ਸੀ, ਉਸ ਤੋਂ ਇਹੀ ਲੱਗਦਾ ਹੈ ਕਿ ਅੱਧੇ ਸਾਲ ਅੰਦਰ ਉਹਨੂੰ ਇਹ ਮਕਾਨ ਵੀ ਵੇਚਣਾ ਪਏਗਾ। ਇਹਦੇ ਬਾਵਜੂਦ ਉਹ ਆਪਣੇ ਮਹਿਮਾਨਾਂ ਨੂੰ ਆਪਣੀ ਡਿੱਗਦੀ ਹਾਲਤ ਬਾਰੇ ਬਿਲਕੁਲ ਪਤਾ ਨਹੀਂ ਦਿੰਦੀ ਸੀ। ਉੱਪਰੋਂ ਸਿਹਤ ਵੀ ਠੀਕ ਨਹੀਂ ਸੀ, ਪਰ ਮਹਿਮਾਨ ਜਦ ਵੀ ਆਉਂਦੇ ਉਹ ਝਟਕੇ ਨਾਲ ਬਿਸਤਰ 'ਚ ਉੱਠਦੀ, ਫਟਾਫਟ ਤਿਆਰ ਹੁੰਦੀ ਤੇ ਦਰਵਾਜ਼ੇ ਕੋਲ ਵੱਲ ਕਾਹਲੀ ਨਾਲ ਤੁਰ ਪੈਂਦੀ। ਉੱਥੋਂ ਉਹਦੀ ਸਵਾਗਤ ਕਰਨ ਦੀ ਅਜੀਬ ਜਿਹੀ ਅੱਧੀ ਹੱਸਦੀ ਅੱਧੀ ਰੋਂਦੀ ਆਵਾਜ਼ ਸੁਣਾਈ ਦਿੰਦੀ। ਬਸੰਤ ਦੇ ਸ਼ੁਰੂ ਦੀ ਗੱਲ ਹੈ। ਇਹ ਸ਼ਾਮ ਅਸੀਂ ਹਮੇਸ਼ਾ ਵਾਂਗ ਇੱਕ ਸ਼ਰਾਬੀ ਟੋਲੇ ਦੀ ਸੇਵਾ ਕਰ ਰਹੇ ਸੀ, ਕਿਉਂਕਿ ਇਹ ਤਮਾਸ਼ਾ ਸਾਰੀ ਰਾਤ ਚੱਲਣ ਦੀ ਆਸ ਸੀ। ਇਸ ਲਈ ਮੈਂ ਮਾਲਕਣ ਨੂੰ ਸਲਾਹ ਦਿੱਤੀ ਕਿ ਸਾਨੂੰ ਦੋਹਾਂ ਨੂੰ ਫਟਾਫਟ ਕੁਝ ਖਾ ਲੈਣਾ ਚਾਹੀਦਾ ਹੈ। ਅਸੀਂ ਰਸੋਈ 'ਚ ਖੜੇ ਖੜੇ ਹੀ ਪਕੌੜੇ ਖਾਣ ਲੱਗ ਪਈਆਂ, ਭਾਵੇਂ ਕਿ ਮਾਲਕਣ ਆਪਣੇ ਮਹਿਮਾਨਾਂ ਲਈ ਸਵਾਦ ਤੋਂ ਸਵਾਦ ਖਾਣੇ ਪਰੋਸ ਸਕਦੀ ਸੀ, ਪਰ ਉਹ ਸਾਦਾ ਜਿਹਾ ਖਾ ਕੇ ਸਾਰ ਲੈਂਦੀ। ਅਚਾਨਕ ਉਸ ਸਮੇਂ ਬੈਠਕ ਵਿੱਚੋਂ ਕਿਸੇ ਸ਼ਰਾਬੀ ਮਹਿਮਾਨ ਦੇ ਹੱਸਣ ਦੀ ਘਟੀਆ ਜਿਹੀ ਆਵਾਜ਼ ਆਈ। ਇੱਧਰ ਆਓ ਬਈ, ਤੁਸੀਂ ਉੱਧਰ ਕੀ ਕਰ ਰਹੇ ਹੋ? ਨਾਲੇ ਇਸ ਕੁੜੀ ਨੂੰ ਦੇਖੋ। ਇਸ ਬਾਅਦ ਉਹਨੇ ਡਾਕਟਰੀ ਭਾਸ਼ਾ 'ਚ ਕੁਝ ਕਿਹਾ, ਪਰ ਜੋ ਵੀ ਉਹਨੇ ਕਿਹਾ ਉਹ ਅਸ਼ਲੀਲ ਤੇ ਨਾ ਸਹਿਣ ਯੋਗ ਭੱਦਾ ਸੀ। ਦੂਸਰੇ ਪਾਸੇ ਤੋਂ ਇੱਕ ਜਵਾਨ ਮਹਿਮਾਨ ਦੀ ਆਵਾਜ਼ ਆਈ ਜੋ ਗੁੱਸੇ ਭਰੀ ਸੀ। ਤੇਰਾ ਇਸ ਤਰ੍ਹਾਂ ਦਾ ਮਤਲਬ ਕੀ ਹੈ? ਮੈਂ ਇੱਥੇ ਕੋਈ ਪ੍ਰੇਮ ਕਰਨ ਨਹੀਂ ਆਈ। ਮੇਰੇ ਲਈ ਇਹ ਥਾਂ ਸਿਰਫ ਸ਼ੁਗਲ ਮੇਲਾ ਕਰਨ ਵਾਲਾ ਗੈਸਟ ਹਾਊਸ ਹੈ। ਮੈਂ ਆਪਣੇ ਸਿਰ ਨੂੰ ਗੁੱਸੇ ਨਾਲ ਉੱਪਰ ਚੁੱਕਿਆ। ਸਹਿਣਸ਼ੀਲਤਾ ਦੀ ਹੱਦ ਸੀ। ਮਾਲਕਣ ਹੰਝੂ ਉਹਦੀਆਂ ਅੱਖਾਂ 'ਚੋਂ ਡਿੱਗ ਰਹੇ ਸਨ ਤੇ ਉਹ ਹਲਕੀ ਜਿਹੀ ਰੌਸ਼ਨੀ ਦੇ ਹੇਠਾਂ ਖੜੀ ਚੁੱਪਚਾਪ ਖਾ ਰਹੀ ਸੀ। ਮੈਨੂੰ ਉਹਦੀ ਹਾਲਤ ਵੇਖ ਕੇ ਬਹੁਤ ਦੁੱਖ ਹੋਇਆ, ਪਰ ਮੈਂ ਕੁਝ ਨਾ ਬੋਲ ਸਕੀ। ਪਰ ਮਾਲਕਣ ਬੋਲੀ, ਉਮਾ, ਜੇ ਤੈਨੂੰ ਤਕਲੀਫ ਨਾ ਹੋਵੇ ਤਾਂ ਕੀ ਤੂੰ ਸਵੇਰੇ ਨਹਾਉਣ ਲਈ ਪਾਣੀ ਦਾ ਟੱਬ ਭਰ ਦੇਂਗੀ? ਪ੍ਰੋਫੈਸਰ ਇਮਾਈ ਨੂੰ ਸਵੇਰੇ ਗਰਮ ਪਾਣੀ ਨਾਲ ਨਹਾਉਣਾ ਚੰਗਾ ਲੱਗਦਾ ਹੈ। ਬਸ ਇਹੀ ਇੱਕ ਮੌਕਾ ਸੀ ਜਦੋਂ ਮੈਂ ਉਸ ਵੱਲੋਂ ਹਲਕੀ ਜਿਹੀ ਚਿੜ ਵੇਖੀ ਸੀ। ਪਰ ਫਿਰ ਉਹ ਆਮ ਵਾਂਗ ਹੱਸਦੀ ਹੋਈ ਮਹਿਮਾਨਾਂ ਕੋਲ ਚਲੀ ਗਈ ਤੇ ਬੈਠਕ ਤੇ ਰਸੋਈ ਵਿਚਕਾਰ ਦੌੜ ਭੱਜ ਕਰਨ ਲੱਗੀ, ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਮੈਨੂੰ ਹਮੇਸ਼ਾ ਦਿਨੋਂ ਦਿਨ ਨਿੱਘਰਦੀ ਜਾ ਰਹੀ ਮਾਲਕਣ ਦੀ ਸਿਹਤ ਦਾ ਫਿਕਰ ਲੱਗੀ ਰਹਿੰਦੀ। ਆਪਣੇ ਵਿਵਹਾਰ ਤੇ ਮਹਿਮਾਨਾਂ ਨੂੰ ਕੁਝ ਜ਼ਾਹਰ ਨਹੀਂ ਸੀ ਹੋਣ ਦਿੰਦੀ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਮਾਨਾਂ 'ਚੋਂ ਕਈ ਬਹੁਤ ਲਿਆਕਤ ਵਾਲੇ ਡਾਕਟਰ ਹੋਣ ਦੇ ਬਾਵਜੂਦ ਵੀ ਕਿਸੇ ਨੇ ਉਹਦੇ ਢਿੱਲੇ ਹੋਣ ਵੱਲ ਧਿਆਨ ਨਾ ਕੀਤਾ। ਬਸੰਤ ਦੀ ਇੱਕ ਸ਼ਾਂਤੀ ਭਰੀ ਸਵੇਰ ਸੀ, ਕਿਉਂਕਿ ਚੰਗੀ ਕਿਸਮਤ ਨੂੰ ਪਿਛਲੀ ਰਾਤ ਕੋਈ ਮਹਿਮਾਨ ਨਹੀਂ ਸੀ ਆਇਆ। ਮੈਂ ਮਜ਼ੇ ਨਾਲ ਖੂਹ ਤੇ ਖੜੀ ਕੱਪੜੇ ਧੋ ਰਹੀ ਸੀ ਕਿ ਮਾਲਕਣ ਨੰਗੇ ਪੈਰੀ ਡਿੱਗਦੀ ਜਿਹੀ ਲੜਖੜਾਉਂਦੀ ਹੋਈ ਬਗੀਚੇ ਵੱਲ ਆ ਰਹੀ ਸੀ। ਫਿਰ ਪੀਲੇ ਗੁਲਾਬ ਦੇ ਖਿੜੇ ਫੁੱਲਾਂ ਵਾਲੇ ਬੂਟੇ ਨੂੰ ਮਿੱਧਦੀ ਖੂਨ ਦੀਆਂ ਉਲਟੀਆਂ ਕਰਨ ਲੱਗੀ। ਮੇਰੀ ਚੀਖ ਨਿਕਲ ਗਈ ਤੇ ਮੈਂ ਉਸ ਵੱਲ ਦੌੜੀ। ਪਿੱਛੋਂ ਦੀ ਵਲ ਪਾ ਕੇ ਤੇ ਆਪਣੇ ਮੋਢੇ ਦਾ ਸਹਾਰਾ ਦੇ ਕੇ ਮੈਂ ਮਾਲਕਣ ਨੂੰ ਉਹਦੇ ਕਮਰੇ ਤੱਕ ਲੈ ਗਈ ਤੇ ਹੌਲੀ ਜਿਹੀ ਬਿਸਤਰੇ ਤੇ ਲਟਾ ਦਿੱਤਾ। ਫਿਰ ਮੇਰਾ ਰੋਣਾ ਨਿਕਲ ਗਿਆ ਤੇ ਮੈਂ ਰੋਂਦਿਆਂ ਰੋਂਦਿਆਂ ਨੂੰ ਕਿਹਾ, ਇਸੇ ਕਰਕੇ ਮੈਂ ਉਹਨਾਂ ਸਾਰਿਆਂ ਮਹਿਮਾਨਾਂ ਨੂੰ ਨਫ਼ਰਤ ਕਰਦੀ ਹਾਂ। ਦੇਖ ਉਹਨਾਂ ਨੇ ਤੇਰੇ ਨਾਲ ਕੀ ਕੀਤਾ। ਹੁਣ ਜਦ ਕਿ ਤੁਹਾਡੀ ਇਹ ਹਾਲਤ ਹੋ ਗਈ ਹੈ ਤੇ ਉਹ ਸਾਰੇ ਡਾਕਟਰ ਲੋਕ ਨੇ, ਮੈਂ ਉਹਨਾਂ ਦੀ ਡਾਕਟਰਾਂ ਦੀ ਤਰ੍ਹਾਂ ਵਿਹਾਰ ਕਰਨ ਲਈ ਜ਼ਿੱਦ ਕਰਾਂਗੀ ਤੇ ਤੁਹਾਨੂੰ ਮੁੜ ਕੇ ਤੰਦਰੁਸਤ ਕਰਨ ਲਈ ਕਹਾਂਗੀ। ਬਸ ਕਰ ਤੂੰ। ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਮਹਿਮਾਨਾਂ ਨੂੰ। ਉਹ ਆਪਣੇ ਆਪ ਨੂੰ ਇਸ ਲਈ ਜ਼ਿੰਮੇਵਾਰ ਸਮਝ ਲੈਣਗੇ ਤੇ ਉਹਨਾਂ ਦੇ ਮਨ ਉੱਪਰ ਬੋਝ ਛਾ ਜਾਏਗਾ। ਪਰ ਤੁਸੀਂ ਆਪਣੇ ਵੱਲ ਦੇਖੋ ਤੇ ਮੈਨੂੰ ਦੱਸੋ ਕਿ ਤੁਸੀਂ ਅੱਗੇ ਤੋਂ ਕਿਸ ਤਰ੍ਹਾਂ ਕਰਨ ਦੀ ਸੋਚਦੇ ਹੋ? ਕੀ ਹਮੇਸ਼ਾ ਵਾਂਗ ਸਾਰੀ ਰਾਤ ਉਹਨਾਂ ਦੀ ਖਾਤਰ ਕਰਨ 'ਚ ਬਿਤਾਓਗੇ? ਮੇਰਾ ਖਿਆਲ ਹੈ ਤੁਸੀਂ ਕਿਸੇ ਦਿਨ ਸੁੱਤੇ ਹੋਏ ਮਹਿਮਾਨਾਂ ਦੇ ਵਿਚਕਾਰ ਖੂਨ ਦੀਆਂ ਉਲਟੀਆਂ ਕਰੋਗੇ। ਮਾਲਕਣ ਨੇ ਅੱਖਾਂ ਬੰਦ ਕਰ ਲਈਆਂ ਤੇ ਮੇਰੀ ਕਈ ਗੱਲ ਨੂੰ ਵਿਚਾਰਨ ਲੱਗੀ। ਮੈਂ ਆਪਣੇ ਪੇਕੇ ਘਰ ਜਾਵਾਂਗੀ ਤੇ ਉੱਥੇ ਕੁਝ ਦਿਨ ਆਰਾਮ ਕਰਾਂਗੀ। ਤੂੰ ਪਿੱਛੋਂ ਮਕਾਨ ਦਾ ਖਿਆਲ ਰੱਖੀ ਤੇ ਆਏ ਮਹਿਮਾਨਾਂ ਦੀ ਆਓ ਭਗਤ ਕਰੀ, ਕਿਉਂਕਿ ਉਹਨਾਂ ਵਿਚਾਰਿਆਂ ਕੋਲ ਜਾਣ ਲਈ ਤੇ ਆਰਾਮ ਕਰਨ ਲਈ ਹੋਰ ਕੋਈ ਥਾਂ ਨਹੀਂ ਹੈ। ਕਿਰਪਾ ਕਰਕੇ ਉਹਨਾਂ ਨੂੰ ਇਹ ਨਾ ਦੱਸੀ ਕਿ ਮੈਂ ਬਿਮਾਰ ਹਾਂ। ਉਹਨੇ ਕੋਮਲਤਾ ਭਰੀ ਮੁਸਕਰਾਹਟ ਨਾਲ ਕਿਹਾ। ਕਿਉਂਕਿ ਉਸ ਦਿਨ ਮਹਿਮਾਨ ਵੀ ਕੋਈ ਨਹੀਂ ਸੀ, ਮੈਂ ਇਸ ਮੌਕੇ ਦਾ ਫਾਇਦਾ ਲੈਂਦਿਆਂ ਮਾਲਕਣ ਦੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਫਿਰ ਮੈਨੂੰ ਖਿਆਲ ਆਇਆ ਕਿ ਮੈਨੂੰ ਮਾਲਕਣ ਦੇ ਪੇਕੇ ਪਹੁੰਚਣ ਤੱਕ ਉਹਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਸੋਚ ਕੇ ਮੈਂ ਫੁੱਕ ਸੀਮਾ ਤੱਕ ਦੀਆਂ 2 ਰੇਲਵੇ ਟਿਕਟਾਂ ਖਰੀਦ ਲਿਆਈ। 2 ਦਿਨਾਂ ਤੱਕ ਮਾਲਕਣ ਜ਼ਰਾ ਠੀਕ ਮਹਿਸੂਸ ਕਰਨ ਲੱਗੀ ਤੇ ਚੰਗੀ ਕਿਸਮਤ ਨੂੰ ਇਹਨਾਂ ਦਿਨਾਂ 'ਚ ਮਹਿਮਾਨ ਵੀ ਕੋਈ ਨਾ ਆਇਆ। ਕਾਲੀ ਕਾਲੀ ਜਿਵੇਂ ਅਸੀਂ ਬਿਪਤਾ ਤੋਂ ਬਚ ਕੇ ਦੌੜ ਰਹੇ ਹੋਈਏ, ਮੈਂ ਤੇ ਮਾਲਕਣ ਘਰ ਤੋਂ ਬਾਹਰ ਨਿਕਲ ਆਈਆਂ। ਮੈਂ ਮੀਂਹ ਤੋਂ ਬਚਾ ਲਈ ਬਾਰੀਆਂ ਬੰਦ ਕਰ ਦਿੱਤੀਆਂ ਤੇ ਘਰ ਨੂੰ ਤਾਲਾ ਮਾਰ ਦਿੱਤਾ। ਅਸੀਂ ਘਰ ਤੋਂ ਬਾਹਰ ਨਿਕਲੇ ਹੀ ਸਾਂ। ਰੱਬਾ, ਸਾਹਮਣੇ ਤੋਂ ਪ੍ਰੋਫੈਸਰ ਸਾਸਾ ਜੀ ਮੈਂ ਸ਼ਰਾਬੀ ਹਾਲਤ 'ਚ 2 ਜਵਾਨ ਕੁੜੀਆਂ ਨਾਲ ਜੋ ਨਰਸਾਂ ਲੱਗਦੀਆਂ ਸਨ ਚਲੇ ਆ ਰਿਹਾ ਸੀ। ਸਿਖਰ ਦੁਪਹਿਰ 'ਚ। ਕਿਵੇਂ? ਬਾਹਰ ਦੀਆਂ ਤਿਆਰੀਆਂ ਲੱਗਦੀਆਂ ਨੇ? ਨਹੀਂ ਐਸੀ ਕੋਈ ਖਾਸ ਗੱਲ ਨਹੀਂ। ਉਮਾ, ਤਕਲੀਫ ਮਾਫ।
जरा बैठक दीयां बारियां तां खोल दे। आओ प्रोफैसर, लंघ आओ, सचमुच कोई खास गल नहीं। प्रोफैसर ते दो जवान कुड़ियां दा स्वागत अपनी खास आवाज़ अद्धी रोंदी अद्धी हसदी च करदियां मालकन किसे छोटे चूहे वांग इधरों उधर ते उधरों उधर दौड़न लगी। ਮਹਿਮਾਨਾਂ ਦੀ ਉਹੀ ਪੁਰਾਣੀ ਕਸ਼ਟ ਭਰੀ ਆਓ ਭਗਤ ਫਿਰ ਸ਼ੁਰੂ ਹੋ ਗਈ। ਮੈਨੂੰ ਬਾਜ਼ਾਰ ਜਾਣ ਲਈ ਕਿਹਾ ਗਿਆ। ਘਬਰਾਹਟ 'ਚ ਮਾਲਕਣ ਨੇ ਮੈਨੂੰ ਆਪਣੇ ਪਰਸ ਦੀ ਥਾਂ ਸਫ਼ਰ 'ਤੇ ਜਾਣ ਵਾਲਾ ਝੋਲਾ ਪਕੜਾ ਦਿੱਤਾ ਸੀ। ਸਮਾਨ ਖਰੀਦਣ ਤੋਂ ਬਾਅਦ ਜਦ ਮੈਂ ਇਹਨੂੰ ਖੋਲ੍ਹਿਆ ਤਾਂ ਵਿੱਚੋਂ ਮਾਲਕਣ ਦੀ 2 ਟੁਕੜੇ ਹੋਈ ਰੇਲ ਦੀ ਟਿਕਟ ਮਿਲੀ। ਉਸੇ ਸਮੇਂ ਮੈਂ ਮਹਿਸੂਸ ਕੀਤਾ ਜਦੋਂ ਮਾਲਕਣ ਨੇ ਆਪਣੇ ਘਰ ਸਾਹਮਣੇ ਪ੍ਰੋਫੈਸਰ ਸਾਸਾਜੀਮਾ ਨੂੰ ਖੜੇ ਵੇਖਿਆ ਸੀ ਤਾਂ ਉਸੇ ਸਮੇਂ ਉਹਨੇ ਚੁੱਪਚਾਪ ਆਪਣੀ ਟਿਕਟ ਪਾੜ ਦਿੱਤੀ ਸੀ। ਮੈਂ ਉਹਦੀ ਅਨੰਤ ਰਹਿਮਦਿਲੀ ਵੇਖ ਕੇ ਹੈਰਾਨੀ ਨਾਲ ਸੁੰਨ ਹੋ ਗਈ। ਇਸ ਮੌਕੇ 'ਤੇ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮਹਿਸੂਸ ਕੀਤਾ ਕਿ ਮਨੁੱਖ ਅੰਦਰ ਇੱਕ ਖਾਸ ਤੇ ਬਹੁਤ ਹੀ ਵਧੀਆ ਗੁਣ ਹੁੰਦਾ ਹੈ ਜੋ ਹੋਰ ਕਿਸੇ ਜੀਵ 'ਚ ਨਹੀਂ ਹੁੰਦਾ। ਮੈਂ ਆਪਣੇ ਕੀਮੋਨੋ ਦੀ ਜੇਬ 'ਚ ਹੱਥ ਪਾਇਆ ਤੇ ਆਪਣੀ ਰੇਲ ਦੀ ਟਿਕਟ ਬਾਹਰ ਕੱਢੀ ਤੇ ਚੁੱਪਚਾਪ ਇਹਦੇ 2 ਟੁਕੜੇ ਕਰ ਦਿੱਤੇ। ਮਹਿਮਾਨਾਂ ਲਈ ਕੁਝ ਹੋਰ ਸਮਾਨ ਖਰੀਦਣ ਦੀ ਇੱਛਾ ਨਾਲ ਮੈਂ ਵਾਪਸ ਬਾਜ਼ਾਰ ਵੱਲ ਤੁਰ ਪਈ। ਧੰਨਵਾਦ। ਕਥਾ ਜਾਪਾਨੀ ਪੁਸਤਕ ਦੀ ਅਗਲੀ ਕਹਾਣੀ ਹੈ ਪਰਲੋ। ਲੇਖਕ ਹੈ ਆਬੇ ਕੋਬੋ। ਇੱਕ ਗਰੀਬ ਪਰ ਇਮਾਨਦਾਰ ਫਿਲਾਸਫਰ ਬ੍ਰਹਿਮੰਡ ਦੇ ਨਿਯਮਾਂ ਦਾ ਅਧਿਐਨ ਕਰਨ ਵਾਸਤੇ ਦੂਰਬੀਨ ਲਈ ਆਪਣੇ ਘਰ ਦੀ ਛੱਤ ਉੱਪਰ ਚਲਾ ਗਿਆ। ਦੂਰਬੀਨ ਨਾਲ ਉਹ ਆਕਾਸ਼ ਵਿਚਲੇ ਨਛੱਤਰਾਂ ਦੀਆਂ ਹਰਕਤਾਂ ਨੂੰ ਘੋਖਣ ਲੱਗਾ। ਹਮੇਸ਼ਾ ਵਾਂਗ ਕੁਝ ਬੇਮਾਇਨੀ ਟੁੱਟਦੇ ਤਾਰਿਆਂ ਤੇ ਬਾਕੀ ਦੇ ਨਿਸ਼ਚਿਤ ਗਰਦਿਸ਼ 'ਚ ਪਏ ਤਾਰਿਆਂ ਤੋਂ ਇਲਾਵਾ ਉਹਨੂੰ ਹੋਰ ਕੋਈ ਖਾਸ ਗੱਲ ਨਜ਼ਰ ਨਹੀਂ ਆ ਰਹੀ ਸੀ। ਅਕੇਵੇਂ ਵਸ ਨਹੀਂ, ਸਗੋਂ ਆਪਣੀ ਆਦਤ ਵਸ ਆਖਰ ਉਹਨੇ ਦੂਰਬੀਨ ਦਾ ਰੁਖ ਪ੍ਰਿਥਵੀ ਵੱਲ ਕਰ ਦਿੱਤਾ। ਇੱਕ ਪੁੱਠੀ ਲਮਕਦੀ ਸੜਕ ਉਹਨੂੰ ਆਪਣੇ ਐਨ ਨੱਕ ਕੋਲ ਮਹਿਸੂਸ ਹੋਈ। ਉਸੇ ਤਰ੍ਹਾਂ ਦੂਰਬੀਨ ਦੇ ਲੈਂਸ 'ਤੇ ਇੱਕ ਪੁੱਠਾ ਨਜ਼ਰ ਆਉਂਦਾ ਮਜ਼ਦੂਰ ਸੜਕ 'ਤੇ ਉਲਟੇ ਕਦਮੀ ਤੁਰਦਾ ਆਇਆ। ਇਹਨਾਂ ਸਾਰੇ ਦ੍ਰਿਸ਼ਾਂ ਨੂੰ ਉਹਨੇ ਦਿਮਾਗ 'ਚ ਹਿਸਾਬ ਸਿਰ ਕੀਤਾ ਤੇ ਮੁੜ ਆਪਣੇ ਲੈਂਸ ਦਰੁਸਤ ਕਰਨ ਲੱਗਾ। ਜਦੋਂ ਸਭ ਕੁਝ ਸਹੀ ਨਜ਼ਰ ਆਉਣ ਲੱਗਾ ਉਹਨੇ ਉਸ ਮਜ਼ਦੂਰ ਦੀਆਂ ਹਰਕਤਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਾਲ ਲੈਂਸ ਦੇ ਧਰਾਤਲ 'ਤੇ ਮਜ਼ਦੂਰ ਦਾ ਨਿੱਕਾ ਜਿਹਾ ਸਿਰ ਪਾਰਦਰਸ਼ੀ ਹੋ ਕੇ ਨਜ਼ਰ ਆ ਰਿਹਾ ਸੀ। ਕਾਰਨ ਸਾਫ਼ ਸੀ ਕਿ ਫੈਕਟਰੀ 'ਚ ਰਾਤ ਦੀ ਸ਼ਿਫਟ ਲਗਾ ਕੇ ਮੁੜ ਰਹੇ ਮਜ਼ਦੂਰ ਦੇ ਸਿਰ 'ਚ ਥਕਾਵਟ ਤੋਂ ਸਿਵਾ ਹੈ ਵੀ ਕੁਝ ਨਹੀਂ ਸੀ। ਖੈਰ ਇਹਦੇ ਬਾਵਜੂਦ ਵੀ ਦ੍ਰਿੜ ਲੱਗਣ ਵਾਲੇ ਫਿਲਾਸਫਰ ਨੇ ਆਪਣੇ ਲੈਂਸ ਨੂੰ ਹਿਲਾਇਆ ਨਹੀਂ ਤੇ ਪੂਰੀ ਲਗਨ ਨਾਲ ਮਜ਼ਦੂਰ ਚਾਹੁੰਦੇ ਵਿਕਾਸ ਨੂੰ ਗੌਰ ਨਾਲ ਵੇਖਦਾ ਰਿਹਾ। ਜਲਦੀ ਉਹਨੂੰ ਆਪਣੀ ਧੀਰਜ ਦਾ ਸਿਲਾ ਵੀ ਮਿਲ ਗਿਆ। ਅਚਾਨਕ ਉਸ ਮਜ਼ਦੂਰ 'ਚ ਕੁਝ ਤਬਦੀਲੀਆਂ ਨਜ਼ਰ ਆਉਣ ਲੱਗੀਆਂ ਸਨ ਜੋ ਕਿ ਹੇਠ ਲਿਖੇ ਅਨੁਸਾਰ ਸਨ। ਉਸ ਮਜ਼ਦੂਰ ਦਾ ਸਰੀਰ ਹੈਰਾਨੀਜਨਕ ਤਰੀਕੇ ਨਾਲ ਧੁੰਦਲਾ ਪੈਣ ਲੱਗਾ। ਉਹ ਪੈਰਾਂ ਵੱਲੋਂ ਪਿਘਲਣਾ ਸ਼ੁਰੂ ਹੋਇਆ ਤੇ ਹੌਲੀ-ਹੌਲੀ ਉਹਦਾ ਸਰੀਰ ਖਲਾ 'ਚ ਲੋਪ ਹੋ ਗਿਆ। ਸਿਰਫ ਕੱਪੜੇ, ਟੋਪੀ ਤੇ ਜੁੱਤੀਆਂ ਇੱਕ ਤਰਲ ਚਰਬੀ ਕੋਲ ਪਈਆਂ ਰਹਿ ਗਈਆਂ। ਆਖਰ ਵਿੱਚ ਇੱਕ ਤਰਲ ਜਿਹਾ ਜ਼ਮੀਨ 'ਤੇ ਫੈਲ ਗਿਆ। ਫਿਰ ਉਸ ਮਜ਼ਦੂਰ ਨੇ ਢਲਾਣ ਵੱਲ ਨੂੰ ਵਹਿਣਾ ਸ਼ੁਰੂ ਕਰ ਦਿੱਤਾ। ਉਹ ਵਹਿੰਦਾ ਵਹਿੰਦਾ ਸੜਕ 'ਚ ਬਣੇ ਇੱਕ ਟੋਏ 'ਚ ਜਾ ਵੜਿਆ। ਫਿਰ ਇਸ ਟੋਏ 'ਚੋਂ ਬਾਹਰ ਸਰਕ ਆਇਆ। ਤਰਲ ਮਜ਼ਦੂਰ ਦੀ ਇਸ ਹਰਕਤ ਨੇ ਫਿਲਾਸਫਰ ਨੂੰ ਇੰਨਾ ਹੈਰਾਨ ਕੀਤਾ ਕਿ ਦੂਰਬੀਨ ਉਹਦੇ ਹੱਥਾਂ 'ਚੋਂ ਛੁੱਟਣ ਲੱਗੀ ਸੀ, ਕਿਉਂਕਿ ਤਰਲ ਮਜ਼ਦੂਰ ਦੀ ਇਹ ਹਰਕਤ ਤਰਲ ਪਦਾਰਥਾਂ ਦੀ ਗਤੀ ਦੇ ਮੁੱਢਲੇ ਨਿਯਮਾਂ ਦੇ ਉਲਟ ਸੀ। ਤਰਲ ਮਜ਼ਦੂਰ ਥੱਲੇ ਤੋਂ ਉੱਪਰ ਵੱਲ ਵੀ ਵਹਿ ਰਿਹਾ ਸੀ। ਟੋਏ 'ਚੋਂ ਨਿਕਲ ਕੇ ਜਦੋਂ ਸੜਕ ਕਿਨਾਰੇ ਬਣੀ ਵੱਟ ਕੋਲ ਆਇਆ ਤਾਂ ਇਸ ਵੱਟ 'ਤੇ ਵੀ ਉਹ ਸਰਕ ਕੇ ਉੱਪਰ ਚੜ੍ਹ ਗਿਆ ਤੇ ਦੂਸਰੇ ਪਾਸੇ ਲੋਪ ਹੋ ਗਿਆ। ਫਿਲਾਸਫਰ ਨੇ ਅੱਖ ਦੂਰਬੀਨ ਤੋਂ ਹਟਾ ਲਈ ਤੇ ਉਹਦਾ ਇੱਕ ਲੰਬਾ ਹੌਕਾ ਨਿਕਲ ਗਿਆ। ਅਗਲੇ ਦਿਨ ਉਹਨੇ ਸੰਸਾਰ ਭਰ 'ਚ ਐਲਾਨ ਕਰ ਦਿੱਤਾ ਕਿ ਇੱਕ ਬਹੁਤ ਭਾਰੀ ਹੜ੍ਹ ਆਉਣ ਵਾਲਾ ਹੈ। ਅਸਲ 'ਚ ਸੰਸਾਰ ਦੀ ਹਰ ਕੋਨੇ ਤੋਂ ਮਜ਼ਦੂਰਾਂ ਤੇ ਗਰੀਬ ਲੋਕਾਂ ਦੇ ਤਰਲ ਹੋਣ ਦੀ ਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਸਭ ਸੌ ਵੱਧ ਧਿਆਨ ਖਿੱਚਣ ਵਾਲੀ ਗੱਲ ਸਮੂਹਿਕ ਤਰਲਾਉਣ ਦੀ ਸੀ। ਇਸੇ ਵੱਡੇ ਕਾਰਖਾਨੇ 'ਚ ਅਚਾਨਕ ਮਸ਼ੀਨਾਂ ਰੁਕ ਜਾਂਦੀਆਂ। ਸਾਰੇ ਮਜ਼ਦੂਰਾਂ ਨੇ ਆਪਸ ਵਿੱਚ ਘੁਲ ਜਾਣਾ ਤੇ ਇੱਕ ਵਿਸ਼ਾਲ ਤਰਲ ਦੀ ਧਾਰਾ ਬਣ ਜਾਣਾ। ਇਹ ਤਰਲ ਧਾਰਾ ਦਰਵਾਜ਼ਿਆਂ ਦੇ ਹੇਠਾਂ ਤੋਂ ਵਹਿ ਨਿਕਲਣੀ ਜਾਂ ਇਹਨੇ ਸਰਕ ਕੇ ਕੰਧਾਂ ਟੱਪ ਜਾਣਾ ਜਾਂ ਬਾਰੀਆਂ 'ਚ ਵਹਿ ਜਾਣਾ। ਕਈ ਵਾਰ ਤਾਂ ਸਭ ਕੁਝ ਉਲਟ-ਪੁਲਟ ਹੋ ਜਾਂਦਾ ਸੀ। ਮਜ਼ਦੂਰਾਂ ਦੇ ਤਰਲ ਹੋ ਜਾਣ ਤੋਂ ਬਾਅਦ ਸੁੰਨਮਸਾਨ ਕਾਰਖਾਨੇ ਅੰਦਰ ਮਸ਼ੀਨਾਂ ਨੇ ਬਿਨਾਂ ਰੁਕੇ ਚੱਲੀ ਜਾਣਾ।
ਚੱਲੀ ਜਾਣਾ ਤੇ ਆਖਰ 'ਚ ਟੁੱਟ ਭੱਜ ਕੇ ਰੁਕ ਜਾਣਾ। ਇਸ ਤੋਂ ਇਲਾਵਾ ਜੇਲ੍ਹਾਂ 'ਚ ਵੀ ਗੜਬੜ ਹੋਣ ਲੱਗੀ। ਸਾਰੇ ਦੇ ਸਾਰੇ ਕੈਦੀਆਂ ਨੇ ਸਮੂਹਿਕ ਰੂਪ 'ਚ ਤਰਲਾ ਜਾਣਾ ਤੇ ਜੇਲ੍ਹਾਂ ਖਾਲੀ ਹੋ ਜਾਣੀਆਂ। ਅਖਬਾਰਾਂ ਵਿੱਚ ਇੱਕ ਤੋਂ ਬਾਅਦ ਇੱਕ ਪਿੰਡ ਦੀ ਸਾਰੀ ਆਬਾਦੀ ਦੇ ਤਰਲਾਉਣ ਨਾਲ ਹੜ੍ਹਾਂ ਦੇ ਆਉਣ ਦੀਆਂ ਨਿੱਤ ਖਬਰਾਂ ਛਪ ਰਹੀਆਂ ਸਨ। ਮਨੁੱਖਾਂ ਦਾ ਤਰਲਾਉਣਾ ਜਾਂ ਪਿਘਲਣਾ ਸਿਰਫ ਇਹਨਾਂ ਦ੍ਰਿਸ਼ਟਮਾਨ ਅਣਹੋਣੀਆਂ ਤੱਕ ਹੀ ਸੀਮਤ ਨਹੀਂ ਸੀ। ਇਸ ਨੇ ਹੋਰ ਵੀ ਕਈ ਤਰ੍ਹਾਂ ਦੇ ਬਖੇੜੇ ਖੜੇ ਕਰ ਦਿੱਤੇ ਸਨ। ਅਪਰਾਧੀਆਂ ਦੇ ਤਰਲਾਉਣ ਨਾਲ ਜੁਰਮਾਂ 'ਚ ਹੈਰਾਨੀਜਨਕ ਵਾਧਾ ਹੋਇਆ ਸੀ। ਅਮਨ ਤੇ ਕਾਨੂੰਨ ਦੀ ਹਾਲਤ ਨੂੰ ਖਤਰਾ ਪੈਦਾ ਹੋ ਗਿਆ ਸੀ। ਪੁਲਿਸ ਨੇ ਗੁਪਤ ਰੂਪ ਵਿੱਚ ਭੌਤਿਕ ਵਿਗਿਆਨੀਆਂ ਦੀ ਮਦਦ ਨਾਲ ਇਸ ਦਰਵ ਜਾਂ ਤਰਲ ਦੇ ਗੁਣਾਂ ਤੇ ਵਿਸ਼ੇਸ਼ਤਾਵਾਂ ਦੀ ਖੋਜ ਸ਼ੁਰੂ ਕੀਤੀ। ਪਰ ਇਹ ਤਰਲ ਪਦਾਰਥ ਤਾਂ ਵਿਗਿਆਨ ਦੇ ਤਰਲ ਪਦਾਰਥਾਂ ਨਾਲ ਸੰਬੰਧਿਤ ਸਿਧਾਂਤਾਂ ਦੀ ਕੋਈ ਪਰਵਾਹ ਹੀ ਨਹੀਂ ਸੀ ਕਰਦਾ ਲੱਗ ਰਿਹਾ। ਭੌਤਿਕ ਵਿਗਿਆਨੀ ਇਸ ਬੇਹੂਦਾ ਗੁੰਝਲ ਵਿੱਚ ਹੋਰ ਵੀ ਜ਼ਿਆਦਾ ਉਲਝਦੇ ਜਾ ਰਹੇ ਸਨ। ਇਸ ਤਰਲ ਨੂੰ ਛੂਹ ਕੇ ਵੇਖਣ ਨਾਲ ਇਹ ਬਿਲਕੁਲ ਪਾਣੀ ਵਰਗਾ ਲੱਗਦਾ ਸੀ, ਪਰ ਕਈ ਵਾਰ ਸਰਕਣ ਸਮੇਂ ਇਹਦੀ ਉੱਪਰਲੀ ਪਰਤ ਪਾਰੀ ਵਾਂਗ ਠੋਸ ਹੋ ਗਈ ਲੱਗਦੀ ਸੀ ਤੇ ਕੰਬਦੀ ਨਜ਼ਰ ਆਉਂਦੀ ਸੀ। ਇਹਦਾ ਰੂਪ ਅਮੀਬੇ ਵਾਂਗ ਬਣਿਆ ਰਹਿੰਦਾ, ਜਿਸ ਕਰਕੇ ਨਾ ਸਿਰਫ ਨਿਵਾਣ ਤੋਂ ਉਚਾਣ ਵੱਲ ਸਰਕ ਕੇ ਚੜ ਜਾਂਦਾ, ਸਗੋਂ ਇਹ ਹੋਰ ਸਮੂਹਿਕ ਤਰਲ ਲੋਕਾਂ ਨਾਲ ਜਾ ਰਲਦਾ। ਕਈ ਵਾਰ ਇਹ ਹੋਰ ਵੀ ਕਈ ਕੁਦਰਤੀ ਤਰਲ ਚੀਜ਼ਾਂ ਨਾਲ ਜਾ ਮਿਲਦਾ। ਮੌਕਾ ਆਉਣ ਤੇ ਇਹ ਉਹਨਾਂ ਹੋਰ ਤਰਲ ਚੀਜ਼ਾਂ ਨਾਲੋਂ ਨਿਖੜ ਕੇ ਮੁੜ ਆਪਣੇ ਮੂਲ ਆਕਾਰ ਵਿੱਚ ਆਉਣ ਦੇ ਸਮਰੱਥ ਸੀ। ਕਈ ਵਾਰ ਇਹਦੀ ਉੱਪਰ ਉਰਲੀ ਪਰਤ ਸ਼ਰਾਬ ਵਾਂਗ ਪਾਰਦਰਸ਼ੀ ਤੇ ਸੀਤਲ ਜਿਹੀ ਹੋ ਜਾਂਦੀ। ਅਜਿਹੇ ਸਮੇਂ 'ਚ ਇਹਦੀ ਤਾਕਤ ਅਸਾਧਾਰਨ ਰੂਪ ਵਿੱਚ ਵੱਧ ਜਾਂਦੀ। ਇੱਕੋ ਸਮੇਂ ਕਿਸੇ ਵੀ ਠੋਸ ਵਸਤੂ ਨੂੰ ਆਪਣੇ 'ਚ ਸਮਾਉਣ ਦੀ ਸ਼ਕਤੀ ਰੱਖਦਾ ਸੀ। ਉਦਾਹਰਣ ਵਜੋਂ ਕਈ ਵਾਰ ਕਿਸੇ ਕਾਗਜ਼ ਉੱਪਰ ਇਹਦਾ ਕੋਈ ਅਸਰ ਨਾ ਹੁੰਦਾ ਤੇ ਕਈ ਵਾਰ ਇਹ ਉਸੇ ਕਾਗਜ਼ ਨੂੰ ਰਸਾਇਣਿਕ ਰੂਪ 'ਚ ਆਪਣੇ ਅੰਦਰ ਜਜ਼ਬ ਕਰ ਲੈਂਦਾ। ਇਹ ਤਰਲ ਰੂਪੀ ਮਨੁੱਖ ਬਰਫ਼ ਵਾਂਗ ਜੰਮ ਵੀ ਸਕਦੇ ਸਨ ਤੇ ਭਾਫ ਵਾਂਗ ਉੱਡ ਸਕਦੇ ਸਨ। ਇਹਨਾਂ ਦਾ ਦਰਜਾ ਜਮਾਊ ਜਾਂ ਦਰਜਾ ਵਾਸ਼ਪੀਕਰਨ ਵੀ ਅਲੱਗ ਸਮੇਂ 'ਚ ਅਲੱਗ ਹੁੰਦਾ ਸੀ। ਸਖਤ ਬਰਫ਼ ਤੇ ਤਿਲਕਣ ਵਾਲੀਆਂ ਬਰਫ਼ ਗੱਡੀਆਂ ਅਚਾਨਕ ਘੋੜਿਆਂ ਨੂੰ ਨਿਗਲ ਜਾਂਦੀਆਂ ਤੇ ਬਰਫ਼ 'ਚ ਗਰਕ ਜਾਂਦੀਆਂ। ਸਕੇਟਿੰਗ ਦੇ ਮੋਹਰਲੇ ਦੌੜਾਕ ਅਚਾਨਕ ਲੋਪ ਹੋ ਜਾਂਦੇ। ਅੱਤ ਦੀ ਗਰਮੀ 'ਚ ਤੈਰਾਕੀ ਵਾਲੇ ਸਰੋਵਰ ਅਚਾਨਕ ਬਰਫ਼ ਬਣ ਜਾਂਦੇ ਤੇ ਇਹਨਾਂ 'ਚ ਤੈਰ ਰਹੀਆਂ ਕੁੜੀਆਂ ਬਰਫ਼ ਦੇ ਬੁੱਤ ਬਣ ਸਤ੍ਹਾ ਤੇ ਠਹਿਰ ਜਾਂਦੀਆਂ। ਇਹ ਵਹਿਣ ਪਏ ਤਰਲ ਬੰਦੇ ਪਹਾੜਾਂ ਉੱਪਰ ਜਾ ਚੜੇ, ਨਦੀਆਂ 'ਚ ਜਾ ਮਿਲੇ, ਸਾਗਰਾਂ ਤੋਂ ਪਾਰ ਜਾ ਨਿਕਲੇ, ਭਾਪ ਬਣ ਕੇ ਬੱਦਲ ਹੋ ਗਏ ਤੇ ਮੀਂਹ ਬਣ ਕੇ ਵਰਨ ਲੱਗ ਗਏ। ਮੁੱਕਦੀ ਗੱਲ, ਇਹ ਦੁਨੀਆ ਭਰ 'ਚ ਫੈਲ ਗਏ। ਕੋਈ ਨਹੀਂ ਸੀ ਜਾਣਦਾ ਕਦੋਂ ਤੇ ਕਿੱਥੇ ਕੀ ਭਾਣਾ ਵਾਪਰ ਜਾਏਗਾ। ਰਸਾਇਣਿਕ ਪ੍ਰਯੋਗ ਤਕਰੀਬਨ ਅਸੰਭਵ ਹੋ ਗਏ ਸਨ। ਭਾਫ ਇੰਜਣਾਂ ਦੇ ਉਬਾਲਕ ਇਹਨਾਂ ਤਰਲ ਲੋਕਾਂ ਦੇ ਮਿਸ਼ਰਣ ਕਰਕੇ ਪੂਰੀ ਤਰ੍ਹਾਂ ਠੱਪ ਹੋ ਗਏ ਸਨ। ਇਹਨਾਂ ਨੂੰ ਕਿੰਨਾ ਹੀ ਭਖਾਉਣ ਦੀ ਕੋਸ਼ਿਸ਼ ਕਰੋ, ਕੋਈ ਪ੍ਰੈਸ਼ਰ ਹੀ ਨਹੀਂ ਸੀ ਬਣਦਾ, ਜਾਂ ਫਿਰ ਅਚਾਨਕ ਹੀ ਇਹ ਤਰਲੂਪੀ ਲੋਕ ਭਿਆਨਕ ਤਰੀਕੇ ਨਾਲ ਫੈਲਣ ਲੱਗਦੇ ਤੇ ਇੰਜਣਾਂ ਦੇ ਉਬਾਲਕ ਧਮਾਕੇ ਨਾਲ ਫਟ ਜਾਂਦੇ। ਮੱਛੀਆਂ ਤੇ ਪੇੜ ਪੌਦਿਆਂ ਦਾ ਜੀਵਨ ਪਾਣੀ ਤੇ ਨਿਰਭਰ ਹੋਣ ਕਰਕੇ ਇਹਨਾਂ ਵਿੱਚ ਤਾਂ ਕੜਮਾਸੀ ਮਚਿਆ ਪਿਆ ਸੀ। ਜੀਵ ਵਿਗਿਆਨ ਦੇ ਹਰ ਖੇਤਰ ਵਿੱਚ ਅਜਿਹੀਆਂ ਉਬਦੀਲੀਆਂ ਵਾਪਰ ਰਹੀਆਂ ਸਨ ਜਿਨ੍ਹਾਂ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ। ਤੋੜ ਭੰਨ ਫੈਲ ਰਹੀ ਸੀ। ਸੇਬ ਆਲੇ ਦੁਆਲੇ ਲੁੜਕਦੇ ਸਮੇਂ ਪੰਛੀਆਂ ਵਾਂਗ ਚਹਿਚਹਾਉਂਦੇ ਤੇ ਉਹਨਾਂ 'ਚ ਮਧੁਰ ਸੰਗੀਤ ਪੈਦਾ ਹੁੰਦਾ। ਜੌਂ ਦੇ ਦਾਣੇ ਪਟਾਕਿਆਂ ਵਾਂਗ ਚੱਲਣ ਲੱਗਦੇ। ਕੁਝ ਲੋਕ ਉੱਪਰ ਜੋ ਹਾਲੇ ਤਰਲ ਨਹੀਂ ਸਨ ਬਣੇ, ਖਾਸ ਕਰਕੇ ਅਮੀਰ ਲੋਕਾਂ ਉੱਪਰ ਇਹਨਾਂ ਹਾਲਤਾਂ ਦਾ ਬਹੁਤਾ ਬੁਰਾ ਅਸਰ ਪੈ ਰਿਹਾ ਸੀ। ਇੱਕ ਸਵੇਰ ਇੱਕ ਵੱਡੇ ਕਾਰਖਾਨੇ ਦਾ ਮਾਲਕ ਜਦੋਂ ਚਾਹ ਦਾ ਘੁੱਟ ਭਰਨ ਲੱਗਿਆ ਤਾਂ ਉਹ ਇਸ ਕੱਪ ਵਿੱਚ ਹੀ ਜਾ ਮਿਲਿਆ। ਇਸੇ ਤਰ੍ਹਾਂ ਇੱਕ ਹੋਰ ਉਦਯੋਗਪਤੀ ਵਿਸਕੀ ਦੇ ਗਲਾਸ 'ਚ ਡੁੱਬ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਆਦਮੀ ਅੱਖਾਂ ਦੀ ਦਵਾਈ ਪਾਉਣ ਲੱਗਿਆ ਉਹਦੀ ਇੱਕ ਬੂੰਦ 'ਚ ਸਮਾਇਆ। ਇਹ ਸਾਰੀਆਂ ਗੱਲਾਂ ਇੰਨੀਆਂ ਡਰਾਉਣੀਆਂ ਹਨ ਕਿ ਇਹਨਾਂ 'ਤੇ ਯਕੀਨ ਨਹੀਂ ਹੁੰਦਾ, ਪਰ ਇਹ ਸਾਰੀਆਂ ਸੱਚਮੁੱਚ ਵਾਪਰੀਆਂ ਹਨ। ਇਹਨਾਂ ਗੱਲਾਂ ਨੂੰ ਸੁਣ ਕੇ ਬਹੁਤ ਸਾਰੇ ਅਮੀਰ ਲੋਕ ਮਾਨਸਿਕ ਰੋਗ, ਜਲ ਤਰਾਸ ਦਾ ਸ਼ਿਕਾਰ ਹੋ ਗਏ। ਇੱਕ ਸਰਕਾਰੀ ਉੱਚ ਅਧਿਕਾਰੀ ਨੇ ਸਵੀਕਾਰ ਕੀਤਾ ਕਿ ਜਦੋਂ ਮੈਂ ਕੁਝ ਪੀਣ ਲੱਗਦਾ ਤਾਂ ਗਲਾਸ ਵਿੱਚ ਪਾਣੀ ਨੂੰ ਦੇਖਦੇ ਸਾਰੇ ਪਾਣੀ ਮੇਰੇ ਲਈ ਪਾਣੀ ਨਹੀਂ ਰਹਿੰਦਾ। ਸੰਖੇਪ 'ਚ ਕਿਹਾ ਜਾਏ ਤਾਂ ਮੈਨੂੰ ਤਰਲ ਖਣਿਜ ਲੱਗਦਾ ਹੈ, ਇੱਕ ਅਜਿਹਾ ਪਦਾਰਥ ਜਿਹਨੂੰ ਹਜ਼ਮ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ ਮੈਂ ਇੱਕਦਮ ਬਿਮਾਰ ਹੋ ਜਾਵਾਂਗਾ ਤੇ ਮੇਰੇ ਉੱਪਰ ਕਈ ਤਰ੍ਹਾਂ ਦੇ ਦੁਖਾਂਤਕ ਡਰ ਹਾਵੀ ਹੋ ਜਾਂਦੇ ਹਨ। ਜ਼ਾਹਿਰਾ ਤੌਰ ਤੇ ਇਹਨੂੰ ਜਲ ਤਰਾਸ ਕਿਹਾ ਜਾ ਸਕਦਾ ਹੈ। ਹਰ ਪਾਸੇ ਅਜਿਹੀ ਬੁੱਢੀਆਂ ਨਜ਼ਰ ਆਉਂਦੀਆਂ ਜਿਨ੍ਹਾਂ ਨੂੰ ਪਾਣੀ ਦੇਖ ਕੇ ਗਸ਼ੀ ਪੈ ਜਾਂਦੀ।
ਹਲਕਾ ਵਿਰੋਧੀ ਟੀਕਿਆਂ ਦਾ ਅਸਰ ਖਤਮ ਹੋ ਚੁੱਕਾ ਸੀ। ਹੁਣ ਤੱਕ ਸੰਸਾਰ ਦੇ ਇਸ ਕੋਨੇ ਤੋਂ ਲੈ ਕੇ ਆਖਰੀ ਕੋਨੇ ਤੱਕ ਪਰਲੋ ਵਰਗੇ ਭਿਆਨਕ ਹੜ੍ਹ ਦੀਆਂ ਤੇ ਅਧਿਕ ਲੋਕਾਂ ਦੇ ਰੋਣ ਚੀਕਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪਰ ਅਖਬਾਰ ਇਹਨਾਂ ਅਫਵਾਹਾਂ ਦਾ ਜ਼ੋਰਦਾਰ ਖੰਡਨ ਕਰਦੇ ਸਮੇਂ ਹੇਠ ਲਿਖੀਆਂ ਦਲੀਲਾਂ ਪੇਸ਼ ਕਰਦੇ। ਪਹਿਲਾ, ਇਸ ਸਾਲ ਇਲਾਕਾਈ ਪੱਧਰ ਤੇ ਵੀ ਤੇ ਸੰਸਾਰ ਪੱਧਰ ਤੇ ਵੀ ਬਾਰਿਸ਼ਾਂ ਸਾਲਾਨਾ ਔਸਤ ਤੋਂ ਘੱਟ ਪਈਆਂ ਹਨ। ਦੂਸਰਾ, ਸਾਰੇ ਦਰਿਆਵਾਂ ਦੇ ਪਾਣੀਆਂ ਦਾ ਪੱਧਰ ਸਾਲ ਦੇ ਮੌਸਮੀ ਉਤਰਾਅ ਚੜ੍ਹਾਅ ਅਨੁਸਾਰ ਹੀ ਹੈ। ਤੀਸਰਾ, ਕਿਸੇ ਵੀ ਤਰ੍ਹਾਂ ਦੀ ਭੂ ਵਿਗਿਆਨਕ ਜਾਂ ਵਾਯੂਮੰਡਲੀ ਅਸਾਧਾਰਨਤਾ ਜਾਂ ਅਨੇਮਤਾ ਨਹੀਂ ਪਾਈ ਗਈ। ਇਹ ਬਿਲਕੁਲ ਸਹੀ ਤੱਥ ਸਨ, ਪਰ ਇਹ ਵੀ ਇੱਕ ਤੱਥ ਸੀ ਕਿ ਹੜ੍ਹ ਆ ਚੁੱਕਾ ਸੀ। ਇਸ ਆਪਾ ਵਿਰੋਧੀ ਤੱਥ ਨੇ ਸਮਾਜਿਕ ਅਸ਼ਾਂਤੀ ਫੈਲਾ ਦਿੱਤੀ। ਇਹ ਗੱਲ ਤਾਂ ਹੁਣ ਤੱਕ ਸਾਰਿਆਂ ਨੂੰ ਸਪਸ਼ਟ ਹੋ ਗਈ ਸੀ ਕਿ ਹੜ੍ਹ ਕੋਈ ਸਧਾਰਨ ਹੜ੍ਹ ਨਹੀਂ ਹੈ। ਹੁਣ ਤਾਂ ਅਖਬਾਰਾਂ ਵੀ ਹੜ੍ਹ ਦੇ ਵਜੂਦ ਨੂੰ ਮੰਨਣ ਲਈ ਮਜਬੂਰ ਹੋ ਗਈਆਂ ਸਨ। ਪਰ ਅਖਬਾਰਾਂ ਆਪਣੀ ਹਮੇਸ਼ਾ ਵਾਲੀ ਆਸ਼ਾਵਾਦੀ ਸਰ ਨਾਲ ਇਸ ਸਭ ਕੁਝ ਨੂੰ ਸ੍ਰਿਸ਼ਟੀ ਅੰਦਰ ਵਾਪਰ ਰਹੀ ਅਜਿਹੀ ਕਿਸੇ ਘਟਨਾ ਦਾ ਚਿੰਨ੍ਹ ਦੱਸਦੇ ਜੋ ਆਪੇ ਕੁਝ ਦੇਰ ਬਾਅਦ ਆਪਣੀ ਉਮਰ ਭੋਗ ਕੇ ਖਤਮ ਹੋ ਜਾਏਗਾ। ਖੈਰ, ਹੜ੍ਹ ਹਰ ਰੋਜ਼ ਫੈਲਦਾ ਹੀ ਜਾ ਰਿਹਾ ਸੀ। ਅਨੇਕਾਂ ਪਿੰਡ, ਕਸਬੇ, ਪੱਧਰੇ ਇਲਾਕੇ ਤੇ ਛੋਟੇ ਪਹਾੜ ਇਸ ਤਰਲ ਰੂਪੀ ਮਨੁੱਖਾਂ ਦੀ ਲਪੇਟ 'ਚ ਆ ਗਏ ਸਨ। ਉੱਚੇ ਦਰਜੇ ਦੇ ਲੋਕਾਂ ਨੇ ਤੇ ਪੈਸੇ ਵਾਲੇ ਲੋਕਾਂ ਨੇ ਉਚਾਈ ਵਾਲੇ ਇਲਾਕਿਆਂ ਵਿਚਲੇ ਸ਼ਰਨਾਰਥੀ ਲੋਕਾਂ ਲਈ ਦੌੜ ਭੱਜ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤਰਲ ਰੂਪੀ ਲੋਕਾਂ ਨੂੰ ਰੋਕਣ ਲਈ ਲਾਈਆਂ ਗਈਆਂ ਰੁਕਾਵਟਾਂ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਉਹ ਤਾਂ ਕੰਧਾਂ ਉੱਪਰੋਂ ਵੀ ਟੱਪ ਸਕਦੇ ਹਨ। ਪਰ ਇਸ ਮੁਕਾਬਲੇ ਵਾਲੀ ਦੌੜ ਭੱਜ ਤੋਂ ਇਲਾਵਾ ਕੁਝ ਹੋਰ ਕਰਨ ਲਈ ਸੋਚਣ ਦੇ ਉਹ ਅਸਮਰਥ ਸਨ। ਅਖੀਰ ਵਿੱਚ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਨੇ ਵੀ ਹਾਲਾਤ ਦੀ ਗੰਭੀਰਤਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਐਲਾਨ ਜਾਰੀ ਹੋਏ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਮਨੁੱਖ ਜਾਤੀ ਨੂੰ ਇਸ ਹੜ੍ਹ ਦੇ ਸਰਵਨਾਸ਼ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਸਾਰੀਆਂ ਰੂਹਾਨੀ ਤੇ ਪਦਾਰਥਕ ਸ਼ਕਤੀਆਂ ਨੂੰ ਗਤੀਸ਼ੀਲ ਕਰ ਦਿੱਤਾ ਜਾਵੇ। ਵਿਸ਼ਾਲ ਬੰਨ੍ਹ ਬਣਾਏ ਜਾਣ ਤੇ ਉੱਚੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾਣ। ਲੱਖਾਂ ਮਜ਼ਦੂਰ ਇਸ ਮੰਤਵ ਲਈ ਬੰਧੂਆ ਕਰ ਲਏ ਗਏ। ਹੁਣ ਅਖਬਾਰਾਂ ਨੇ ਵੀ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਵੀ ਆਪਣਾ ਸੁਰ ਅਚਾਨਕ ਬਦਲ ਲਿਆ ਤੇ ਇਹਨਾਂ ਅਣਥੱਕ ਲੋਕਾਂ ਦੇ ਉੱਚੇ ਅਖਲਾਕ ਦੀ ਤੇ ਸਮਾਜਿਕ ਜ਼ਿੰਮੇਵਾਰੀ ਵਾਲੀ ਭਾਵਨਾ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਪਰ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਸਮੇਤ ਲਗਭਗ ਸਾਰੇ ਜਾਣਦੇ ਸਨ ਕਿ ਇਹ ਐਲਾਨ ਸਿਰਫ ਐਲਾਨ ਹੀ ਹਨ। ਤਰਲ ਲੋਕਾਂ ਸਾਹਮਣੇ ਇਹ ਬੰਨ੍ਹ ਤੇ ਇਸ ਤਰ੍ਹਾਂ ਦੀਆਂ ਹੋਰ ਰੁਕਾਵਟਾਂ ਅਸਲ 'ਚ ਨਿਊਟਨ ਦੇ ਗਤੀ ਵਿਗਿਆਨ ਨਾਲ ਕੁਆਂਟਮ ਦੇ ਗਤੀ ਵਿਗਿਆਨ ਦਾ ਮੁਕਾਬਲਾ ਕਰਨ ਵਾਲੀ ਗੱਲ ਸੀ। ਸਿਰਫ ਇਹੀ ਨਹੀਂ, ਸਗੋਂ ਬੰਨ੍ਹ ਬਣਾ ਰਹੇ ਲੋਕ ਵੀ ਬੰਨ੍ਹਾਂ ਦੇ ਉਰਲੇ ਪਾਸੇ ਦੀ ਤਰਲਤਾ 'ਚ ਬਦਲੀ ਜਾ ਰਹੇ ਸਨ। ਅਖਬਾਰਾਂ ਦੇ ਨਿੱਜੀ ਕਾਲਮ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਦੇ ਨੋਟਿਸਾਂ ਨਾਲ ਭਰੇ ਪਏ ਸਨ, ਪਰ ਆਪਣੀ ਖਾਸੀਅਤ ਅਨੁਸਾਰ ਅਖਬਾਰਾਂ ਇਹਨਾਂ ਗੁੰਮਸ਼ੁਦਗੀ ਨੂੰ ਕਾਰਜ ਦੇ ਅਸਰਦਾਰ ਤਰੀਕੇ ਨਾਲ ਚੱਲਣ ਦਾ ਚਿੰਨ੍ਹ ਦੱਸਦੀਆਂ ਸਨ। ਹੜ੍ਹ ਦੇ ਆਪਾ ਵਿਰੋਧੀ ਸੁਭਾਅ ਤੇ ਇਸ ਦੇ ਮੁੱਢਲੇ ਕਾਰਨ ਬਾਰੇ ਉਹਨਾਂ ਨੇ ਹੱਠੀ ਚੁੱਪ ਬਣਾਈ ਰੱਖੀ। ਇਸ ਸਮੇਂ ਇੱਕ ਵਿਗਿਆਨੀ ਨੇ ਸੁਝਾਅ ਰੱਖਿਆ ਕਿ ਸਾਰੀ ਧਰਤੀ ਤੇ ਫੈਲ ਜਾਣ ਵਾਲਾ ਇਹ ਤਰਲ ਨਿਊਕਲੀਅਰ ਊਰਜਾ ਦੇ ਸੋਮਿਆਂ ਦੇ ਵਾਸ਼ਪੀਕਰਨ ਨਾਲ ਪੈਦਾ ਹੋਇਆ ਹੈ। ਸਰਕਾਰਾਂ ਨੇ ਤੇਜ਼ੀ ਨਾਲ ਆਪਣੀ ਸਹਿਮਤੀ ਪ੍ਰਗਟਾਈ ਤੇ ਵੱਡੇ ਪੈਮਾਨੇ ਤੇ ਮਦਦ ਦਾ ਐਲਾਨ ਕੀਤਾ, ਪਰ ਜਦੋਂ ਉਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਸਪਸ਼ਟ ਹੋਣਾ ਸ਼ੁਰੂ ਹੋ ਗਿਆ ਕਿ ਇਹ ਯੋਜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੀ ਹੈ। ਮਨੁੱਖਾਂ ਦਾ ਤਰਲੀਕਰਨ ਵਾਯੂਮੰਡਲੀ ਕਿਰਿਆ ਨੂੰ ਤੇਜ਼ ਕਰਦਾ ਹੈ ਤੇ ਉਹਨਾਂ ਦੀ ਥਾਂ ਭਰਨ ਲਈ ਲੋੜੀਂਦੇ ਮਜ਼ਦੂਰ ਪ੍ਰਾਪਤ ਨਹੀਂ ਹਨ। ਨਾਲ ਹੀ ਇਹ ਤਰਲੀਕਰਨ ਵਿਗਿਆਨੀਆਂ ਅੰਦਰ ਵੀ ਫੈਲ ਚੁੱਕਾ ਹੈ। ਇਸ ਤੋਂ ਵੀ ਵੱਧ ਪੁਰਜੇ ਬਣਾਉਣ ਵਾਲੇ ਕਾਰਖਾਨੇ ਵੀ ਨਸ਼ਟ ਹੋ ਰਹੇ ਹਨ ਤੇ ਪਾਣੀ 'ਚ ਘਿਰ ਰਹੇ ਸਨ। ਮੁੜ ਉਸਾਰੀ ਤੇ ਮੁੜ ਪ੍ਰਬੰਧ ਦੀ ਮੁਸੀਬਤ 'ਚ ਪਰੇਸ਼ਾਨ ਸਰਕਾਰਾਂ ਇਹ ਦੱਸਣ ਤੋਂ ਅਸਮਰਥ ਸਨ ਕਿ ਜੀਵਨ ਸ਼ਕਤੀ ਵਾਲੇ ਯੰਤਰ ਦਾ ਉਤਪਾਦਨ ਕਦੋਂ ਸ਼ੁਰੂ ਹੋਏਗਾ। ਅਸ਼ਾਂਤੀ ਤੇ ਸੋਗ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ। ਲੋਕ ਸੋਕੇ ਨਾਲ ਲਾਸ਼ਾਂ 'ਚ ਬਦਲ ਰਹੇ ਸਨ। ਖਿੱਚਵੇਂ ਸਾਹਾਂ ਨਾਲ ਹਵਾ ਅੰਦਰ ਖਿੱਚਵੇਂ, ਹਰ ਵਾਰੀ ਸਾਹ ਲੈਣ ਸਮੇਂ ਹਟਕੋਰੇ ਜੇ ਭਰਦੇ। ਇਸ ਸਾਰੇ ਕਲੇਸ਼ 'ਚ ਇੱਕੋ ਆਦਮੀ ਸ਼ਾਂਤ ਤੇ ਖੁਸ਼ ਨਜ਼ਰ ਆਉਂਦਾ ਸੀ। ਇਹ ਸੀ ਆਸ਼ਾਵਾਦੀ ਤੇ ਚਲਾਕ ਹਜ਼ਰਤ ਨੂਹ। ਹਜ਼ਰਤ ਨੂਹ ਅੰਜੀਲ ਦਾ ਇੱਕ ਮਿਥਿਹਾਸਿਕ ਪਾਤਰ ਹੈ ਜੋ ਮਹਾਂਪਰਲੋ ਸਮੇਂ ਆਪਣੇ ਪਰਿਵਾਰ ਤੇ ਪਸ਼ੂ ਆਦਿ ਨਾਲ ਆਪਣੀ ਬੇੜੀ 'ਚ ਸਵਾਰ ਹੋ ਕੇ ਇਸ ਪਰਲੋ ਤੋਂ ਬਚ ਗਿਆ ਸੀ। ਨੂਹ ਪਹਿਲਾਂ ਆਏ ਪਰਲੋ ਵਰਗੇ ਹੜ੍ਹ ਵਿਚਲੇ ਆਪਣੇ ਅਨੁਭਵ ਕਰਕੇ ਬਿਨਾਂ ਦੁਖੀ ਹੋਏ ਤੇ ਬਿਨਾਂ ਭੜਕੇ ਬੜੇ ਉਦਮ ਨਾਲ ਆਪਣੀ ਬੇੜੀ ਨੂੰ ਤਿਆਰ ਕਰ ਰਿਹਾ ਸੀ।
ਜਦੋਂ ਸੋਚਦਾ ਕਿ ਮਨੁੱਖ ਜਾਤੀ ਦਾ ਭਵਿੱਖ ਉਹਦੇ ਤੇ ਉਹਦੇ ਪਰਿਵਾਰ ਦੇ ਸਪੁਰਦ ਹੈ ਤਾਂ ਉਹ ਆਪਣੇ ਆਪ ਨੂੰ ਧਾਰਮਿਕ ਹੁਲਾਸ ਪਾਉਂਦਾ। ਇਸ ਵਾਰੀ ਜਦੋਂ ਪਰਲੋ ਹਜ਼ਰਤ ਨੂਹ ਦੇ ਘਰ ਵੱਲ ਵਧੀ ਤਾਂ ਉਹ ਆਪਣੇ ਪਰਿਵਾਰ ਤੇ ਪਸ਼ੂ ਆਦਿ ਨਾਲ ਬੇੜੀ ਤੇ ਜਾ ਸਵਾਰ ਹੋਇਆ। ਤਰਲ ਰੂਪੀ ਲੋਕਾਂ ਨੇ ਇੱਕਦਮ ਬੇੜੀ ਦੇ ਕਿਨਾਰਿਆਂ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਨੂਹ ਨੇ ਉਹਨਾਂ ਨੂੰ ਉੱਚੀ ਆਵਾਜ਼ 'ਚ ਫਿੱਟ ਲਾਹਣਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਓਏ ਪਤਾ ਹੈ ਇਹ ਕਿਹਦੀ ਬੇੜੀ ਹੈ? ਮੈਂ ਨੂਹ ਆ ਤੇ ਹਜ਼ਰਤ ਨੂਹ ਦੀ ਬੇੜੀ ਹੈ, ਕਿਸੇ ਭੁਲੇਖੇ 'ਚ ਨਾ ਰਹੋ, ਚਲੋ ਨਿਕਲੋ, ਚਲੋ ਇੱਥੋਂ। ਉਹ ਤਰਲ ਜਿਹੜਾ ਕਿ ਹੁਣ ਮਨੁੱਖ ਨਹੀਂ ਸੀ ਰਹਿ ਗਿਆ, ਉਹਦੀ ਗੱਲ ਨੂੰ ਸਮਝ ਲੈਂਦਾ। ਇਸ ਤਰ੍ਹਾਂ ਸੋਚਣਾ ਜ਼ਾਹਿਰਾ ਤੌਰ ਤੇ ਇੱਕ ਭੁੱਲ ਸੀ। ਤਰਲ ਵਾਸਤੇ ਸਿਰਫ ਤਰਲ ਹੀ ਮਹੱਤਤਾ ਰੱਖਦਾ ਹੈ। ਅਗਲੇ ਮਿੰਟ ਅੰਦਰ ਬੇੜੀ ਤਰਲ ਨਾਲ ਭਰ ਗਈ ਤੇ ਜੀਵ ਜੰਤੂ ਉਸ ਤਰਲ 'ਚ ਡੁੱਬ ਗਏ। ਲਾਵਾਰਸ ਬੇੜੀ ਹਵਾਵਾਂ ਦੇ ਰਹਿਮ ਤੇ ਇੱਧਰ ਉੱਧਰ ਤਰਨ ਲੱਗੀ। ਇਸ ਤਰ੍ਹਾਂ ਮਨੁੱਖਤਾ ਦੂਸਰੇ ਵੱਡੇ ਹੜ੍ਹ ਯਾਨੀ ਕਿ ਪਰਲੋ 'ਚ ਨਸ਼ਟ ਹੋ ਗਈ। ਪਰ ਜੇ ਹੁਣ ਤੁਸੀਂ ਗਲੀਆਂ ਦੀਆਂ ਨੁੱਕਰਾਂ ਤੇ ਦੇਖੋ ਤੇ ਹੁਣ ਸ਼ਾਂਤ ਹੋ ਚੁੱਕੇ ਹੇਠਾਂ ਡੁੱਬੇ ਪਿੰਡਾਂ ਦੇ ਬਿਰਖਾਂ ਹੇਠਾਂ ਵੇਖੋ ਤਾਂ ਤੁਸੀਂ ਚਮਕਦੇ ਮੂਲ ਤੱਤ ਨੂੰ ਵੇਖ ਸਕਦੇ ਹੋ ਜੋ ਬਲੌਰੀ ਬਣਨਾ ਸ਼ੁਰੂ ਹੋ ਗਿਆ। ਸ਼ਾਇਦ ਇੱਥੇ ਕਿਤੇ ਅਤੀ ਤਰਲ ਲੋਕਾਂ ਦਾ ਅਦਿੱਖ ਵਜੂਦ ਮੌਜੂਦ ਹੈ। ਧੰਨਵਾਦ। ਪੁਸਤਕ ਕਥਾ ਜਾਪਾਨੀ ਦੀ ਕਹਾਣੀ ਹੈ ਅਖਬਾਰਾਂ ਦੇ ਕੱਪੜੇ। ਲੇਖਕ ਹੈ ਯੂਕੀਓ ਮਿਸ਼ੀਮਾ। ਤੋਸ਼ੀਕੋ ਦਾ ਪਤੀ ਹਮੇਸ਼ਾ ਰੁੱਝਿਆ ਰਹਿਣ ਵਾਲਾ ਬੰਦਾ ਸੀ। ਅੱਜ ਵੀ ਉਹਨੂੰ ਅਚਾਨਕ ਕਿਸੇ ਹੋਰ ਮੁਲਾਕਾਤ ਲਈ ਜਾਣਾ ਪੈ ਗਿਆ ਸੀ, ਜਿਸ ਕਰਕੇ ਉਹਨੇ ਤੋਸ਼ੀਕੋ ਨੂੰ ਇਕੱਲਿਆਂ ਹੀ ਘਰ ਜਾਣ ਵਾਸਤੇ ਟੈਕਸੀ 'ਚ ਬਿਠਾ ਦਿੱਤਾ। ਉਂਝ ਸੋਚਿਆ ਜਾਵੇ ਤਾਂ ਉਸ ਵਰਗੀ ਔਰਤ ਨਾਲ ਇੰਜ ਹੋਣਾ ਸੁਭਾਵਕ ਵੀ ਸੀ, ਜਿਹਨੇ ਇੱਕ ਐਕਟਰ ਤੇ ਉਹ ਵੀ ਹਰ ਇੱਕ ਨੂੰ ਖਿੱਚ ਪਾਉਣ ਵਾਲੇ ਐਕਟਰ ਨਾਲ ਵਿਆਹ ਕੀਤਾ ਹੋਵੇ। ਖੈਰ ਉਹ ਸਮਝਦਾ ਗਿਆ ਹੋਵੇਗਾ ਕਿ ਤੋਸ਼ੀਕੋ ਘਰ ਇਕੱਲਿਆਂ ਜਾਣ ਦੀ ਗੱਲ ਸੁਣ ਕੇ ਹੀ ਸਹਿਮ ਗਈ ਸੀ। ਉਹਨਾਂ ਦਾ ਮਕਾਨ ਪੱਛਮੀ ਤਰੀਕੇ ਨਾਲ ਸਜਾਇਆ ਹੋਣ ਕਰਕੇ ਤੋਸ਼ੀਕੋ ਨੂੰ ਹੋਰ ਵੀ ਬੇਗਾਨਾ ਜਿਹਾ ਲੱਗਦਾ। ਵੱਡੀ ਗੱਲ ਤਾਂ ਇਹ ਸੀ ਕਿ ਫਰਸ਼ ਤੋਂ ਖੂਨ ਦੇ ਦਾਗ ਹਾਲੇ ਵੀ ਮਿਟੇ ਸਨ। ਤੋਸ਼ੀਕੋ ਬਚਪਨ ਤੋਂ ਹੀ ਬਹੁਤ ਸੰਵੇਦਨਸ਼ੀਲ ਸੁਭਾਅ ਦੀ ਕੁੜੀ ਸੀ। ਹਮੇਸ਼ਾ ਹੋਰਾਂ ਦਾ ਲੋੜ ਤੋਂ ਵੱਧ ਫਿਕਰ ਕਰਨ ਕਰਕੇ ਉਹ ਕਦੇ ਮੋਟੀ ਨਾ ਹੋ ਸਕੇ। ਹੁਣ ਜਦ ਕਿ ਉਹ ਜਵਾਨ ਹੋ ਚੁੱਕੀ ਸੀ ਤਾਂ ਵੀ ਹੱਡ ਮਾਸ ਦੇ ਪ੍ਰਾਣੀ ਦੀ ਥਾਂ ਕੋਈ ਪਾਰਦਰਸ਼ੀ ਤਸਵੀਰ ਜ਼ਿਆਦਾ ਲੱਗਦੀ ਸੀ। ਉਹਦੇ ਨਜ਼ਦੀਕੀ ਜਾਣਦੇ ਸਨ ਕਿ ਉਹ ਕਿੰਨੀ ਕੋਮਲ ਤੇ ਨਾਜ਼ੁਕ ਦਿਲ ਦੀ ਮਾਲਕਣ ਸੀ। ਅੱਜ ਸ਼ਾਮੀ ਜਦੋਂ ਨਾਈਟ ਕਲੱਬ ਵਿੱਚ ਆਪਣੇ ਪਤੀ ਤੇ ਉਹਦੇ ਦੋਸਤਾਂ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਪਹੁੰਚੀ ਤਾਂ ਉਹਦਾ ਪਤੀ ਉਸ ਹਾਦਸੇ ਦੀ ਗੱਲ ਸੁਣਾ ਕੇ ਆਪਣੇ ਦੋਸਤਾਂ ਦਾ ਦਿਲ ਪਰਚਾ ਰਿਹਾ ਸੀ। ਉਸ ਹਾਦਸੇ ਨੂੰ ਮਨ ਪਰਚਾਵੇ ਵਜੋਂ ਪੇਸ਼ ਕਰਦਿਆਂ ਸੁਣ ਕੇ ਉਹ ਤਾਂ ਸੁੰਨ ਹੋ ਗਈ। ਉਹਦਾ ਪਤੀ ਅਮਰੀਕੀ ਤਰੀਕੇ ਦਾ ਸੂਟ ਪਾਈ ਬੈਠਾ ਸੀ ਤੇ ਸਿਗਰਟ ਦੇ ਕਸ਼ ਖਿੱਚਦਾ ਉਹਨੂੰ ਕੋਈ ਬੇਗਾਨਾ ਜਿਹਾ ਆਦਮੀ ਲੱਗਾ ਸੀ। ਉਹ ਕਹਿ ਰਿਹਾ ਸੀ, ਬਈ ਕਮਾਲ ਦੀ ਕਹਾਣੀ ਹੈ ਇਹ। ਇਸ ਸਮੇਂ ਉਹ ਪੂਰਾ ਦਿਖਾਵਟੀ ਬੰਦਾ ਨਜ਼ਰ ਆ ਰਿਹਾ ਸੀ, ਜੋ ਹੋਰਾਂ ਦੇ ਧਿਆਨ ਨੂੰ ਚੱਲ ਰਹੇ ਨਾਚ ਬੈਂਡ ਤੋਂ ਹਟਾ ਕੇ ਆਪਣੇ ਇਸ਼ਾਰਿਆਂ ਤੇ ਗੱਲਾਂ ਰਾਹੀਂ ਆਪਣੇ ਵੱਲ ਖਿੱਚ ਰਿਹਾ ਸੀ। ਸਾਡੇ ਬੱਚੇ ਦੀ ਦੇਖ ਰੇਖ ਵਾਸਤੇ ਨਵੀਂ ਨਰਸ ਆਈ ਸੀ। ਉਹਦੇ ਅੰਦਰ ਵੜਦੇ ਸਾਰੀ ਮੇਰੀ ਨਜ਼ਰ ਉਹਦੇ ਪੇਟ ਵੱਲ ਚਲੀ ਗਈ। ਉਹ ਇਸ ਤਰ੍ਹਾਂ ਫੁੱਲਿਆ ਹੋਇਆ ਸੀ ਜਿਵੇਂ ਉਹਨੇ ਆਪਣੇ ਕੀਮੋਨੋ ਹੇਠ ਸਰਾਣਾ ਰੱਖਿਆ ਹੋਵੇ। ਮੈਂ ਸੋਚਿਆ ਇਹ ਤਾਂ ਇਕੱਲੀ ਸਾਡੇ ਟੱਬਰ ਤੋਂ ਜ਼ਿਆਦਾ ਖਾ ਲਿਆ ਕਰੇਗੀ। ਹੋਇਆ ਵੀ ਇੰਜੀ। ਚੌਲਾਂ ਵਾਲਾ ਭਾਂਡਾ ਤਾਂ ਉਹ ਇਸ ਤਰ੍ਹਾਂ ਸਫਾ ਚੱਟ ਕਰ ਦਿੰਦੀ। ਉਹਦੇ ਪਤੀ ਨੇ ਚੁਟਕੀ ਵਜਾਉਂਦਿਆਂ ਕਿਹਾ ਤੇ ਮੁੜ ਬੋਲਣ ਲੱਗਾ। ਭੁੱਖ ਤਾਂ ਉਹਨੂੰ ਵਾਧੂ ਲੱਗਦੀ ਸੀ। ਉਹਦੇ ਲੱਕ ਦਾ ਘੇਰਾ ਵੀ ਤੰਬੂ ਵਾਂਗ ਸੀ। ਉਹ ਇਹਦਾ ਕਾਰਨ ਆਪਣੇ ਮਿਹਦੇ ਦੇ ਵਧੇ ਹੋਣ ਦੀ ਬਿਮਾਰੀ ਨੂੰ ਦੱਸਦੀ ਸੀ। ਖੈਰ ਪਰਸੋਂ ਦੀ ਗੱਲ ਹੈ, ਅਸੀਂ ਆਪਣੇ ਬੱਚੇ ਵਾਲੇ ਕਮਰੇ 'ਚ ਕਰਾਉਣ ਤੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਅਸੀਂ ਦੌੜ ਕੇ ਉੱਥੇ ਗਏ ਤਾਂ ਵੇਖਿਆ ਉਹ ਫਰਸ਼ ਤੇ ਉਕੜ ਕੇ ਬੈਠੀ ਹੋਈ ਸੀ। ਉਹਨੇ ਦੋਹਾਂ ਹੱਥਾਂ ਨਾਲ ਆਪਣਾ ਪੇਟ ਫੜਿਆ ਹੋਇਆ ਸੀ ਤੇ ਗਾਂ ਵਾਂਗ ਹੂੰਗ ਰਹੀ ਸੀ। ਕੋਲ ਹੀ ਸਾਡਾ ਬੱਚਾ ਪੰਘੂੜੇ 'ਚ ਪਿਆ। ਉਹ ਬੌਂਦਲਿਆ ਹੋਇਆ ਗਲਾ ਫਾੜ ਫਾੜ ਕੇ ਰੋ ਰਿਹਾ ਸੀ। ਬਈ ਦੇਖਣ ਵਾਲਾ ਨਜ਼ਾਰਾ ਸੀ ਉਸ ਸਮੇਂ। ਮਤਲਬ ਕਿ ਬਿੱਲੀ ਝੋਲੇ 'ਚੋਂ ਬਾਹਰ ਨਿਕਲ ਹੀ ਆਈ। ਵਿੱਚੋਂ ਹੀ ਕਿਸੇ ਦੋਸਤ ਨੇ ਸਵਾਦ ਲੈਂਦਿਆਂ ਕਿਹਾ, ਇਹ ਦੋਸਤ ਵੀ ਤੋਸ਼ੀਕੋ ਦੇ ਪਤੀ ਵਾਂਗ ਫਿਲਮਾਂ 'ਚ ਕੰਮ ਕਰਨ ਵਾਲਾ ਐਕਟਰ ਸੀ। ਹਾਂ ਇਹ ਸਮਝੋ, ਬਿੱਲੀ ਝੋਲੇ 'ਚੋਂ ਬਾਹਰ। ਮੈਨੂੰ ਤਾਂ ਜ਼ਿੰਦਗੀ 'ਚ ਐਸਾ ਝਟਕਾ ਨਹੀਂ ਸੀ ਲੱਗਿਆ। ਮੈਂ ਤਾਂ ਮਿਹਦੇ ਦੇ ਵਧੇ ਹੋਣ ਵਾਲੀ ਗੱਲ ਨੂੰ ਸੱਤ ਬਚਨ ਕਰਕੇ ਮੰਨੀ ਬੈਠਾ ਸੀ। ਖੈਰ ਮੈਂ ਵਕਤ ਖਰਾਬ ਨਾ ਕੀਤਾ। ਮੈਂ ਆਪਣਾ ਕੀਮਤੀ ਗਲੀਚਾ ਫਰਸ਼ ਤੋਂ ਖਿੱਚ ਲਿਆ ਤੇ ਉਹਦੇ ਲਈ ਇੱਕ ਦਰੀ ਵਿਛਾ ਦਿੱਤੀ।
ਸਾਰਾ ਵਕਤ ਉਸ ਕੁੜੀ ਨੇ ਗਾਰੇ 'ਚ ਫਸੀ ਸੂਰਨੀ ਵਾਂਗ ਚੀਕ ਚਿਹਾੜਾ ਪਾਈ ਰੱਖਿਆ। ਜਦੋਂ ਤੱਕ ਡਾਕਟਰ ਪਹੁੰਚਿਆ ਉਦੋਂ ਤੱਕ ਤਾਂ ਜੰਮ ਵੀ ਚੁੱਕਾ ਸੀ, ਪਰ ਸਾਡੇ ਕਮਰੇ ਦੀ ਦੁਰਦਸ਼ਾ ਦੇਖਣ ਵਾਲੀ ਸੀ। ਹਾਂ, ਕਮਰੇ ਦੀ ਹਾਲਤ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ। ਉਹਨਾਂ ਵਿੱਚੋਂ ਹੀ ਕੋਈ ਹੋਰ ਬੋਲਿਆ ਤੇ ਫਿਰ ਸਾਰੇ ਜਣੇ ਉੱਚੀ ਉੱਚੀ ਹੱਸਣ ਲੱਗੇ। ਤੋਸ਼ੀਕੋ ਨੂੰ ਉਹਦੇ ਪਤੀ ਦੀਆਂ ਗੱਲਾਂ ਨੇ ਗੁੰਮਸੁੰਮ ਕਰ ਦਿੱਤਾ। ਇਸ ਦਰਦਨਾਕ ਹਾਦਸੇ ਨੂੰ ਉਹਦਾ ਪਤੀ ਮਹਿਜ ਦਿਲ ਪਰਚਾਵੇ ਦੀ ਘਟਨਾ ਬਣਾ ਕੇ ਪੇਸ਼ ਕਰ ਰਿਹਾ ਸੀ। ਤੋਸ਼ੀਕੋ ਦੀਆਂ ਅੱਖਾਂ ਇੱਕ ਪਲ ਲਈ ਬੰਦ ਹੋ ਗਈਆਂ। ਨਵਾਂ ਜੰਮਿਆ ਬੱਚਾ ਉਹਨੂੰ ਸਾਹਮਣੇ ਪਿਆ ਨਜ਼ਰ ਆਇਆ। ਫਰਸ਼ ਤੇ ਪਿਆ ਹੁਣੇ ਜਨਮਿਆ ਬਾਲ, ਉਹਦਾ ਨਿੱਕਾ ਬਦਨ ਖੂਨ ਦੇ ਧੱਬਿਆਂ ਵਾਲੇ ਅਖਬਾਰਾਂ ਵਿੱਚ ਲਿਪਟਿਆ ਹੋਇਆ। ਤੋਸ਼ੀਕੋ ਨੂੰ ਡਾਕਟਰ ਦਾ ਵਿਹਾਰ ਵੀ ਦਿਲ ਦਿਖਾਉਣ ਵਾਲਾ ਲੱਗਿਆ ਸੀ। ਸਾਫ਼ ਜ਼ਾਹਰ ਸੀ ਕਿ ਡਾਕਟਰ ਨੇ ਜੋ ਵੀ ਕੀਤਾ ਸੀ ਖੁੰਦਕ 'ਚ ਕੀਤਾ ਸੀ, ਜਿਵੇਂ ਡਾਕਟਰ ਨੂੰ ਬੱਚੇ ਦੀ ਮਾਂ ਨਾਲ ਘਿਰਨਾ ਹੋਵੇ ਜਿਹਨੇ ਨੀਚ ਹਾਲਤਾਂ ਵਿੱਚ ਇੱਕ ਹਰਾਮੀ ਬੱਚੇ ਨੂੰ ਜਨਮ ਦਿੱਤਾ। ਉਹਨੇ ਆਪਣੇ ਕੋਲ ਖੜੀ ਸਹਾਇਕ ਨੂੰ ਬੱਚਾ ਖੁੱਲ੍ਹੇ ਅਖਬਾਰਾਂ 'ਚ ਲਪੇਟਣ ਦਾ ਹੁਕਮ ਦਿੱਤਾ ਸੀ, ਨਾ ਕਿ ਨਵ ਜੰਮੇ ਬੱਚਿਆਂ ਨੂੰ ਲਪੇਟਣ ਵਾਲੇ ਵਿਸ਼ੇਸ਼ ਕੱਪੜਿਆਂ ਵਿੱਚ। ਨਵੇਂ ਜੰਮੇ ਬੱਚੇ ਨਾਲ ਇਸ ਤਰ੍ਹਾਂ ਦਾ ਪੱਥਰ ਚਿੱਤ ਵਿਵਹਾਰ ਹੁੰਦਿਆਂ ਵੇਖ ਕੇ ਤੋਸ਼ੀਕੋ ਦੇ ਮਨ ਨੂੰ ਗਹਿਰੀ ਠੇਸ ਪਹੁੰਚੀ ਸੀ। ਇਸ ਸਾਰੇ ਕੁਝ ਤੋਂ ਖਿੱਝ ਕੇ ਤੋਸ਼ੀਕੋ ਨੇ ਅਲਮਾਰੀ ਵਿੱਚੋਂ ਫਲਾ ਲੈਣ ਦਾ ਉੱਨੀ ਕੱਪੜਾ ਕੱਢ ਲਿਆਂਦਾ। ਇਸ ਬਿਲਕੁਲ ਨਵੇਂ ਕੱਪੜੇ ਨੂੰ ਫਾੜ ਕੇ ਉਹਨੇ ਬੱਚੇ ਨੂੰ ਇਸ ਵਿੱਚ ਲਪੇਟ ਲਿਆ, ਫਿਰ ਬੜੇ ਧਿਆਨ ਨਾਲ ਉਹਨੂੰ ਸੋਫੇ ਉੱਪਰ ਰੱਖ ਦਿੱਤਾ ਸੀ। ਬੱਚੇ ਦੇ ਜਨਮ ਸਮੇਂ ਤੋਸ਼ੀਕੋ ਦਾ ਪਤੀ ਕਮਰੇ 'ਚ ਨਹੀਂ ਸੀ, ਨਾ ਹੀ ਤੋਸ਼ੀਕੋ ਨੇ ਇਸ ਘਟਨਾ ਬਾਰੇ ਉਹਨੂੰ ਕੁਝ ਦੱਸਿਆ ਸੀ। ਉਹਨੂੰ ਡਰ ਸੀ ਕਿ ਇਹ ਗੱਲ ਸੁਣ ਕੇ ਉਹਦਾ ਪਤੀ ਉਹਨੂੰ ਲੋੜੋਂ ਵੱਧ ਜਜ਼ਬਾਤੀ ਤੇ ਕੋਮਲ ਸਮਝ ਲਏਗਾ, ਪਰ ਤਾਂ ਵੀ ਇਹ ਦ੍ਰਿਸ਼ ਉਹਦੇ ਦਿਲੋਂ ਦਿਮਾਗ ਵਿੱਚ ਡੂੰਘਾ ਉਤਰ ਗਿਆ। ਹੁਣ ਫੇਰ ਉਹ ਇਸ ਘਟਨਾ ਬਾਰੇ ਸੋਚਣ ਲੱਗ ਪਈ ਸੀ। ਸਾਹਮਣੇ ਨਾਈਟ ਕਲੱਬ ਦਾ ਸ਼ੋਕ ਸਾਜ਼ ਸੰਗੀਤ ਵੱਜ ਰਿਹਾ ਸੀ। ਜਾਜ਼ ਸੰਗੀਤ ਵੱਜ ਰਿਹਾ ਸੀ। ਉਹਦਾ ਪਤੀ ਬੜੇ ਜੋਸ਼ ਨਾਲ ਆਪਣੇ ਦੋਸਤਾਂ ਨਾਲ ਗੱਲਾਂ ਮਾਰ ਰਿਹਾ ਸੀ। ਉਹਨੂੰ ਪਤਾ ਸੀ ਕਿ ਉਹ ਬੱਚੇ ਦੇ ਜਨਮ ਸਮੇਂ ਦਾ ਦ੍ਰਿਸ਼ ਕਦੇ ਨਹੀਂ ਭੁੱਲ ਸਕੇਗੀ। ਖੂਨ ਦੇ ਧੱਬਿਆਂ ਵਾਲੇ ਅਖਬਾਰਾਂ 'ਚ ਲਪੇਟਿਆ ਹੇਠਾਂ ਫਰਸ਼ ਤੇ ਪਿਆ ਬੱਚਾ, ਇਹ ਦ੍ਰਿਸ਼ ਅਸਲ 'ਚ ਕਿਸੇ ਕਸਾਈ ਦੀ ਦੁਕਾਨ ਦਾ ਲੱਗਦਾ ਸੀ। ਤੋਸ਼ੀਕੋ ਦੀ ਆਪਣੀ ਜ਼ਿੰਦਗੀ ਬੜੇ ਐਸ਼ੋ ਆਰਾਮ 'ਚ ਬੀਤੀ ਸੀ, ਪਰ ਉਹਨੇ ਇਸ ਨਜਾਇਜ਼ ਬੱਚੇ ਦੀ ਬਦਨਸੀਬੀ ਨੂੰ ਬਹੁਤ ਤੀਖਣਤਾ ਨਾਲ ਮਹਿਸੂਸ ਕੀਤਾ ਸੀ। ਸਿਰ ਮੈਂ ਹੀ ਉਸ ਬੱਚੇ ਦੀ ਸ਼ਰਮਿੰਦਗੀ ਨੂੰ ਵੇਖਿਆ ਹੈ, ਉਹ ਸੋਚ ਰਹੀ ਸੀ। ਮਾਂ ਨੇ ਅਖਬਾਰਾਂ 'ਚ ਲਪੇਟੇ ਹੇਠਾਂ ਫਰਸ਼ ਤੇ ਪਏ ਆਪਣੇ ਬੱਚੇ ਨੂੰ ਨਹੀਂ ਵੇਖਿਆ ਸੀ, ਨਾ ਹੀ ਬੱਚਾ ਖੁਦ ਆਪਣੀ ਇਸ ਹਾਲਤ ਬਾਰੇ ਚੇਤਨ ਸੀ। ਇਹ ਦਰਦਨਾਕ ਦ੍ਰਿਸ਼ ਸਿਰਫ ਮੈਨੂੰ ਹੀ ਆਪਣੀ ਯਾਦਦਾਸ਼ਤ ਅੰਦਰ ਹੰਢਾਉਣਾ ਪਏਗਾ। ਬੱਚਾ ਵੱਡਾ ਹੋ ਜਾਏਗਾ ਤੇ ਆਪਣੇ ਜਨਮ ਬਾਰੇ ਜਾਣਨਾ ਚਾਹੇਗਾ, ਪਰ ਜੇ ਮੈਂ ਚੁੱਪ ਰਹੀ ਤਾਂ ਉਹਨੂੰ ਦੱਸਣ ਵਾਲਾ ਕੋਈ ਨਹੀਂ ਹੋਏਗਾ। ਕਿੰਨੀ ਅਜੀਬ ਗੱਲ ਹੈ ਕਿ ਮੈਨੂੰ ਇਹ ਅਪਰਾਧ ਭਾਵਨਾ ਹਮੇਸ਼ਾ ਹੰਢਾਉਣੀ ਪਏਗੀ। ਮੈਂ ਹੀ ਤਾਂ ਸਾਂ ਜਿਸ ਨੇ ਉਹਨੂੰ ਫਰਸ਼ ਤੋਂ ਚੁੱਕਿਆ ਸੀ, ਫਿਰ ਤਰੀਕੇ ਨਾਲ ਕੱਪੜੇ 'ਚ ਲਪੇਟ ਕੇ ਸੋਫੇ ਉੱਪਰ ਸਵਾ ਦਿੱਤਾ ਸੀ। ਕੁਝ ਦੇਰ ਬਾਅਦ ਉਹ ਇਸ ਨਾਈਟ ਕਲੱਬ 'ਚੋਂ ਬਾਹਰ ਆ ਗਏ। ਉਹਦੇ ਪਤੀ ਨੇ ਉਸ ਲਈ ਟੈਕਸੀ ਬੁਲਾਈ ਤੇ ਤੋਸ਼ੀਕੋ ਨੂੰ ਟੈਕਸੀ 'ਚ ਬਿਠਾ ਦਿੱਤਾ। ਇਹਨੂੰ ਉਸ਼ੀ ਗੁੰਮ ਛੱਡ ਦੇਵੀਂ, ਉਹਦੇ ਪਤੀ ਨੇ ਡਰਾਈਵਰ ਨੂੰ ਕਿਹਾ ਤੇ ਬਾਹਰੋਂ ਟੈਕਸੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਤੋਸ਼ੀਕੋ ਨੇ ਖਿੜਕੀ ਵਿੱਚੋਂ ਆਪਣੇ ਪਤੀ ਦੇ ਮੁਸਕਰਾਉਂਦੇ ਹੋਏ ਚਿਹਰੇ ਵੱਲ ਵੇਖਿਆ ਤਾਂ ਅਚਾਨਕ ਉਹਦਾ ਧਿਆਨ ਆਪਣੇ ਪਤੀ ਦੇ ਮਜ਼ਬੂਤ ਤੇ ਸਫੈਦ ਦੰਦਾਂ ਵੱਲ ਚਲਾ ਗਿਆ। ਫਿਰ ਉਹਨੇ ਪਿੱਛੇ ਹੋ ਕੇ ਸੀਟ ਨਾਲ ਢਾਸਣਾ ਲਾ ਲਿਆ। ਉਹਦਾ ਮਨ ਇਸ ਵਿਚਾਰ ਨਾਲ ਬੋਝਲ ਹੋ ਉੱਠਿਆ ਕਿ ਉਹਨਾਂ ਦੋਹਾਂ ਦੀ ਜ਼ਿੰਦਗੀ ਕਿੰਨੀ ਆਮ ਜਿਹੀ ਸੌਖੀ ਤੇ ਪੀੜ ਰਹਿਤ ਹੈ। ਉਸ ਸਮੇਂ ਆਪਣੇ ਵਿਚਾਰਾਂ ਨੂੰ ਸ਼ਬਦ ਦੇ ਸਕਣਾ ਉਸ ਲਈ ਅਸੰਭਵ ਸੀ। ਪਿਛਲੀ ਖਿੜਕੀ ਰਾਹੀਂ ਉਹਨੇ ਆਪਣੇ ਪਤੀ ਵੱਲ ਆਖਰੀ ਵਾਰ ਵੇਖਿਆ। ਸੜਕ ਕਿਨਾਰੇ ਉਹ ਤੇਜ਼ ਕਦਮੀ ਆਪਣੀ ਵੱਡੀ ਕਾਰ ਵੱਲ ਵਧ ਰਿਹਾ ਸੀ। ਫਿਰ ਉਹ ਆਪਣੇ ਚਮਕੀਲੇ ਉੱਨੀ ਕੋਟ ਸਮੇਤ ਭੀੜ 'ਚ ਗੁੰਮ ਹੋ ਗਿਆ। ਟੈਕਸੀ 12 ਨਾਲ ਭਰੀ ਗਲੀ 'ਚ ਗੁਜ਼ਰੀ, ਫਿਰ ਇੱਕ ਸਿਨੇਮਾ ਹਾਲ ਦੇ ਸਾਹਮਣੇ ਤੋਂ ਗੁਜ਼ਰੀ ਜਿਹਦੀਆਂ ਪਟੜੀਆਂ ਉੱਪਰ ਬਹੁਤ ਸਾਰੇ ਲੋਕ ਧੱਕਮ ਧੱਕਾ ਹੋ ਰਹੇ ਸਨ। ਸ਼ੋਅ ਹੁਣੇ ਖਤਮ ਹੋਇਆ ਲੱਗਦਾ ਸੀ, ਪਰ ਹਾਲ ਦੇ ਬਾਹਰ ਦੀਆਂ ਲੜੀਆਂ ਲਟਕਾਈਆਂ ਹੋਈਆਂ ਸਨ ਜੋ ਹਲਕੇ ਹਨੇਰੇ 'ਚ ਮਾਹੌਲ ਨੂੰ ਹੋਰ ਵੀ ਨਿਰਾਸ਼ਾਜਨਕ ਬਣਾ ਰਹੀਆਂ ਸਨ। ਜੇ ਬੱਚਾ ਆਪਣੇ ਜਨਮ ਸਮੇਂ ਦੀਆਂ ਹਾਲਤਾਂ ਤੋਂ ਅਣਜਾਣ ਵੀ ਰਿਹਾ ਤਾਂ ਵੱਡਾ ਹੋ ਕੇ ਇੱਜ਼ਤਦਾਰ ਆਦਮੀ ਨਹੀਂ ਬਣ ਸਕੇਗਾ। ਤੋਸ਼ੀਕੋ ਹਾਲੇ ਵੀ ਇਹਨਾਂ ਸੋਚਾਂ ਦੀ ਗੱਡੀ ਚੜ੍ਹੀ ਹੋਈ ਸੀ। ਉਹ ਦਾਗੀ ਅਖਬਾਰਾਂ ਦੇ ਲਿਪਟਣ ਉਹਦੀ ਸਮੁੱਚੀ ਜ਼ਿੰਦਗੀ ਦਾ ਪ੍ਰਤੀਕ ਬਚ ਜਾਣਗੇ, ਪਰ ਮੈਨੂੰ ਕੀ ਲੋੜ ਹੈ ਉਹਦੀ ਚਿੰਤਾ ਕਰੀ ਜਾਣ ਦੀ? ਕੀ ਇਹ ਚਿੰਤਾ ਇਸ ਕਰਕੇ ਤਾਂ ਨਹੀਂ ਕਿ ਮੈਂ ਆਪਣੇ ਬੱਚੇ ਦੇ ਭਵਿੱਖ ਬਾਰੇ ਬੇਚੈਨ ਹਾਂ?
ਅੱਜ ਤੋਂ 20 ਸਾਲ ਬਾਅਦ ਜਦੋਂ ਸਾਡਾ ਮੁੰਡਾ ਇੱਕ ਪੜ੍ਹਿਆ ਲਿਖਿਆ ਤੇ ਸੱਭਿਆ ਵਿਅਕਤੀ ਬਣ ਜਾਏਗਾ, ਉਸ ਸਮੇਂ ਅਚਾਨਕ ਕਿਸਮਤ ਦੇ ਗੇੜ ਨਾਲ ਜੇ ਉਹ ਇਸ ਮੁੰਡੇ ਨੂੰ ਮਿਲ ਗਿਆ ਤਾਂ ਕੀ ਹੋਏਗਾ? ਸੁਭਾਵਕ ਹੈ, ਨਜਾਇਜ਼ ਮੁੰਡਾ ਤਾਂ ਉਸ ਸਮੇਂ ਤੱਕ ਇੱਕ ਮੁਜਰਮ ਬਣ ਚੁੱਕਾ ਹੋਏਗਾ। ਜੋ ਇਸ ਮੁਜਰਮ ਨੇ ਵਹਿਸ਼ੀਪਣੇ ਵਿੱਚ ਸਾਡੇ ਮੁੰਡੇ ਦੇ ਚਾਕੂ ਮਾਰ ਦਿੱਤਾ। ਇਹ ਅਪ੍ਰੈਲ ਮਹੀਨੇ ਦੀ ਇੱਕ ਨਿੱਘੀ ਤੇ ਬਦਲਦੀ ਰਾਤ ਸੀ, ਪਰ ਭਵਿੱਖ ਦੀਆਂ ਸੋਚਾਂ 'ਚ ਡੁੱਬੀ ਤੋਸ਼ੀਕੋ ਨੇ ਆਪਣੇ ਆਪ ਨੂੰ ਠੰਡੀ ਤੇ ਤਰਸਯੋਗ ਮਹਿਸੂਸ ਕੀਤਾ। ਕਾਰ ਦੀ ਪਿਛਲੀ ਸੀਟ ਤੇ ਬੈਠੀ ਤੋਸ਼ੀਕੋ ਨੂੰ ਕੰਬਾ ਜਿਹਾ ਮਹਿਸੂਸ ਹੋਇਆ। ਨਹੀਂ, ਜਦੋਂ ਅਜਿਹਾ ਵਕਤ ਆਇਆ ਤਾਂ ਮੈਂ ਆਪਣੇ ਪੁੱਤਰ ਦੀ ਥਾਂ ਲੈ ਲਵਾਂਗੀ। ਅਚਾਨਕ ਉਹਨੇ ਆਪਣੇ ਆਪ ਨੂੰ ਮੁਖਾਤਿਬ ਹੁੰਦਿਆਂ ਕਿਹਾ, ਅੱਜ ਤੋਂ 20 ਸਾਲ ਬਾਅਦ ਮੇਰੀ ਉਮਰ 43 ਸਾਲ ਹੋਏਗੀ। ਮੈਂ ਸਿੱਧੀ ਉਸ ਜਵਾਨ ਹੋ ਚੁੱਕੇ ਮੁੰਡੇ ਕੋਲ ਚਲੀ ਜਾਵਾਂਗੀ ਤੇ ਉਹਨੂੰ ਸਾਫ਼ ਦੱਸ ਦੇਵਾਂਗੀ ਕਿ ਕਿਵੇਂ ਉਹ ਅਖਬਾਰਾਂ 'ਚ ਲਪੇਟਿਆ ਗਿਆ ਸੀ ਤੇ ਕਿਵੇਂ ਤੋਸ਼ੀਕੋ ਨੇ ਉਹਨੂੰ 19 ਕੱਪੜਿਆਂ 'ਚ ਲਪੇਟ ਲਿਆ ਸੀ। ਟੈਕਸੀ ਖੁੱਲੀ ਤੇ ਹਨੇਰੀ ਸੜਕ ਤੇ ਦੌੜ ਰਹੀ ਸੀ। ਸੜਕ ਤੇ ਨਾਲੋਂ ਨਾਲ ਇੱਕ ਪਾਸੇ ਪਾਰਕ ਬਣਿਆ ਹੋਇਆ ਸੀ। ਪਾਰਕ ਦੇ ਜੁੜਵੇਂ ਪਾਸੇ ਸ਼ਾਹੀ ਮਹਿਲ ਦੇ ਚੌਗਿਰਦੇ ਵਾਲੀ ਖਾਈ ਖੁਦੀ ਹੋਈ ਸੀ। ਦੂਰ ਬਣੀਆਂ ਉੱਚੀਆਂ ਇਮਾਰਤਾਂ ਤੇ ਰੌਸ਼ਨੀਆਂ ਦੀ ਜਗਮਗ ਨਜ਼ਰ ਆ ਰਹੀ ਸੀ। ਅੱਜ ਤੋਂ 20 ਸਾਲ ਬਾਅਦ ਤਾਂ ਇਹ ਨਜਾਇਜ਼ ਬੱਚਾ ਬੜੀ ਤਰਸਯੋਗ ਹਾਲਤ 'ਚ ਹੋਏਗਾ। ਉਹਦੀ ਹੋਂਦ ਇੱਕ ਇਕੱਲੇ ਚੂਹੇ ਵਰਗੀ ਹੋਏਗੀ, ਨਿਰਾਸ਼ਾਜਨਕ, ਬੇਹੱਦ ਉਦਾਸ ਤੇ ਗਰੀਬੀ 'ਚ ਜਕੜੀ ਹੋਈ। ਜਿਸ ਬੱਚੇ ਦਾ ਜਨਮ ਇਸ ਤਰ੍ਹਾਂ ਦਾ ਹੋਵੇ, ਉਹ ਇਸ ਤੋਂ ਵੱਧ ਹੋਰ ਕੀ ਆਸ ਕਰ ਸਕਦਾ ਹੈ? ਉਹ ਇਕੱਲਾ ਗਲੀਆਂ 'ਚ ਭਟਕੇਗਾ, ਕਦੇ ਆਪਣੇ ਆਪ ਨੂੰ ਗਾਲਾਂ ਕੱਢੇਗਾ, ਕਦੇ ਆਪਣੀ ਮਾਂ ਨੂੰ ਕੋਸੇਗਾ। ਤੋਸ਼ੀਕੋ ਆਪਣੇ ਆਪ ਨੂੰ ਇਹਨਾਂ ਗਮਗੀਨ ਸੋਚਾਂ ਨਾਲ ਲਗਾਤਾਰ ਤਸੀਹੇ ਦੇ ਰਹੀ ਸੀ। ਬਿਨਾਂ ਸ਼ੱਕ ਇਹਨਾਂ ਪਬਲਿਕ ਤਸੀਹਾਂ ਤੋਂ ਉਹਨੂੰ ਇੱਕ ਸੰਤੁਸ਼ਟੀ ਜਿਹੀ ਮਿਲ ਰਹੀ ਸੀ। ਬ੍ਰਿਟਿਸ਼ ਅੰਬੈਸੀ ਨੂੰ ਲੰਘ ਕੇ ਟੈਕਸੀ ਹਾਨਜੋਮੂਨ ਵੱਲ ਵੱਧ ਰਹੀ ਸੀ। ਬਿਲਕੁਲ ਇਸ ਮੌਕੇ ਤੇ ਉਹ ਥਾਂ ਆ ਗਈ ਜੋ ਆਪਣੇ ਸਾਕੂਰਾ ਦੇ ਫੁੱਲਾਂ ਵਾਲੇ ਦਰਖਤਾਂ ਕਰਕੇ ਮਸ਼ਹੂਰ ਸੀ। ਅਚਾਨਕ ਤੋਸ਼ੀਕੋ ਦੇ ਸਾਹਮਣੇ ਸਾਕੂਰਾ ਦੇ ਫੁੱਲਾਂ ਨਾਲ ਭਰੇ ਦਰਖਤਾਂ ਦਾ ਨਜ਼ਾਰਾ ਫੈਲ ਗਿਆ। ਇੱਕ ਪਲ ਵਿੱਚ ਉਹਨੇ ਫੈਸਲਾ ਕਰ ਲਿਆ ਕਿ ਉਹ ਹਨੇਰੀ ਰਾਤ ਵਿੱਚ ਫੁੱਲਾਂ ਦੀ ਖੂਬਸੂਰਤੀ ਨੂੰ ਮਾਣਨ ਲਈ ਜਾਏਗੀ। ਉਂਝ ਉਸ ਵਰਗੀ ਸਾਹਸਹੀਣ ਤੇ ਸ਼ਰਮਾਕਲ ਜਿਹੀ ਜਵਾਨ ਔਰਤ ਲਈ ਇਸ ਤਰ੍ਹਾਂ ਦਾ ਫੈਸਲਾ ਕਰਨਾ ਇੱਕ ਅਜੀਬ ਗੱਲ ਸੀ, ਪਰ ਉਸ ਸਮੇਂ ਉਹਦੀ ਮਾਨਸਿਕ ਹਾਲਤ ਹੀ ਅਜੀਬ ਸੀ ਤੇ ਵੱਡੀ ਗੱਲ ਤਾਂ ਇਹ ਸੀ ਕਿ ਉਸ ਸਮੇਂ ਘਰ ਮੁੜਨ ਤੋਂ ਘਬਰਾ ਰਹੀ। ਸਾਕੂਰਾ ਜਾਪਾਨੀ ਚੈਰੀ ਫਲ ਜੋ ਸਾਲ ਵਿੱਚ ਸਿਰਫ ਇੱਕ ਹਫ਼ਤੇ ਖਿੜਦਾ ਹੈ, ਆਪਣੀ ਸੁੰਦਰਤਾ ਤੇ ਬਹੁਤ ਹੀ ਛੋਟੀ ਉਮਰ ਹੋਣ ਕਰਕੇ ਜਾਪਾਨੀ ਸੋਚ ਸੰਵੇਦਨਾ ਦਾ ਪ੍ਰਤੀਕ ਹੈ, ਜਿਸ ਅਨੁਸਾਰ ਕੁਦਰਤ ਦੇ ਜੀਵਨ ਵਿੱਚ ਜੋ ਕੁਝ ਵੀ ਖੂਬਸੂਰਤ ਹੈ ਉਹ ਛਿਣ ਭੰਗਰ ਹੈ। ਅੱਜ ਸ਼ਾਮ ਉਹਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਿੱਤਰ ਵਿਚਾਰ ਤੇ ਖਬਤ ਜਿਹੇ ਉੱਭਰ ਰਹੇ ਸਨ। ਉਹਨੇ ਟੈਕਸੀ ਰੁਕਵਾਈ ਤੇ ਚੌੜੀ ਸੜਕ ਪਾਰ ਕਰ ਗਈ। ਹਨੇਰੇ 'ਚ ਉਹਦੀ ਪਤਲੀ ਦੇਹ ਹੋਰ ਵੀ ਇਕੱਲੀ ਲੱਗ ਰਹੀ ਸੀ। ਆਮ ਕਰਕੇ ਤੋਸ਼ੀਕੋ ਟ੍ਰੈਫਿਕ ਲੰਘਣ ਸਮੇਂ ਘਬਰਾਏ ਆਪਣੇ ਪਤੀ ਨਾਲ ਲੱਗ ਜਾਂਦੀ ਸੀ, ਪਰ ਅੱਜ ਉਹ ਇਕੱਲੀ ਬੇਖੌਫ ਕਾਰਾਂ ਵਿੱਚੋਂ ਲੰਘਦੀ ਹੋਈ 1 ਮਿੰਟ ਵਿੱਚ ਹੀ ਸੜਕ ਦੇ ਨਾਲ-ਨਾਲ ਦੂਰ ਤੱਕ ਫੈਲੇ ਪਾਰਕ ਤੱਕ ਪਹੁੰਚ ਗਈ। ਕਿਨਾਰੇ ਤੇ ਸ਼ਾਹੀ ਮਹਿਲ ਦੇ ਦੁਆਲੇ ਪੁੱਟੀ ਲੰਬੀ ਖਾਈ ਨਜ਼ਰ ਆ ਰਹੀ ਸੀ, ਜਿਹਦਾ ਨਾਮ ਚਿਦੋਈ ਗਾਫੁਲੀ ਹੈ, ਭਾਵ ਹਜ਼ਾਰਾਂ ਪੰਛੀਆਂ ਵਾਲੀ ਡੂੰਘੀ ਖੱਡ। ਪਾਰਕ ਵਿੱਚ ਦੂਰ ਤੱਕ ਸਾਕੂਰਾ ਦੇ ਫੁੱਲਾਂ ਵਾਲੇ ਰੁੱਖਾਂ ਦੇ ਝੁੰਡ ਫੈਲੇ ਹੋਏ ਸਨ। ਸ਼ਾਂਤ ਦੇ ਬੱਦਲਾਂ ਭਰੇ ਅਸਮਾਨ ਹੇਠਾਂ ਫੁੱਲਾਂ ਦੀ ਚਿੱਟੀ ਚਾਦਰ ਦੂਰ ਤੱਕ ਫੈਲੀ ਨਜ਼ਰ ਆ ਰਹੀ ਸੀ। ਦਰਖਤਾਂ ਦੇ ਵਿਚਕਾਰ ਤਾਰਾਂ ਤੇ ਲਟਕਦੀਆਂ ਕਾਗਜ਼ਾਂ ਦੀਆਂ ਲਾਲਟਣਾਂ ਬੁਝਾ ਦਿੱਤੀਆਂ ਸਨ ਅਤੇ ਇਹਨਾਂ ਦੀ ਥਾਂ ਬਿਜਲੀ ਦੇ ਲਾਲ, ਪੀਲੇ ਤੇ ਹਰੇ ਬੱਲਬ ਜਗਾ ਦਿੱਤੇ ਸਨ। ਵਕਤ 10 ਵਜੇ ਤੋਂ ਉੱਪਰ ਦਾ ਹੋਏਗਾ। ਬਹੁਤ ਲੋਕ ਤਾਂ ਘਰਾਂ ਨੂੰ ਪਰਤ ਚੁੱਕੇ ਸਨ। ਕਦੇ-ਕਦੇ ਪਾਰਕ ਵਿੱਚੋਂ ਕੋਈ ਰਾਹਗੀਰ ਗੁਜ਼ਰਦਾ ਤਾਂ ਉਹਦੇ ਪੈਰਾਂ ਨਾਲ ਖਾਲੀ ਬੋਤਲਾਂ ਵੱਜਦੀਆਂ ਜਾਂ ਫਿਰ ਕਾਗਜ਼ਾਂ ਦੇ ਟੁਕੜੇ ਪੈਰਾਂ ਹੇਠ ਮਿੱਧੇ ਜਾਂਦੇ। ਅਖਬਾਰ ਤੋਸ਼ੀਕੋ ਦੇ ਵਿਚਾਰ ਇੱਕ ਵਾਰ ਫਿਰ ਉਹਨਾਂ ਘਟਨਾਵਾਂ ਨਾਲ ਪਰਤ ਪਏ। ਖੂਨ ਦੇ ਧੱਬਿਆਂ ਵਾਲੇ ਅਖਬਾਰ। ਜੇ ਕਿਸੇ ਆਦਮੀ ਨੂੰ ਪਤਾ ਲੱਗ ਜਾਏ ਕਿ ਕੋਈ ਬੱਚਾ ਇੰਨੀਆਂ ਤਰਸਯੋਗ ਹਾਲਤਾਂ 'ਚ ਜੰਮਿਆ ਸੀ ਤੇ ਫਿਰ ਇਹ ਵੀ ਪਤਾ ਲੱਗ ਜਾਏ ਕਿ ਉਹ ਬੱਚਾ ਹੋਰ ਕੋਈ ਨਹੀਂ ਸਗੋਂ ਆਪ ਸੀ, ਤਾਂ ਉਸ ਆਦਮੀ ਦੀ ਤਾਂ ਸਾਰੀ ਜ਼ਿੰਦਗੀ ਤਬਾਹ ਹੋ ਜਾਏਗੀ। ਅੱਜ ਤੋਂ ਬਾਅਦ ਇਹ ਰਹੱਸ ਹਮੇਸ਼ਾ ਮੈਨੂੰ ਆਪਣੇ ਨਾਲ ਰੱਖਣਾ ਪਏਗਾ। ਬੰਦੇ ਦੀ ਹੋਂਦ ਦਾ ਰਹੱਸ, ਮੈਨੂੰ ਜੋ ਇਸ ਘਟਨਾ 'ਚ ਪੂਰੀ ਤਰ੍ਹਾਂ ਅਜਨਬੀ ਹਾਂ। ਇਹਨਾਂ ਸੋਚਾਂ 'ਚ ਡੁੱਬੀ ਤੋਸ਼ੀਕੋ ਪਾਰਕ 'ਚ ਤੁਰੀ ਜਾ ਰਹੀ ਸੀ। ਉੱਥੇ ਰਹਿ ਗਏ ਲੋਕਾਂ ਵਿੱਚੋਂ ਬਹੁਤੇ ਚੁੱਪ-ਚੁਪੀਤੇ ਬੈਠੇ ਪ੍ਰੇਮੀ ਜੋੜੇ ਸਨ। ਕਿਸੇ ਨੇ ਉਹਦੇ ਵੱਲ ਧਿਆਨ ਨਾ ਦਿੱਤਾ। ਉਹਦੀ ਨਜ਼ਰ ਖਾਈ ਵਾਲੇ ਪਾਸੇ ਪੱਥਰ ਦੇ ਬਣੇ ਇੱਕ ਬੈਂਚ ਉੱਪਰ ਬੈਠੇ 2 ਜਣਿਆਂ ਵੱਲ ਚਲੀ ਗਈ।
ਉਹਨਾਂ ਦੇ ਮੂੰਹ ਫੁੱਲਾਂ ਦੇ ਦਰਖਤਾਂ ਵੱਲ ਨਹੀਂ ਸਨ, ਸਗੋਂ ਇਹ ਚੁੱਪਚਾਪ ਖਾਈ 'ਚ ਵਹਿੰਦੇ ਪਾਣੀ ਨੂੰ ਨਿਹਾਰ ਰਹੇ ਹਨ। ਖਾਈ ਵਾਲੇ ਪਾਸੇ ਘੁੱਪ ਹਨੇਰਾ ਪਸਰਿਆ ਹੋਇਆ ਸੀ। ਖਾਈ ਤੋਂ ਪਰਲੇ ਪਾਸੇ ਸ਼ਾਹੀ ਮਹਿਲਾਂ ਦੇ ਧੁੰਦਲੇ ਬਗੀਚੇ ਸਨ। ਇਸ ਤੋਂ ਅੱਗੇ ਕੁਝ ਨਜ਼ਰ ਨਹੀਂ ਸੀ ਆਉਂਦਾ। ਦਰਖਤ ਅਸਮਾਨ 'ਚ ਘਣੇ ਹਨੇਰਿਆਂ ਦੇ ਧੱਬਿਆਂ ਵਾਂਗ ਲੱਗ ਰਹੇ ਸਨ। ਤੋਸ਼ੀਕੋ ਫੁੱਲਾਂ ਦੇ ਦਰਖਤਾਂ ਹੇਠ ਬਣੀ ਪਗਡੰਡੀ ਉੱਪਰ ਕਦਮ ਤੁਰੀ ਜਾ ਰਹੀ ਸੀ। ਹੋਰਾਂ ਤੋਂ ਵੱਖ ਕਰਕੇ ਬਣੇ ਪੱਥਰ ਦੇ ਇੱਕ ਬੈਂਚ ਉੱਪਰ ਉਹਨੂੰ ਇੱਕ ਪੀਲੀ ਜਿਹੀ ਚੀਜ਼ ਪਈ ਨਜ਼ਰ ਆਈ। ਉਹਨੇ ਸੋਚਿਆ ਇਹ ਸਾਕੂਰਾ ਦੇ ਫੁੱਲਾਂ ਦੀ ਢੇਰੀ ਹੋਏਗੀ। ਫਿਰ ਉਹਨੂੰ ਲੱਗਿਆ ਸ਼ਾਇਦ ਕੋਈ ਆਪਣੀ ਦਰੀ ਜਾਂ ਚਾਦਰ ਭੁੱਲ ਗਿਆ ਹੋਏਗਾ। ਪਰ ਜਦੋਂ ਨੇੜੇ ਆ ਗਈ ਤਾਂ ਉਹਨੂੰ ਨਜ਼ਰ ਆਇਆ ਕਿ ਇਹ ਕੋਈ ਮਨੁੱਖੀ ਆਕਾਰ ਸੀ ਜੋ ਬੈਂਚ 'ਤੇ ਲੇਟੇ ਹੋਏ ਕਿਸੇ ਬੰਦੇ ਦਾ ਸੀ। ਉਹਨੇ ਸੋਚਿਆ ਇਹ ਵੀ ਇਹਨਾਂ ਤਰਸਯੋਗ ਬੇਘਰਿਆਂ ਵਿੱਚੋਂ ਇੱਕ ਹੋਏਗਾ ਜੋ ਅਕਸਰ ਫੁੱਟਪਾਥਾਂ, ਪਾਰਕਾਂ ਜਾਂ ਸਟੇਸ਼ਨ ਵੈਗਨਾਂ 'ਤੇ ਸੁੱਤੇ ਨਜ਼ਰ ਆਉਂਦੇ ਹਨ। ਉਹ ਸ਼ਾਇਦ ਬੈਂਚ ਉੱਪਰ ਲੇਟੇ ਇਸ ਬੰਦੇ ਵੱਲ ਬਹੁਤਾ ਧਿਆਨ ਨਾ ਦਿੰਦੀ, ਪਰ ਬੰਦੇ ਨੇ ਆਪਣਾ ਸਰੀਰ ਅਖਬਾਰਾਂ ਨਾਲ ਢੱਕ ਰੱਖਿਆ ਸੀ। ਇਹਨਾਂ ਅਖਬਾਰਾਂ ਦੇ ਚਿੱਟੇ ਰੰਗ ਨੇ ਅਸਲ 'ਚ ਉਹਦਾ ਧਿਆਨ ਖਿੱਚਿਆ ਸੀ। ਬੈਂਚ ਕੋਲ ਖੜੋਤੀ ਉਸ ਸੁੱਤੇ ਮਨੁੱਖ ਆਕਾਰ ਨੂੰ ਗੌਰ ਨਾਲ ਵੇਖਣ ਲੱਗੇ। ਇੱਕ ਭੂਰੇ ਰੰਗ ਦੀ ਜਰਸੀ ਪਾਈ ਲੰਮਾ ਪਿਆ ਬੰਦਾ ਸੀ, ਜਿਹਨੇ ਹੇਠਾਂ ਵੀ ਅਖਬਾਰ ਵਿਛਾ ਰੱਖੇ ਸਨ ਤੇ ਆਪਣੇ ਸਰੀਰ ਨੂੰ ਵੀ ਅਖਬਾਰਾਂ ਨਾਲ ਢੱਕਿਆ ਹੋਇਆ ਸੀ। ਬਸੰਤ ਆ ਰਹੀ ਸੀ। ਬਿਨਾਂ ਸ਼ੱਕ ਹੁਣ ਇਸ ਬੰਦੇ ਨੇ ਪਾਰਕ ਦੇ ਇਸ ਬੈਂਚ ਨੂੰ ਆਪਣੀਆਂ ਰਾਤਾਂ ਦਾ ਪੱਕਾ ਟਿਕਾਣਾ ਬਣਾ ਲਿਆ ਹੋਵੇਗਾ। ਤੋਸ਼ੀਕੋ ਉਹਦੇ ਅਣਵਾਏ ਗੰਦੇ ਵਾਲਾਂ ਨੂੰ ਦੇਖ ਰਹੀ ਸੀ। ਵਾਲ ਕਿਤੋਂ ਉਲਝ ਕੇ ਜਟਾਂ ਵਾਂਗ ਹੋ ਗਏ ਸਨ। ਜਦੋਂ ਉਹਨੇ ਅਖਬਾਰਾਂ 'ਚ ਲਿਪਟੇ ਇਸ ਸੁੱਤੇ ਆਕਾਰ ਨੂੰ ਵੇਖਿਆ ਤਾਂ ਉਹਨੂੰ ਅਚਾਨਕ ਉਹ ਬੱਚਾ ਯਾਦ ਆ ਗਿਆ ਜੋ ਮੈਲੇ ਅਖਬਾਰਾਂ 'ਚ ਲਿਪਟਿਆ ਫਰਸ਼ 'ਤੇ ਪਿਆ ਸੀ। ਇਸ ਬੰਦੇ ਦੀ ਇੱਕ ਜਰਸੀ ਦੀ ਬਾਂਹ ਸਰਕ ਕੇ ਹੇਠਾਂ ਵੱਲ ਲਟਕ ਗਈ ਤੇ ਹਨੇਰੇ 'ਚ ਉਹਦੇ ਸਾਹਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਤੋਸ਼ੀਕੋ ਨੂੰ ਲੱਗਿਆ ਜਿਵੇਂ ਉਹਦੇ ਕਲਪਿਤ ਡਰ ਤੇ ਪੂਰਵ ਅਨੁਮਾਨ ਅਚਾਨਕ ਸੱਚ ਦਾ ਜਾਮਾ ਪਹਿਨ ਕੇ ਸਾਹਮਣੇ ਆ ਗਏ ਹੋਣ। ਹਨੇਰੇ ਵਿੱਚ ਉਸ ਬੰਦੇ ਦਾ ਮੱਥਾ ਉਭਰਿਆ ਹੋਇਆ ਨਜ਼ਰ ਆ ਰਿਹਾ ਸੀ। ਇਹ ਉਹ ਜਵਾਨ ਬੰਦੇ ਦਾ ਮੱਥਾ ਸੀ ਜਿਹਨੂੰ ਲੰਬੀ ਗਰੀਬੀ ਤੇ ਸਖਤ ਵਕਤਾਂ ਨੇ ਘੜਿਆ ਹੋਵੇ। ਉਹਦੀ ਖਾਕੀ ਪੈਂਟ ਦੀਆਂ ਟੰਗਾਂ ਉੱਪਰ ਨੂੰ ਸਰਕ ਗਈਆਂ ਸਨ। ਬਿਨਾਂ ਜੁਰਾਬਾਂ ਦੇ ਪੈਰਾਂ ਵਿੱਚ ਉਹਨੇ ਘਸੇ ਜਿਹੇ ਫਲੀਟ ਅੜਾਏ ਹੋਏ ਸਨ। ਉਹਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਅਚਾਨਕ ਤੋਸ਼ੀਕੋ ਦਾ ਜੀ ਕੀਤਾ ਉਹ ਇੱਕ ਝਲਕ ਉਹਦੇ ਚਿਹਰੇ ਦੀ ਵੇਖ ਲਵੇ। ਉਹ ਬੈਂਚ ਦੇ ਸਿਰੇ ਤੇ ਚਲੇਗੀ ਤੇ ਹੇਠਾਂ ਵੱਲ ਵੇਖਣ ਲੱਗੀ। ਉਸ ਆਦਮੀ ਦਾ ਚਿਹਰਾ ਉਹਦੀਆਂ ਬਾਹਾਂ 'ਚ ਅੱਧਾ ਲੁਕਿਆ ਹੋਇਆ ਸੀ, ਪਰ ਤੋਸ਼ੀਕੋ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਇੱਕ ਜਵਾਨ ਆਦਮੀ ਸੀ। ਉਹਦੇ ਸੰਘਣੇ ਭਰਵੱਟੇ ਤੇ ਤਿੱਖਾ ਨੱਕ ਆਪਣੇ ਵੱਲ ਧਿਆਨ ਖਿੱਚਦੇ ਸਨ। ਉਹਦੇ ਚਿਹਰੇ ਤੇ ਜਵਾਨੀ ਦੀ ਚਮਕ ਸੀ। ਅਸਲ 'ਚ ਤੋਸ਼ੀਕੋ ਬੈਂਚ ਦੇ ਬਹੁਤ ਨੇੜੇ ਚਲੀ ਗਈ ਸੀ। ਖਾਮੋਸ਼ ਰਾਤ ਵਿੱਚ ਅਖਬਾਰਾਂ ਦੇ ਖੜਖੜ ਦੀ ਆਵਾਜ਼ ਹੋਈ ਤੇ ਅਚਾਨਕ ਉਸ ਆਦਮੀ ਨੇ ਅੱਖਾਂ ਖੋਲ੍ਹ ਲਈਆਂ। ਆਪਣੇ ਬਿਲਕੁਲ ਕੋਲ ਇੱਕ ਜਵਾਨ ਔਰਤ ਨੂੰ ਖੜੀ ਦੇਖ ਕੇ ਉਹ ਝਟਕੇ ਨਾਲ ਉੱਠ ਕੇ ਬੈਠ ਗਿਆ। ਫਿਰ ਅਚਾਨਕ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਭਰ ਗਈ। ਇੱਕ ਸੈਕਿੰਡ ਦੇ ਫਰਕ ਨਾਲ ਇੱਕ ਮਜ਼ਬੂਤ ਹੱਥ ਅੱਗੇ ਵਧਿਆ ਤੇ ਉਹਨੇ ਤੋਸ਼ੀਕੋ ਦੀ ਪਤਲੀ ਬਾਂਹ ਫੜ ਲਈ। ਤੋਸ਼ੀਕੋ ਨੂੰ ਨਾ ਤਾਂ ਕਿਸੇ ਕਿਸਮ ਦਾ ਡਰ ਲੱਗਿਆ ਤੇ ਨਾ ਹੀ ਉਹਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇੱਕ ਛਿਣ ਵਿੱਚ ਉਹਦੇ ਅੰਦਰ ਇਹ ਵਿਚਾਰ ਉੱਭਰ ਆਇਆ, ਇਹਦਾ ਮਤਲਬ ਹੈ ਉਹ 20 ਸਾਲ ਗੁਜ਼ਰ ਚੁੱਕੇ ਨੇ। ਸ਼ਾਹੀ ਮਹਿਲ ਦੇ ਨਾਲ ਲੱਗਦੇ ਬਗੀਚੇ ਅੰਦਰ ਹਨੇਰਾ ਤੇ ਬੇਹੱਦ ਖਾਮੋਸ਼ੀ ਪਸਰੀ ਪਈ ਸੀ। ਧੰਨਵਾਦ। ਕਥਾ ਜਾਪਾਨੀ ਪੁਸਤਕ ਦੀ ਅਗਲੀ ਕਹਾਣੀ ਹੈ ਇੱਕ ਉਦਾਸ ਕੁੜੀ। ਲੇਖਕ ਹੈ ਮੋਰੀਯੂਕੋ। ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਦਾ ਵਕਤ ਖਤਮ ਹੋ ਚੁੱਕਾ ਸੀ। ਬਹੁਤੇ ਗਾਹਕ ਆਪਣਾ ਖਾਣਾ ਖਤਮ ਕਰਕੇ ਹੁਣ ਚਾਹ ਜਾਂ ਕੌਫੀ ਦੇ ਪਿਆਲੇ ਫੜੀ ਸਸਤਾ ਰਹੇ ਸਨ। ਵੱਡੀ ਸੜਕ ਦੇ ਨਾਲ ਲੱਗਦੀ ਖਿੜਕੀ 'ਚ ਮੈਪਲ ਦੇ ਦਰਖਤ ਦੀਆਂ ਟਹਿਣੀਆਂ ਨਜ਼ਰ ਆ ਰਹੀਆਂ ਸਨ ਤੇ ਦਰਖਤ ਬਰਨਾਰਡ ਬੱਫਟ ਦੇ ਚਿੱਤਰਾਂ ਅੰਦਰਲੇ ਦਰਖਤ ਵਾਂਗ ਬੱਦਲਾਂ ਭਰੇ ਸਰਦ ਅਸਮਾਨ ਵੱਲ ਇਸ਼ਾਰਾ ਕਰ ਰਿਹਾ ਸੀ। ਬਾਹਰ ਰੁਕ ਕੇ ਹਵਾ ਚੱਲ ਰਹੀ ਸੀ ਤੇ ਇਹਦੀਆਂ ਰੁੰਡ ਮਰੁੰਡ ਟਹਿਣੀਆਂ ਨੂੰ ਬੇਆਰਾਮੀ ਨਾਲ ਸਰਦ ਸ਼ਾਮ 'ਚ ਹਿਲਾ ਜੁਲਾ ਰਹੀ ਸੀ। ਰੈਸਟੋਰੈਂਟ ਅੰਦਰ ਨਿੱਘ ਤੇ ਆਰਾਮ ਦਾ ਮਾਹੌਲ ਪਸਰਿਆ ਹੋਇਆ ਸੀ। ਕੋਈ ਸੰਗੀਤ ਨਹੀਂ ਵੱਜ ਰਿਹਾ ਸੀ। ਸਿਰਫ ਚੀਨੀ ਦੇ ਕੱਪ ਪਲੇਟਾਂ ਨਾਲ ਖੜਕਦੇ ਚਮਚਿਆਂ ਦੀ ਟੁਣਕਾਰ ਤੇ ਔਰਤਾਂ ਦੇ ਬੋਲਣ ਦੀ ਹਲਕੀ ਸੰਗੀਤਮਈ ਆਵਾਜ਼ ਸੁਣਾਈ ਦੇ ਰਹੀ ਸੀ। ਚਮਕਦੇ ਫੁੱਲਾਂ ਵਾਲੇ ਫੁੱਲਦਾਨ ਐਸਪ੍ਰੈਸੋ ਕੌਫੀ 'ਚ ਉੱਠਦੀਆਂ ਮਹਿਕਦਾਰ ਲਹਿਰਾਂ ਦੇ ਵਿਚਕਾਰ ਰੰਗੀਨ ਜਜ਼ੀਰਿਆਂ ਵਾਂਗ ਖੜੇ ਸਨ। ਕੁਝ ਦੇਰ ਤੋਂ
ਆਕੀਕੋ ਖਿੜਕੀ ਤੋਂ ਬਾਹਰ ਨਿਪੱਤਰੀਆਂ ਟਹਿਣੀਆਂ ਵੱਲ ਵੇਖ ਰਹੀ ਸੀ। ਆਮ ਜਿਹੀ ਨਜ਼ਰ ਨਾਲ ਵੇਖਣ ਵਾਲਾ ਸਮਝ ਲੈਂਦਾ ਕਿ ਉਹ ਸਰਦ ਸ਼ਾਮ ਨੂੰ ਨਿਹਾਰਨ 'ਚ ਡੁੱਬੀ ਹੋਈ ਹੈ, ਪਰ ਅਸਲ 'ਚ ਉਹਦੇ ਚਿਹਰੇ ਦਾ ਪ੍ਰਭਾਵ ਨਿਹਾਰਨ ਵਾਲਾ ਨਹੀਂ, ਸਗੋਂ ਪਰੇਸ਼ਾਨੀ ਵਾਲਾ ਸੀ। ਕਾਰਨ ਮੈਂ ਤੈਨੂੰ ਦੱਸ ਹੀ ਦਿੱਤੇ ਨੇ। ਆਨੋ ਨੇ ਉਹਨੂੰ ਕਿਹਾ ਸੀ। ਵਾਈਨ ਦੇ ਖਾਲੀ ਗਲਾਸ ਨੂੰ ਫਜ਼ੂਲ ਜਿਹਾ ਛੇੜਦਾ ਉਹ ਬੋਲਿਆ ਸੀ, ਹੋ ਸਕੇ ਤਾਂ ਮਾਫ਼ ਕਰ ਦੇਵੀਂ। ਫਿਰ ਉਹਨੇ ਅੱਖਾਂ ਉੱਪਰ ਨੂੰ ਚੁੱਕੀਆਂ ਸਨ ਤੇ ਚੋਰੀ ਨਜ਼ਰ ਉਸ ਵੱਲ ਵੇਖਿਆ ਸੀ। ਮੈਂ ਇਹਦੇ ਬਗੈਰ ਵੀ ਮਜ਼ੇ 'ਚ ਰਹਾਂਗੀ, ਆਕੀਕੋ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ। 2 ਮਹੀਨੇ ਪਹਿਲਾਂ ਤਾਂ ਇਸ ਆਨੋ ਨਾਮ ਦੇ ਆਦਮੀ ਦੀ ਹੋਂਦ ਵੀ ਨਹੀਂ ਸੀ ਮੇਰੇ ਲਈ। ਜਦ ਇਹ ਮੇਰੀ ਜ਼ਿੰਦਗੀ 'ਚ ਆਇਆ ਹੀ ਨਹੀਂ ਸੀ ਤਾਂ ਕਿਹੜਾ ਕੁਝ ਥੁੜਿਆ ਪਿਆ ਸੀ ਜਾਂ ਮੈਨੂੰ ਕੋਈ ਗਮ ਸੀ। ਜਰਾ ਕੁ ਪਹਿਲਾਂ ਵਾਂਗ ਹੋਣ ਦੀ ਲੋੜ ਹੈ ਮੈਨੂੰ, ਬਸ ਗੱਲ ਖਤਮ। ਪਹਿਲਾਂ ਵਾਂਗ ਹੋਣ ਦੀ, ਇਹ ਵਿਚਾਰ ਉਸ ਅੰਦਰ ਨਾ ਜਰੀ ਜਾਣ ਵਾਲੀ ਉਦਾਸੀ ਦਾ ਹੜ ਲੈ ਆਇਆ। ਉਹਨੇ ਅੱਖਾਂ ਉਤਾਂਹ ਕੀਤੀਆਂ ਤੇ ਆਨੋ ਵੱਲ ਵੇਖਿਆ ਨਹੀਂ। ਉਹ ਪਹਿਲਾਂ ਵਾਂਗ ਨਹੀਂ ਹੋਣਾ ਚਾਹੁੰਦੀ। ਉਹ ਕਿੰਜ ਉਸ ਪਹਿਲਾਂ ਵਰਗੀ ਭਿਆਨਕ ਬੋਰੀਅਤ ਵਾਲੀ ਰੋਜ਼ਮर्रा ਦੀ ਜ਼ਿੰਦਗੀ 'ਚ ਵਾਪਸ ਜਾ ਸਕਦੀ ਹੈ। ਮੈਂ ਤਾਂ ਖੁਦਕਸ਼ੀ ਕਰ ਲਾਂਗੀ, ਉਹ ਭਾਰੀ ਆਵਾਜ਼ ਨਾਲ ਬੋਲ ਪਈ। ਬੰਦ ਕਰੇ ਤੂੰ, ਇਸ ਤਰ੍ਹਾਂ ਮੂਰਖਾਂ ਵਾਲੀਆਂ ਗੱਲਾਂ ਨਾ ਕਰ। ਆਨੋ ਨੇ ਆਪਣੀ ਚਿੜ ਲੁਕਾਉਣ ਦੀ ਕੋਸ਼ਿਸ਼ ਨਾ ਕੀਤੀ। ਅਸੀਂ ਪਹਿਲੇ ਦਿਨ ਤੋਂ ਇਹ ਮਿੱਥ ਕੇ ਤੁਰੇ ਸਾਂ ਕਿ ਨਹੀਂ। ਹਾਂ, ਮੈਂ ਉਸ ਸਮੇਂ ਗੰਭੀਰ ਨਹੀਂ ਸਾਂ। ਮੈਂ ਤਾਂ ਸਿਰਫ ਤਾਂ ਬੋਲੀ ਸੀ ਕਿਉਂਕਿ ਮੈਂ ਸੁਣਨਾ ਚਾਹੁੰਦੀ ਸੀ ਕਿ ਮੇਰੇ ਮੂੰਹ ਤੋਂ ਇਸ ਤਰ੍ਹਾਂ ਦੀ ਗੱਲ ਕਿੰਝ ਲੱਗਦੀ ਹੈ। ਆਨੋ ਥੋੜਾ ਹਲਕਾ ਨਜ਼ਰ ਆ ਰਿਹਾ ਸੀ। ਆਕੀਕੋ ਨੇ ਆਪਣੀਆਂ ਅੱਖਾਂ ਉਹਦੇ ਚਿਹਰੇ ਤੋਂ ਪਰਾਂ ਹਟਾ ਲਈਆਂ। ਅਸਲ 'ਚ ਆਦਮੀ ਉਸੇ ਤਰ੍ਹਾਂ ਦਾ ਨਹੀਂ ਹੈ ਜਿਸ ਦੀ ਮੈਨੂੰ ਲੋੜ ਹੈ, ਉਹਨੇ ਸੋਚਿਆ। ਅਸਲ 'ਚ ਮੈਨੂੰ ਕੋਈ ਐਸੀ ਚੀਜ਼ ਦੀ ਲੋੜ ਹੈ ਜੋ ਮੈਨੂੰ ਟੀਵੀ ਤੇ ਰਸੋਈ ਤੋਂ ਕਦੇ-ਕਦੇ ਦੂਰ ਲੈ ਜਾਵੇ। ਕੋਈ ਵੀ ਚੀਜ਼ ਜੋ ਮੈਨੂੰ ਘਰ ਦੀਆਂ ਸਾਹ ਘੋਟੂ ਸੁੱਖ ਸਹੂਲਤਾਂ ਤੋਂ ਕੁਝ ਦੇਰ ਲਈ ਖਿੱਚ ਕੇ ਦੂਰ ਲੈ ਜਾਵੇ। ਇਹ ਆਨੂ ਹੀ ਹੋਵੇ, ਕੋਈ ਜ਼ਰੂਰੀ ਤਾਂ ਨਹੀਂ। ਹਟ, ਐਸੀ ਇੱਕ ਵੀ ਵਜ੍ਹਾ ਨਹੀਂ ਕਿ ਜ਼ਰੂਰ ਇਹੀ ਹੋਵੇ। ਇੱਕੋ ਵਜ੍ਹਾ ਸੀ ਨਾ ਕਿ ਉਹਦਾ ਝੁਕਾਅ ਮੇਰੇ ਵੱਲ ਸੀ। ਉਹ ਇਸ ਅਜਨਬੀ ਨਾਲ ਜਾਣ ਲਈ ਕਿਉਂ ਤਿਆਰ ਹੋ ਗਈ ਸੀ ਜੋ ਸੁਪਰ ਮਾਰਕੀਟ 'ਚ ਉਹਦੇ ਮਗਰ ਲੱਗ ਗਿਆ। ਉਹ ਜਦ ਵੀ ਹੈਰਾਨੀ ਨਾਲ ਇਹ ਸੋਚਦੀ ਤਾਂ ਉਹਦੀ ਛਾਤੀ 'ਚ ਦਰਦ ਹੋਣ ਲੱਗ ਪੈਂਦਾ। ਆਨੋ ਅਸਲ 'ਚ ਉਸ ਕਿਸਮ ਦੇ ਬੰਦਿਆਂ ਵਰਗਾ ਨਜ਼ਰ ਆਉਂਦਾ ਸੀ ਜਿਹੜੇ ਸ਼ਾਪਿੰਗ ਕਰਦੀਆਂ ਘਰੇਲੂ ਔਰਤਾਂ ਦੇ ਪਿੱਛੇ ਲੱਗ ਜਾਂਦੇ ਨੇ। ਆਕੀਕੋ ਨੇ ਪਹਿਲੀ ਵਾਰ ਉਹਦਾ ਇਹ ਪ੍ਰਭਾਵ ਲਿਆ ਸੀ। ਅਸਲ 'ਚ ਜਦੋਂ ਇਹ ਗੱਲ ਹੋਈ ਸੀ ਤਾਂ ਆਕੀਕੋ ਨੂੰ ਆਪਣੀ ਬੇਇੱਜ਼ਤੀ ਜਿਹੀ ਮਹਿਸੂਸ ਹੋਈ ਸੀ। ਕਦੇ ਸਫੈਦ ਰਹੀ, ਪਰ ਹੁਣ ਮਿੱਟੀ ਰੰਗੀ ਹੋ ਚੁੱਕੀ ਉਹਦੀ ਕਮੀਜ਼ ਕੋਟ 'ਚੋਂ ਨਜ਼ਰ ਆ ਰਹੀ ਸੀ। ਉਹਦੇ ਵਾਲ ਚੂਹੇ ਰੰਗੇ ਸਨ। ਚੂਹੇ ਵਰਗੀ ਨਸਲ, ਇਹ ਖਿਆਲ ਉਹਦੇ ਦਿਮਾਗ 'ਚ ਆਇਆ ਸੀ ਜਦੋਂ ਉਹਨੇ ਆਕੀਕੋ ਨੂੰ ਇਕੱਠੇ ਚਾਹ ਪੀਣ ਲਈ ਮਿੰਨਤ ਵਰਗਾ ਬੁਲਾਵਾ ਦਿੱਤਾ ਸੀ ਤਾਂ ਉਹਦੇ ਮੂੰਹ 'ਚੋਂ ਖੁਦ ਬਖੁਦ ਹੀ ਨਿਕਲ ਗਈ ਸੀ। ਹਾਂ, ਅਸਲ 'ਚ ਉਹ ਸ਼ਰਮਿੰਦਾ ਸੀ ਕਿ ਇਸ ਕਿਸਮ ਦੇ ਆਦਮੀ ਨੇ ਉਹਨੂੰ ਬਾਜ਼ਾਰ ਵਿੱਚ ਬੁਲਾ ਲਿਆ ਸੀ। ਉਹਦੇ ਆਲੇ ਦੁਆਲੇ ਹੋਰ ਵੀ ਔਰਤਾਂ ਸ਼ਾਪਿੰਗ ਕਰ ਰਹੀਆਂ ਸਨ। ਜੇ ਉਸ ਸਮੇਂ ਉਹਦੇ ਬੁਲਾਵੇ ਨੂੰ ਠੁਕਰਾ ਦਿੰਦੀ ਤੇ ਉਹ ਫਿਰ ਵੀ ਬਾਰ-ਬਾਰ ਤਜਵੀਜ਼ ਕਰੀ ਜਾਂਦਾ ਤੇ ਜ਼ਰੂਰੀ ਗੱਲ ਸੀ ਕਿ ਹੋਰਾਂ ਦਾ ਧਿਆਨ ਦੋਨਾਂ ਵੱਲ ਖਿੱਚਿਆ ਜਾਂਦਾ। ਇਸ ਲਈ ਉਹਨੂੰ ਇਹੀ ਇੱਕ ਵਿਚਾਰ ਫੁਰਿਆ ਸੀ ਕਿ ਇਸ ਥਾਂ ਤੋਂ ਜਲਦੀ ਪਰੇ ਹੋਇਆ ਜਾਵੇ, ਕਿਉਂਕਿ ਆਕੀਕੋ ਨੇ ਉਹਦਾ ਬੁਲਾਵਾ ਇੱਕਦਮ ਸਵੀਕਾਰ ਕਰ ਲਿਆ ਸੀ, ਭਾਵੇਂ ਕਿ ਅੰਦਰੋਂ ਗੁੱਸੇ ਨਾਲ ਉਬਲ ਰਹੀ ਸੀ। ਪਰ ਇੱਕ ਵਾਰ ਤਾਂ ਉਹ ਆਦਮੀ ਵੀ ਘਬਰਾ ਜਿਹਾ ਗਿਆ। ਉਹਨੂੰ ਜਿਵੇਂ ਆਪਣੇ ਕੰਨਾਂ ਤੇ ਵਿਸ਼ਵਾਸ ਨਾ ਆ ਰਿਹਾ ਹੋਵੇ। ਉਹ ਆਕੀਕੋ ਦੇ ਪਿੱਛੇ ਤੁਰ ਪਿਆ। ਅਖੀਰ 'ਚ ਉਸ ਨਾਲ ਹਮਬਿਸਤਰ ਹੋ ਗਈ। ਉਸੇ ਦਿਨ ਉਹਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਦਾ ਉਸ ਕੋਲ ਕੋਈ ਤਰਕ ਵਾਲਾ ਜਵਾਬ ਨਹੀਂ ਹੈ। ਸ਼ਾਇਦ ਇਸ ਤਰ੍ਹਾਂ ਕਰਨ ਦੀ ਵਜ੍ਹਾ ਵੀ ਕੋਈ ਇਸ ਤਰ੍ਹਾਂ ਦਾ ਆਵੇਗ ਹੀ ਸੀ ਜਿਸ ਕਰਕੇ ਉਹ ਸੁਪਰ ਮਾਰਕੀਟ ਤੋਂ ਉਹਦੇ ਨਾਲ ਤੁਰ ਪਈ ਸੀ। ਜਦੋਂ ਕੌਫੀ ਸ਼ਾਪ 'ਚ ਗਏ ਤਾਂ ਉਹ ਆਦਮੀ ਬੇਚੈਨ ਨਜ਼ਰ ਆ ਰਿਹਾ ਸੀ, ਪਰ ਫਿਰ ਵੀ ਉਸ ਤੋਂ ਆਪਣੇ ਦਿਮਾਗ ਦੀ ਗੱਲ ਲੁਕਾਈ ਨਹੀਂ ਜਾ ਰਹੀ ਸੀ। ਤੂੰ ਮੇਰੇ ਨਾਲ ਚੱਲੇਂਗੀ? ਉਹ ਉਕਸਾਹਟ ਵਿੱਚ ਤੇ ਉਸ ਦੀਆਂ ਅੱਖਾਂ ਤੋਂ ਬਚਦਾ ਬੋਲ ਰਿਹਾ ਸੀ। ਪਲੀਜ਼ ਚੱਲੇਂਗੀ? ਕੋਈ ਕਾਰਨ ਨਹੀਂ ਸੀ ਆਕੀਕੋ ਉਹਦੇ ਨਾਲ ਜਾਵੇ। ਉਹਦੀ ਹਰ ਚੀਜ਼ ਤੋਂ ਆਕੀਕੋ ਚਿੜ ਰਹੀ ਸੀ ਤੇ ਘਿਰਨਾ ਜੀ ਕਰ ਰਹੀ ਸੀ। ਉਹਨੂੰ ਇਸ ਆਦਮੀ ਦੇ ਆਪਣੇ ਵੱਲ ਖਿੱਚੇ ਜਾਣ ਕਰਕੇ ਬੇਇੱਜ਼ਤੀ ਦਾ ਅਹਿਸਾਸ ਹੋ ਰਿਹਾ ਸੀ। ਉਹ ਇਸ ਆਦਮੀ ਨੂੰ ਕਦੇ ਮਾਫ਼ ਨਹੀਂ ਕਰ ਸਕਦੀ ਜਿਸ ਨੇ ਉਹਨੂੰ ਇੰਨੀ ਸਸਤੀ ਔਰਤ ਸਮਝ ਲਿਆ ਸੀ। ਉਹਦਾ ਧਿਆਨ ਨਾਲ ਦੀਆਂ ਟੇਬਲਾਂ 'ਤੇ ਚਾਹ ਪੀ ਰਹੀਆਂ ਔਰਤਾਂ ਦੀਆਂ ਘੂਰਦੀਆਂ ਨਜ਼ਰਾਂ ਵੱਲ ਚਲਾ ਗਿਆ। ਉਹਦੀ ਉਮਰ ਵਿੱਚ ਕੁਝ ਔਰਤਾਂ ਤੇ ਕੁਝ ਦਫ਼ਤਰਾਂ ਦੀਆਂ ਕੁੜੀਆਂ ਉਸ ਵੱਲ ਸ਼ੱਕੀ ਨਿਗਾਹ ਨਾਲ ਵੇਖ ਰਹੀਆਂ ਸਨ। ਇਹਨਾਂ ਘੂਰਦੀਆਂ ਨਜ਼ਰਾਂ ਤੋਂ ਉਕਤਾਉਣ ਕਰਕੇ ਉਹਨੇ ਫੁੱਸ-ਫੁੱਸ ਆ ਕੇ ਉਸ ਆਦਮੀ ਨੂੰ ਕਹਿ ਦਿੱਤਾ, ਠੀਕ ਹੈ। ਉਸ ਮੌਕੇ 'ਤੇ ਵੀ ਆਕੀਕੋ ਨੂੰ
ਕੋਈ ਸ਼ੱਕ ਨਹੀਂ ਸੀ ਕਿ ਉਹ ਕੌਫੀ ਸ਼ਾਪ ਤੋਂ ਬਾਹਰ ਜਾ ਕੇ ਉਸ ਆਦਮੀ ਤੋਂ ਖਹਿੜਾ ਛੁਡਾ ਲਏਗੀ। ਉਹਨੇ ਬਸ ਇੰਨਾ ਹੀ ਕਹਿਣਾ ਸੀ ਕਿ ਉਹਦਾ ਮਨ ਬਦਲ ਗਿਆ। ਹਾਲੇ ਉਹ ਆਦਮੀ ਕੋਈ ਕੌਫੀ ਦੇ ਪੈਸੇ ਦੇ ਰਿਹਾ ਸੀ ਕਿ ਉਹ ਬਾਹਰ ਆ ਗਈ। ਸੂਰਜ ਡੁੱਬਣ ਜਾ ਰਿਹਾ ਸੀ। ਧੂੜ ਭਰੇ ਮਹਾਨਗਰ ਉੱਪਰ ਸ਼ਾਮ ਉਤਰ ਰਹੀ ਸੀ। ਇੱਕ ਲਿਫਾਫਾ ਹਵਾ ਦੇ ਝੋਂਕੇ ਨਾਲ ਉਹਦੇ ਕੋਲੋਂ ਸਰਕ ਕੇ ਲੰਘ ਗਿਆ, ਜੋ ਨੇੜੇ ਦੇ ਕਿਸੇ ਰੈਸਟੋਰੈਂਟ ਤੋਂ ਮਾਸ ਦੀ ਬੂ ਨਾਲ ਲੈ ਕੇ ਆਇਆ ਸੀ। ਅਕੀਕੋ ਨੂੰ ਖਿਆਲ ਆਇਆ ਕਿ ਅੱਜ ਰਾਤ ਦੇ ਖਾਣੇ ਲਈ ਕੀ ਬਣਾਉਣਾ ਹੈ। ਉਹ ਆਪਣੇ ਘਰ ਦੀ ਛੋਟੀ ਰਸੋਈ ਬਾਰੇ ਸੋਚਣ ਲੱਗੀ। ਫਿਰ ਉਹਨੂੰ ਦੁਪਹਿਰ ਦੀਆਂ ਕਈ ਜੂਠੀਆਂ ਪਲੇਟਾਂ ਦਾ ਖਿਆਲ ਆਇਆ। ਉਹ ਤਾਂ ਮਨ ਹੀ ਮਨ ਕੌਫੀ ਦੇ ਕੱਪ ਤੇ ਲੱਗੇ ਆਪਣੇ ਲਿਪਸਟਿਕ ਦੇ ਨਿਸ਼ਾਨ ਵੀ ਵੇਖ ਰਹੀ ਸੀ, ਜਿਸ ਦੇ ਕੋਨਿਆਂ ਤੇ ਸੁੱਕੀ ਕੌਫੀ ਦੇ ਨਿਸ਼ਾਨ ਵੀ ਸਨ। ਕਕਰੀਲੀ ਧੁੰਦਲੀ ਸ਼ਾਮ ਵਿੱਚ ਥੱਕੇ ਟੁੱਟੇ ਸੂਰਜ ਨੂੰ ਡੁੱਬਣ ਤੋਂ ਪਹਿਲਾਂ ਆਖਰੀ ਕੋਸ਼ਿਸ਼ ਕੀਤੀ ਤਾਂ ਤਾਪਮਾਨ ਹੋਰ ਵੀ ਘਟ ਗਿਆ। ਅਕੀਕੋ ਨੂੰ ਕੰਬਣੀ ਜਿਹੀ ਆ ਗਈ। ਇਸ ਪਲ ਉਹਦੇ ਮਨ 'ਚ ਇੱਕ ਨਿਰਾਸ਼ਾ ਜਿਹੀ ਛਾ ਗਈ ਕਿ ਕੁਝ ਵੀ ਤਾਂ ਨਹੀਂ ਹੈ, ਉਹ ਆਰਾਮਦੇਹ ਘਰ ਵਿੱਚ ਵੀ ਤਾਂ ਨਹੀਂ ਹੈ ਜਿਸ ਨਾਲ ਉਹ ਖੁਸ਼ੀ ਮਹਿਸੂਸ ਕਰੇ। ਉਸ ਅੰਦਰ ਨਿਰਾਰਥਕਤਾ ਦਾ ਭਿਆਨਕ ਅਹਿਸਾਸ ਫੈਲ ਗਿਆ। ਉਹ ਆਦਮੀ ਕੌਫੀ ਸ਼ਾਪ ਤੋਂ ਬਾਹਰ ਆ ਗਿਆ ਸੀ। ਜਦੋਂ ਉਹਨੇ ਅਕੀਕੋ ਨੂੰ ਵੇਖਿਆ ਤਾਂ ਕਈ ਵਾਰ ਅੱਖਾਂ ਝਪਕੀਆਂ ਤੇ ਘੁਰ-ਘੁਰ ਦੀ ਆਵਾਜ਼ 'ਚ ਬੋਲਿਆ, ਮੈਨੂੰ ਤਾਂ ਡਰ ਸੀ ਤੂੰ ਚਲੀ ਗਈ ਹੋਵੇਂਗੀ। ਉਹਦੀ ਆਵਾਜ਼ 'ਚੋਂ ਮਾਫੀ ਜੀ ਮੰਗਣ ਦਾ ਅਹਿਸਾਸ ਹੋ ਰਿਹਾ ਸੀ। ਬਿਨਾਂ ਸ਼ੱਕ ਉਹਨੂੰ ਅਕੀਕੋ ਦੇ ਹੁਣ ਤੱਕ ਜਾ ਚੁੱਕਣ ਦੀ ਆਸ ਸੀ। ਤੇਰੇ ਵਰਗੀ ਔਰਤ, ਮੈਨੂੰ ਤਾਂ ਹਾਲੇ ਵੀ ਯਕੀਨ ਨਹੀਂ ਹੋ ਰਿਹਾ। ਮੈਨੂੰ ਤਾਂ ਰਹੱਸ ਜਿਹਾ ਲੱਗ ਰਿਹਾ, ਉਹਨੇ ਆਪਣੇ ਸਿਰ ਨੂੰ ਝਟਕਦੇ ਹੋਏ ਕਿਹਾ, ਜਦੋਂ ਉਹਨਾਂ ਨੇ ਇਕੱਠੇ ਤੁਰਨਾ ਸ਼ੁਰੂ ਕਰ ਦਿੱਤਾ ਸੀ। ਆਪਣੇ ਮੋਢਿਆਂ ਤੋਂ ਪਤਲਾ ਹੋਣ ਦੇ ਬਾਵਜੂਦ ਵੀ ਆਨੋ ਦੇ ਹੱਥ ਮਜ਼ਬੂਤ ਸਨ, ਘੱਟੋ ਘੱਟ ਸਾਫ਼ ਜ਼ਰੂਰ ਨਜ਼ਰ ਆਉਂਦੇ ਸਨ। ਅਕੀਕੋ ਨੂੰ ਪਤਾ ਸੀ ਕਿ ਇਹਨਾਂ ਹੱਥਾਂ ਨੇ ਉਹਨੂੰ ਛੋਹ ਲਿਆ ਤਾਂ ਉਹ ਇਹਨਾਂ ਤੋਂ ਛੁੱਟਣ ਦੀ ਕੋਸ਼ਿਸ਼ ਨਹੀਂ ਕਰੇਗੀ, ਤੇ ਇਸ ਕਰਕੇ ਵੀ ਉਸ ਨਾਲ ਹਮ ਬਿਸਤਰ ਹੋਣ ਚਲੀ ਗਈ ਸੀ ਕਿ ਆਪਣੇ ਆਪ ਨੂੰ ਸੇਲਜ਼ਮੈਨ ਦੱਸ ਰਿਹਾ ਸੀ। ਬਿਸਤਰੇ 'ਚ ਉਹਨੂੰ ਕਿਸੇ ਆਤਿਸ਼ਬਾਜ਼ੀ ਦੀ ਆਸ ਨਹੀਂ ਸੀ। ਉਹਦਾ ਇਸ ਤਰ੍ਹਾਂ ਸੋਚਣਾ ਬਾਅਦ 'ਚ ਠੀਕ ਹੀ ਹੋਇਆ। ਉਹ ਬੇਢੰਗਾ ਵੀ ਸੀ ਤੇ ਉਹਦੇ ਹੱਥ ਅਜੀਬ ਤਰੀਕੇ ਨਾਲ ਨਿੱਘੇ ਸਨ। ਉਹਦੀਆਂ ਕਾਲੀਆਂ ਜੁਰਾਬਾਂ ਦੀ ਇਲਾਸਟਿਕ ਢਿੱਲੀ ਪੈ ਚੁੱਕੀ ਸੀ ਤੇ ਗਿੱਟਿਆਂ ਉੱਪਰ ਲਟਕ ਰਹੀਆਂ ਸਨ। ਬਾਅਦ ਵਿੱਚ ਉਹ ਹੌਲੀ ਜਿਹੀ ਘੁਸਰ-ਮੁਸਰ ਕਰਦਾ ਬੋਲਿਆ ਸੀ, ਸ਼ਾਇਦ ਉਸ ਕੋਲ ਕਮਰੇ ਦਾ ਕਿਰਾਇਆ ਦੇਣ ਲਈ ਪੈਸੇ ਘਟਦੇ ਸਨ। ਤੇ ਫਿਰ ਸ਼ਰਮਿੰਦਗੀ ਜਿਹੀ ਨਾਲ ਉਹਨੇ ਅਕੀਕੋ ਦੇ 2000 ਯੇਨ ਸਵੀਕਾਰ ਕਰ ਲਏ ਸਨ। ਅੱਛਾ, ਫਿਰ ਆਨੋ ਰੁਕ ਕੇ ਥਥਿਆਉਂਦਾ ਜਿਹਾ ਬੋਲਿਆ, ਇਹ ਵਿਛੜਨ ਸਮੇਂ ਦੀ ਗੱਲ ਹੈ। ਅਕੀਕੋ ਨੂੰ ਪਹਿਲੀ ਵਾਰ ਉਸ ਸਮੇਂ ਮਹਿਸੂਸ ਹੋਇਆ ਸੀ ਕਿ ਉਹ ਵੀ ਉਸੇ ਵਾਂਗ ਅਚਾਨਕ ਵਾਪਰੇ ਇਸ ਘਟਨਾ ਚੱਕਰ ਤੋਂ ਘਬਰਾਇਆ ਹੋਇਆ ਹੈ। ਇਸ ਸੋਚ ਨਾਲ ਅੰਦਰਲਾ ਤਣਾਅ ਢਿੱਲਾ ਪੈ ਗਿਆ ਤੇ ਪਹਿਲੀ ਵਾਰ ਉਹਨੂੰ ਇੱਕ ਨਿੱਘ ਜਿਹਾ ਮਹਿਸੂਸ ਹੋਇਆ ਸੀ। ਇੱਕ ਹਲਕੀ ਜਿਹੀ ਖਿੱਚ ਉਹਦੇ ਅੰਦਰ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਸਾਨੂੰ ਦੁਬਾਰਾ ਮਿਲਣਾ ਚਾਹੀਦਾ ਕਿ ਨਹੀਂ, ਉਹਨੇ ਸੁਝਾਅ ਰੱਖਿਆ ਸੀ। ਆਨੋ ਦੀਆਂ ਅੱਖਾਂ ਟੱਡੀਆਂ ਗਈਆਂ। ਫਿਰ ਇੱਕ ਮੁਸਕਰਾਹਟ ਉਹਦੇ ਬੁੱਲ੍ਹਾਂ ਤੇ ਉਭਰੀ ਤੇ ਸਾਰੇ ਚਿਹਰੇ ਤੇ ਫੈਲ ਗਈ। ਕਿਸ ਤਰ੍ਹਾਂ, ਉਹਨੇ ਪੁੱਛਿਆ ਸੀ। ਅੱਜ ਦੀ ਤਰ੍ਹਾਂ, ਅਕੀਕੋ ਹੌਲੀ ਜਿਹੀ ਬੋਲੀ ਸੀ। ਮੇਰਾ ਮਤਲਬ ਅੱਜ ਦੀ ਤਰ੍ਹਾਂ ਅਚਾਨਕ ਹੀ। ਰੇਲਵੇ ਸਟੇਸ਼ਨ ਦੇ ਸਾਹਮਣੇ ਆ ਕੇ ਉਹ ਵਿਛੜ ਗਏ। ਹਨੇਰਾ ਪੈ ਚੁੱਕਾ ਸੀ। ਸ਼ੁਰੂ ਸਰਦੀਆਂ ਦੀ ਹਵਾ ਨੇ ਧੁੰਦਲੇਪਨ ਨੂੰ ਠਾਰ ਦਿੱਤਾ ਸੀ। ਖੈਰ, ਅਕੀਕੋ ਲਈ ਇਹ ਸ਼ਾਮ ਇੱਕ ਚੰਗੀ ਪਨਾਹ ਵਾਂਗ ਲੱਗ ਰਹੀ ਸੀ। ਇਸ ਚੋਰੀ ਛੁਪੇ ਪਰ ਬੇਰੰਗ ਜਿਹੇ ਕਾਮ ਤੋਂ ਬਾਅਦ ਇਹ ਸੋਚਣਾ ਖੁਸ਼ੀ ਦੇ ਰਿਹਾ ਸੀ ਕਿ ਇੱਕ ਪਤੀ ਤੇ ਘਰ ਉਹਦੀ ਉਡੀਕ ਕਰ ਰਹੇ ਹੋਣਗੇ। ਉਹਨੂੰ ਆਪਣੇ ਆਪ ਦਾ ਖੁਸ਼ ਨਸੀਬ ਹੋਣ ਦਾ ਅਹਿਸਾਸ ਹੋਇਆ। ਆਨੂ ਨਾਲ ਕੀਤੇ ਆਪਣੇ ਵਾਅਦੇ ਦੇ ਬਾਵਜੂਦ ਵੀ ਬਾਜ਼ਾਰ 'ਚ ਅਕੀਕੋ ਨੂੰ ਉਹਦੇ ਮੁੜ ਟੱਕਰਨ ਦਾ ਸੋਚ ਕੇ ਪਰੇਸ਼ਾਨੀ ਹੋਣ ਲੱਗਦੀ। ਉਹ ਜਦੋਂ ਉਸ ਦਿਨ ਬਾਰੇ ਦੁਬਾਰਾ ਸੋਚਦੀ ਤਾਂ ਉਹਨੂੰ ਆਪਣੀ ਬੇਵਕੂਫੀ 'ਤੇ ਯਕੀਨ ਨਾ ਹੁੰਦਾ। ਉਹਨੇ ਇਸ ਸਾਰੇ ਕੁਝ ਨੂੰ ਮਹਿਜ਼ ਇੱਕ ਹਾਦਸਾ ਸੋਚਣ ਦੀ ਕੋਸ਼ਿਸ਼ ਕੀਤੀ। ਅਗਲੇ 3 ਦਿਨ ਉਹ ਸੁਪਰਮਾਰਕੀਟ ਵੀ ਨਾ ਗਈ। ਚੌਥੇ ਦਿਨ ਉਹ ਸ਼ਾਪਿੰਗ ਲਈ ਗਈ ਤਾਂ ਉਹਨੇ ਆਪਣੇ ਜਾਣ ਦਾ ਵਕਤ ਵੀ ਬਦਲ ਲਿਆ। ਜਦੋਂ ਮਾਰਕੀਟ ਦੇ ਅੰਦਰ ਵੜੀ ਤਾਂ ਉਹਨੇ ਆਪਣੇ ਆਪ ਨੂੰ ਬੇਚੈਨੀ ਨਾਲ ਇੱਧਰ ਉੱਧਰ ਝਾਕਦੇ ਪਾਇਆ। ਆਨੂ ਉੱਥੇ ਨਹੀਂ ਸੀ। ਉਹਨੇ ਸੌਖਾ ਜਿਹਾ ਮਹਿਸੂਸ ਕੀਤਾ ਤੇ ਨਾਲ ਉਹਨੂੰ ਥੋੜ੍ਹੀ ਉਦਾਸੀ ਵੀ ਮਹਿਸੂਸ ਹੋਈ। ਅਗਲੇ ਦਿਨ ਤੋਂ ਉਹਨੇ ਆਪਣੇ ਪਹਿਲੇ ਵਾਲੇ ਵਕਤ ਸੁਪਰਮਾਰਕੀਟ ਜਾਣਾ ਸ਼ੁਰੂ ਕਰ ਦਿੱਤਾ। ਲਗਭਗ ਉਸੇ ਵਕਤ ਕਦੋਂ ਉਹਨੂੰ ਆਨੂ ਟੱਕਰਿਆ ਸੀ। ਜਦੋਂ ਕਈ ਦਿਨ ਉਹਨੂੰ ਨਜ਼ਰ ਨਾ ਆਇਆ ਤਾਂ ਉਹਦਾ ਸੌਖਾ ਮਹਿਸੂਸ ਕਰਨਾ ਹੌਲੀ ਹੌਲੀ ਨਿਰਾਸ਼ਾ 'ਚ ਬਦਲਣ ਲੱਗਾ।
ਉਹਨੇ ਆਪਣੇ ਆਪ ਨੂੰ ਉਸ ਔਰਤ ਵਾਂਗ ਮਹਿਸੂਸ ਕੀਤਾ ਜਿਹਨੂੰ ਉਹਦਾ ਪ੍ਰੇਮੀ ਇੱਕ ਰਾਤ ਮਗਰੋਂ ਹੀ ਬੇਵਫਾਈ ਦੇ ਗਿਆ ਹੋਵੇ। ਉਹਦਾ ਇਹ ਸਬੰਧ ਤਾਂ ਕੋਈ ਰੂਪ ਲੈਣ ਤੋਂ ਪਹਿਲਾਂ ਹੀ ਟੁੱਟ ਗਿਆ ਸੀ। 9ਵੇਂ ਦਿਨ ਆਨੂ ਅਚਾਨਕ ਪ੍ਰਗਟ ਹੋ ਗਿਆ। ਉਹ ਕੈਸ਼ੀਅਰ ਦੇ ਨਾਲ ਵਾਲੇ ਥੰਮ ਦੇ ਪਿੱਛੇ ਖੜਾ ਸੀ, ਜਿਵੇਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਜਿਵੇਂ ਉਹ ਉਸ ਵੱਲ ਵਧੀ ਤਾਂ ਅਕੀਕੋ ਨੂੰ ਪਤਾ ਲੱਗ ਰਿਹਾ ਸੀ ਕਿ ਉਹਦਾ ਆਪਣੇ ਮੂੰਹ ਤੋਂ ਖੁਸ਼ੀ ਚਮਕ ਰਹੀ ਸੀ। ਆਪਣੇ ਮੂੰਹ ਤੇ ਫੈਲਦੀ ਬੇਰੋਕ ਖੁਸ਼ੀ ਬਾਰੇ ਸੋਚ ਕੇ ਉਹਨੂੰ ਖੁਦ ਤੇ ਗੁੱਸਾ ਆ ਰਿਹਾ ਸੀ। ਕੈਸਾ ਮੌਕਾ ਮੇਲ ਬਣ ਗਿਆ, ਉਹ ਬੋਲਿਆ। ਹਾਂ, ਵਾਕਈ ਮੌਕੇ ਮੇਲ ਦੀ ਗੱਲ ਹੈ, ਉਹਨੇ ਜਵਾਬ 'ਚ ਕਿਹਾ ਤੇ ਨਾਲ ਹੀ ਉਹਦੀਆਂ ਅੱਖਾਂ 'ਚ ਉਸ ਪਤਲੇ ਮੋਢਿਆਂ ਵਾਲੇ ਤੇ ਮੈਲੇ ਜਿਹੇ ਨਜ਼ਰ ਆਉਂਦੇ ਬੰਦੇ ਦੀ ਯਾਦ 'ਚ ਰਹੀ ਉਦਾਸੀ ਝਲਕ ਰਹੀ ਸੀ। ਜਿਵੇਂ ਕਿ ਉਸ ਤੋਂ ਪਹਿਲਾਂ ਹੀ ਸਵੈ ਗਿਆਨ ਸੀ, ਉਹ ਇੱਕ ਵਾਰ ਫਿਰ ਉਸ ਨਾਲ ਹਮ ਬਿਸਤਰ ਹੋਣ ਚਲੀ ਗਈ, ਤੇ ਜਿਵੇਂ ਕਿ ਉਹਨੂੰ ਪਹਿਲਾਂ ਹੀ ਗਿਆਨ ਸੀ, ਇੱਕ ਵਾਰ ਫਿਰ ਉਹਨੂੰ ਨਿਰਾਸ਼ ਹੋਣਾ ਪਿਆ ਸੀ। ਪਹਿਲਾਂ ਵਾਂਗ ਹੀ ਉਹਨੇ ਅਕੀਕੋ ਤੋਂ 2000 ਯੇਨ ਵੀ ਮੰਗੇ। ਫਿਰ ਤਾਂ ਇਹ 2000 ਯੇਨ ਵਾਲਾ ਸੌਦਾ ਬਾਅਦ ਦੀਆਂ ਮੁਲਾਕਾਤਾਂ 'ਚ ਚੱਲਦਾ ਰਿਹਾ। ਜਦੋਂ ਉਹ ਵਿਛੜੇ ਤਾਂ ਅਕੀਕੋ ਨੂੰ ਲੱਗਾ ਸੀ ਜਿਵੇਂ ਉਹਦਾ ਕਿਸੇ ਅਣਚਾਹੀ ਚੀਜ਼ ਤੋਂ ਛੁਟਕਾਰਾ ਹੋ ਗਿਆ ਹੋਵੇ। ਉਹਨੇ ਮੁੜ ਕੇ ਉਹਨੂੰ ਕਦੇ ਨਾ ਮਿਲਣ ਦਾ ਫੈਸਲਾ ਕੀਤਾ ਸੀ। ਜਦੋਂ ਵਾਪਸ ਘਰ ਮੁੜੀ ਤਾਂ ਆਪਣੇ ਫੈਸਲੇ ਕਰਕੇ ਹਲਕੀ ਫੁੱਲ ਹੋਈ ਮਹਿਸੂਸ ਕਰ ਰਹੀ ਸੀ। ਉਹ ਇੰਨੀ ਖੁਸ਼ ਸੀ ਕਿ ਕਮਰੇ 'ਚ ਟੱਪਦੀ ਫਿਰ ਰਹੀ ਸੀ, ਕਦੇ ਫਰਨੀਚਰ ਨੂੰ ਛੂਹਦੀ, ਕਦੇ ਗੱਦੀਆਂ ਨੂੰ, ਕਦੇ ਸੋਫਿਆਂ ਨੂੰ ਤੇ ਕਦੇ ਪਰਦਿਆਂ ਨੂੰ। ਹਰ ਚੀਜ਼ ਉਹਨੂੰ ਤਾਜ਼ਾ ਲੱਗ ਰਹੀ ਸੀ। ਜਦੋਂ ਉਹਦਾ ਪਤੀ ਘਰ ਮੁੜਿਆ ਤਾਂ ਉਹ ਉਸ ਵੱਲ ਭੱਜ ਕੇ ਗਈ ਤੇ ਚਿੰਬੜ ਗਈ। ਉਹਨੇ ਉਹਦੇ ਚਿਹਰੇ ਤੇ ਜਿਵੇਂ ਚੁੰਮਣਾ ਦੀ ਬੁਛਾੜ ਕਰ ਦਿੱਤੀ ਹੋਵੇ। ਜੇ ਉਹ ਸੋਚ ਕੇ ਵੇਖਦੀ ਤਾਂ ਉਹਦਾ ਆਪਣਾ ਘਰ ਹੋਟਲ ਦੇ ਛੋਟੇ ਭੱਦੇ ਕਮਰੇ ਦੇ ਮੁਕਾਬਲੇ ਸਵਰਗ ਹੀ ਤਾਂ ਸੀ, ਜਿੱਥੇ ਉਹ ਉਸ ਨੀਚ ਜਿਹੇ ਆਦਮੀ ਨਾਲ ਜਾ ਆਈ ਹੈ। ਮੈਨੂੰ ਆਪਣੇ ਪਤੀ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨਾ ਚਾਹੀਦਾ, ਕੁਝ ਇਸ ਤਰ੍ਹਾਂ ਦੇ ਵਿਚਾਰ ਉਹਨੂੰ ਆਉਂਦੇ ਰਹੇ ਸਨ। ਉਹਨੇ ਆਪਣੇ ਪਤੀ ਤੇ ਆਪਣੇ ਘਰ ਲਈ ਅਜਿਹਾ ਪਿਆਰ ਮਹਿਸੂਸ ਕੀਤਾ ਜੋ ਉਹਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ। ਪਰ ਵਿਆਖਿਆ ਨਾ ਕੀਤੇ ਜਾ ਸਕਣ ਵਾਲੀ ਵਜ੍ਹਾ ਉਹ ਆਨੂ ਨੂੰ ਮਿਲਣ ਜਾਂਦੀ ਰਹੀ। ਉਹ ਹਰ 5ਵੇਂ-6ਵੇਂ ਦਿਨ ਸੁਪਰਮਾਰਕੀਟ 'ਚ ਆ ਜਾਂਦਾ। ਅਕੀਕੋ ਜਦੋਂ ਵੀ ਆਪਣੇ ਇਸ ਸਬੰਧ ਨੂੰ ਜਾਰੀ ਰੱਖਿਆ ਵੇਖਦੀ ਤੇ ਸੋਚਦੀ ਤਾਂ ਆਪਣੇ ਅੰਦਰ ਹੀ ਅੰਦਰ ਬਿਮਾਰ ਜਿਹਾ ਮਹਿਸੂਸ ਕਰਦੀ। ਪਰ ਉਹ ਇਹ ਵੀ ਜਾਣਦੀ ਸੀ ਕਿ ਜੇ ਆਨੂ ਨੇ ਆਉਣਾ ਬੰਦ ਕਰ ਦਿੱਤਾ ਤਾਂ ਉਹ ਘੋਰ ਨਿਰਾਸ਼ਾ ਵਿੱਚ ਡੁੱਬ ਜਾਏਗੀ। ਉਹਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਆਨੂ ਵਿਆਹਿਆ ਹੋਇਆ ਜਾਂ ਨਹੀਂ। ਨਾ ਹੀ ਉਹਨੂੰ ਇਸ ਗੱਲ ਦੀ ਕੋਈ ਪਰਵਾਹ ਸੀ। ਆਨੂ ਦੇ ਵਿਅਕਤਿਤਵ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ। ਕਈ ਵਾਰ ਤਾਂ ਉਹ ਇਹ ਸੋਚ ਕੇ ਵੀ ਹੈਰਾਨ ਹੁੰਦੀ ਕਿ ਉਹਨੇ ਇਹ ਆਦਮੀ ਨੂੰ ਮੌਕਾ ਕਿਉਂ ਦਿੱਤਾ ਸੀ। ਕਿੰਨੇ ਹੀ ਆਦਮੀ ਉਸ ਤੋਂ ਪਹਿਲੇ ਅਕੀਕੋ ਨੂੰ ਪਹੁੰਚ ਕਰ ਚੁੱਕੇ ਸਨ, ਜਿਹੜੇ ਆਨੂ ਤੋਂ ਕਿਤੇ ਵੱਧ ਖਿੱਚ ਰੱਖਦੇ ਸਨ ਤੇ ਕਿਤੇ ਵੱਧ ਸੋਹਣਿਆਂ ਕੱਪੜਿਆਂ 'ਚ ਹੁੰਦੇ ਸਨ। ਕਈ ਉਹਨਾਂ ਵਿੱਚੋਂ ਕਾਲਜਾਂ ਦੇ ਜਵਾਨ ਮੁੰਡੇ ਵੀ ਸਨ ਜੋ ਨੀਲੀਆਂ ਜੀਨਾਂ ਪਾਈ ਹੁੰਦੇ ਸਨ। ਪਰ ਉਹਨੇ ਤਾਂ ਕਦੇ ਦੂਰ ਤੋਂ ਵੀ ਨਹੀਂ ਸੀ ਸੋਚਿਆ ਕਿਸੇ ਨਾਲ ਜਾਣ ਬਾਰੇ। ਉਹ ਬੜੇ ਮਾਣ ਨਾਲ ਆਪਣਾ ਮੂੰਹ ਉਹਨਾਂ ਤੋਂ ਦੂਜੇ ਪਾਸੇ ਕਰ ਲੈਂਦੀ ਸੀ ਤੇ ਉਹਨੂੰ ਹਰ ਵਾਰ ਇਹੀ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਦੀ ਔਰਤ ਨਹੀਂ ਹੈ। ਆਨੂ ਨਾਲ ਜੁੜਨ ਤੋਂ ਬਾਅਦ ਵੀ ਬਾਜ਼ਾਰ ਦੀ ਭੀੜ ਵਿੱਚ ਜਾ ਕੇ ਰੇਲਵੇ ਸਟੇਸ਼ਨਾਂ ਤੇ ਕਈ ਆਦਮੀਆਂ ਨੇ ਉਹਨੂੰ ਚਾਹ ਦਾ ਪਿਆਲਾ ਸਾਂਝਾ ਕਰਨ ਦੀ ਬੇਨਤੀ ਕੀਤੀ ਸੀ। ਹਰ ਵਾਰੀ ਉਹਨੇ ਦ੍ਰਿੜਤਾ ਨਾਲ ਆਪਣਾ ਸਿਰ ਝਟਕ ਦਿੱਤਾ ਸੀ ਤੇ ਇਸ ਤਰ੍ਹਾਂ ਦੇ ਬੁਲਾਵੇ ਨੂੰ ਅਣਡਿੱਠ ਕਰ ਦਿੱਤਾ ਸੀ। ਜਿਵੇਂ ਜਿਵੇਂ ਵਕਤ ਬੀਤਦਾ ਗਿਆ, ਅਕੀਕੋ ਜਦੋਂ ਵੀ ਆਨੂ ਨੂੰ ਮਾਰਕੀਟ ਦੇ ਉਸ ਥੰਮਲੇ ਕੋਲ ਖੜਾ ਵੇਖਦੀ ਤਾਂ ਉਹਦੀ ਚਿੜ ਹੋਰ ਵੱਧ ਜਾਂਦੀ। ਅੱਜ ਕੱਲ੍ਹ ਉਹ ਉੱਥੇ ਬਿਨਾਂ ਕਿਸੇ ਸ਼ਰਮ ਦੇ ਖੜਿਆ ਨਜ਼ਰ ਆਉਂਦਾ ਸੀ, ਪਰ ਜੇ ਕਿਤੇ ਉਹ ਕਈ ਦਿਨ ਨਜ਼ਰ ਨਾ ਆਉਂਦਾ ਤਾਂ ਹੋਰ ਵੀ ਪਰੇਸ਼ਾਨ ਹੋ ਜਾਂਦੀ। ਉਹ ਮਨ ਹੀ ਮਨ ਉਹਨੂੰ ਫਿੱਟ ਲਾਹਣਤਾਂ ਦਿੰਦੀ, ਪਰ ਜਿਸ ਦਿਨ ਉਹ ਨਜ਼ਰ ਆ ਜਾਂਦਾ ਤੇ ਉਹਦਾ ਸਰੀਰ ਭਾਰੀ ਪੈਣ ਲੱਗਦਾ ਤੇ ਸੁੰਨ ਜਿਹੀ ਹੋਣ ਲੱਗਦੀ। ਉਹਦਾ ਮਨ ਚੁੱਪਚਾਪ ਇੱਕ ਖਿੱਚ ਸਾਹਮਣੇ ਝੁਕਣ ਲੱਗਦਾ ਤੇ ਉਹ ਆਨੂ ਦੇ ਪਿੱਛੇ ਤੁਰ ਪੈਂਦੀ, ਜਿਵੇਂ ਕੋਈ ਅਦਿੱਖ ਡੋਰੀਆਂ ਉਹਨੂੰ ਚਲਾ ਰਹੀਆਂ ਹੋਣ। ਇਸ ਦੌਰਾਨ ਆਨੂ ਦੇ ਉਸ ਨੇ ਕਦੇ ਨਵੇਂ ਜੋੜਾ ਜੁਰਾਬਾਂ ਦਾ ਪਾਇਆ ਨਹੀਂ ਵੇਖਿਆ ਸੀ। ਚੰਗਾ, ਫਿਰ ਮੈਂ ਚੱਲਦਾ ਹੁਣ, ਆਨੂ ਟੇਬਲ ਦੇ ਦੂਜੇ ਪਾਸੇ ਤੋਂ ਫੁਸਫੁਸਾਇਆ। ਅਕੀਕੋ ਨੇ ਉਸਦੇ ਚਿਹਰੇ ਵੱਲ ਤੱਕਿਆ। ਉਹਦਾ ਚਿਹਰਾ ਹਮੇਸ਼ਾ ਨਾਲੋਂ ਵੱਧ ਸੁਆਹ ਰੰਗਾ ਨਜ਼ਰ ਆ ਰਿਹਾ ਸੀ। ਮੈਂ ਇਸ ਆਦਮੀ ਨੂੰ ਸ਼ਾਇਦ ਬਿਲਕੁਲ ਨਹੀਂ ਸਮਝ ਸਕੀ, ਉਹ ਸੋਚ ਰਹੀ ਸੀ। ਮੈਂ ਕਦੇ ਇਸ ਪੀਲੇ ਚਿਹਰੇ ਨੂੰ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਆਨੂ ਨੇ ਟੇਬਲ ਤੇ ਪਏ ਬਿੱਲ ਨੂੰ ਚੁੱਕਿਆ ਤੇ ਆਪਣੀ ਕੁਰਸੀ ਤੋਂ ਉੱਠਣ ਲੱਗਾ। ਇਸ ਮੌਕੇ ਤੇ ਅਕੀਕੋ ਨੂੰ ਆਪਣੇ ਗਲੇ 'ਚ ਸਾਹ ਰੁਕਣ ਵਰਗਾ ਕੁਝ ਮਹਿਸੂਸ ਹੋਇਆ। ਮੇਰਾ ਕੀ ਬਣੇਗਾ? ਇਹ ਸ਼ਬਦ ਬਿਨਾਂ ਸੋਚੇ ਉਹਦੇ ਮੂੰਹ 'ਚੋਂ ਨਿਕਲ ਗਏ। ਹੈਰਾਨੀ ਨਾਲ ਉਸ ਆਦਮੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਕੀ ਕਿਹਾ? ਕੀ ਮਤਲਬ ਤੇਰਾ?
ਇਹ ਸਭ ਕੁਝ ਅਸਹਿ ਹੈ, ਉਹ ਬੋਲੀ। ਬਿਨਾਂ ਕੋਈ ਗੱਲ ਕੀਤੇ ਤੂੰ ਐਲਾਨ ਕਰ ਦਿੱਤਾ ਕਿ ਅਸੀਂ ਮੁੜ ਕੇ ਨਹੀਂ ਮਿਲਾਂਗੇ। ਮੈਨੂੰ ਨਹੀਂ ਮਨਜ਼ੂਰ ਹੈ। ਆਨੋ ਦੇ ਬਿਲਕੁਲ ਪਿੱਛੇ ਖਿੜਕੀ 'ਚ ਨਜ਼ਰ ਆਉਂਦੀਆਂ ਉਹ ਨਿਪੱਤਰੀਆਂ ਟਹਿਣੀਆਂ ਹੁਣ ਜ਼ੋਰ-ਜ਼ੋਰ ਦੀ ਹਿੱਲ ਰਹੀਆਂ ਸਨ। ਅਸਮਾਨ ਹੋਰ ਵੀ ਉਦਾਸ ਹੋ ਗਿਆ ਲੱਗਦਾ ਸੀ। ਕਿਸੇ ਵਕਤ ਵੀ ਬਰਫ਼ ਪੈਣ ਜਾਂ ਗੜੇ ਪੈਣ ਦੀ ਆਸ ਸੀ। ਮੈਂ ਇਹ ਨਾ ਮਿਲਣ ਦਾ ਫੈਸਲਾ ਸਾਡੇ ਦੋਹਾਂ ਦੇ ਭਲੇ ਨੂੰ ਸੋਚ ਕੇ ਲਿਆ ਸੀ। ਉਹਨੇ ਚੁੱਪ ਜਿਹੀ ਨਜ਼ਰ ਵਿੱਚ ਹੇਠਾਂ ਝਾਕਦਿਆਂ ਕਿਹਾ, ਤੂੰ ਸਾਡੇ ਦੋਹਾਂ ਬਾਰੇ ਕਿੰਜ ਫੈਸਲਾ ਕਰ ਸਕਦਾ ਹੈ? ਤੈਨੂੰ ਕੀ ਪਤਾ ਕਿ ਮੇਰੇ ਦਿਮਾਗ 'ਚ ਕੀ ਹੈ? ਠੰਡ ਨਾਲ ਪੀੜਤ ਬੰਦੇ ਵਾਂਗੂ ਹੋਰ ਵੀ ਸੁੰਗੜ ਕੇ ਬੈਠ ਗਿਆ। ਮੇਰੇ ਕੋਲ ਤਾਂ ਕੁਝ ਵੀ ਨਹੀਂ ਰਹਿ ਜਾਏਗਾ, ਕੁਝ ਵੀ ਨਹੀਂ। ਅਕੀਕੋ ਦਰਦ ਭਰੀ ਤੇ ਪਤਲੀ ਆਵਾਜ਼ 'ਚ ਬੋਲ ਰਹੀ ਸੀ। ਜੇ ਤੂੰ ਮੈਨੂੰ ਛੱਡ ਕੇ ਇਸ ਤਰ੍ਹਾਂ ਤੁਰ ਗਿਆ ਤੇ ਜੇ ਮੈਂ ਤੈਨੂੰ ਮੁੜ ਕੇ ਨਾ ਵੇਖ ਸਕੀ ਤਾਂ ਮੇਰੇ ਪੱਲੇ ਤਾਂ ਕੁਝ ਨਹੀਂ ਰਹਿ ਜਾਏਗਾ। ਪਤਾ ਉਹਨੂੰ ਵੀ ਸੀ ਕਿ ਸਭ ਝੂਠ ਹੈ, ਕਿਉਂਕਿ ਉਹਦਾ ਇੱਕ ਘਰ ਹੈ ਤੇ ਪਤੀ ਹੈ। ਖੈਰ ਇਹ ਝੂਠ ਉਹਦੀ ਇਸ ਮੌਕੇ ਦੀ ਹਾਲਤ ਨੂੰ ਪ੍ਰਗਟ ਕਰ ਰਿਹਾ ਸੀ, ਕਿਉਂਕਿ ਉਸ ਸਮੇਂ ਉਸ ਆਦਮੀ ਦਾ ਅਕੀਕੋ ਨੂੰ ਇਕੱਲੇ ਛੱਡ ਜਾਣ ਬਾਰੇ ਸੋਚ ਕੇ ਉਹ ਗੜਬੜਾ ਜਿਹੀ ਗਈ ਸੀ। ਤੂੰ ਇਹ ਕਿਸ ਤਰ੍ਹਾਂ ਕਿਹਾ ਕਿ ਕੁਝ ਵੀ ਬਾਕੀ ਨਹੀਂ ਰਹਿ ਜਾਏਗਾ? ਤੇਰੇ ਕੋਲ ਹਾਲੇ ਵੀ ਤੇਰਾ ਘਰ ਹੈ, ਪਤੀ ਹੈ ਨਾ? ਉਹਦਾ ਜਵਾਬ ਬਿਨਾਂ ਸੋਚੇ ਤਿਆਰ ਸੀ। ਇਹ ਤੇਰੇ ਕਰਕੇ ਹੀ ਹੈ ਕਿ ਮੈਂ ਆਪਣੇ ਪਤੀ ਨਾਲ ਹਾਂ। ਇਹ ਤੇਰੇ ਕਰਕੇ ਹੀ ਹੈ ਕਿ ਮੈਂ ਆਪਣੇ ਘਰ 'ਚ ਰਹਿ ਰਹੀ ਹਾਂ। ਇੱਕ ਵਾਰ ਫਿਰ ਉਸ ਨੂੰ ਸੱਚ ਤੇ ਝੂਠ ਉਲਝਦਾ ਜਿਹਾ ਲੱਗਿਆ। ਉਹਦੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਤੇਰੇ ਤੋਂ ਕੋਈ ਵੱਡੀ ਚੀਜ਼ ਨਹੀਂ ਮੰਗ ਰਹੀ, ਨਾ ਹੀ ਮੈਂ ਤੈਨੂੰ ਆਪਣੇ ਨਾਲ ਵਿਆਹ ਕਰਨ ਲਈ ਕਹਿ ਰਹੀ ਹਾਂ। ਤੂੰ ਬਸ ਮੈਨੂੰ ਪਹਿਲਾਂ ਵਾਂਗ 5ਵੇਂ-6ਵੇਂ ਦਿਨ ਇੱਕ ਵਾਰੀ ਮਿਲ ਜਾਇਆ ਕਰ। ਬੇਸ਼ੱਕ 10ਵੇਂ ਦਿਨ ਹੀ ਮਿਲ ਲਿਆ ਕਰ। ਬਸ ਇੰਨਾ ਕੁ ਤੇਰੇ ਤੋਂ ਮੰਗਦੀ ਹਾਂ। ਤੂੰ ਕੀ ਚਾਹੁੰਦੀ ਹੈ ਤੂੰ ਕਹਿ ਲਿਆ, ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਤਰ੍ਹਾਂ ਜਾਰੀ ਨਹੀਂ ਰੱਖ ਸਕਾਂਗਾ। ਉਹ ਰੁਕ ਕੇ ਤੇ ਸੁੱਤੇ ਸਿੱਧ ਹੱਥ 'ਚ ਫੜੇ ਬਿੱਲ ਨੂੰ ਮਸਲਦਾ ਹੋਇਆ ਬੋਲਿਆ, ਕਿਉਂ ਨਹੀਂ? ਕਿ ਮੈਂ ਕੋਈ ਵੱਡੀ ਮੰਗ ਰਹੀ ਹਾਂ? ਰੈਸਟੋਰੈਂਟ ਵਿੱਚ ਹੁਣ ਚਾਰੇ ਪਾਸੇ ਖਾਲੀ ਟੇਬਲ ਨਜ਼ਰ ਆ ਰਹੇ ਸਨ। ਦੁਪਹਿਰ ਦੇ ਖਾਣੇ ਦਾ ਵਕਤ 2 ਵਜੇ ਖਤਮ ਕਰਕੇ ਦੁਕਾਨ 5 ਵਜੇ ਤੱਕ ਬੰਦ ਹੋ ਜਾਣੀ ਸੀ। 2 ਤੋਂ 5 ਮਿੰਟ ਉੱਪਰ ਹੋ ਚੁੱਕੇ ਸਨ। ਪੈਰੇ ਆਖਰੀ ਪਲੇਟਾਂ ਸਮੇਟ ਰਹੇ ਸਨ। ਮੈਨੂੰ ਬੇਚੈਨੀ ਹੋ ਰਹੀ ਹੈ। ਆਨੋ ਰੁਕਿਆ ਤੇ ਕਮਰੇ 'ਚ ਚਾਰੇ ਪਾਸੇ ਨਜ਼ਰ ਮਾਰਨ ਲੱਗਾ, ਜਿਵੇਂ ਕਿਸੇ ਦੀ ਸਹਾਇਤਾ ਲੱਭ ਰਿਹਾ ਹੋਵੇ, ਤੇ ਮੁੜ ਬੋਲਿਆ, ਕਿਉਂਕਿ ਮੈਨੂੰ ਇਹ ਸਭ ਸਮਝ ਨਹੀਂ ਆ ਰਿਹਾ। ਮੈਨੂੰ ਤੂੰ ਇੱਕ ਚੰਗੀ ਇਨਸਾਨ ਹੈ, ਪਰ ਅਚਾਨਕ ਜਿਵੇਂ ਅਕੀਕੋ ਇੱਕ ਬੇਹੋਸ਼ੀ ਵਿੱਚੋਂ ਨਿਕਲ ਆਈ ਹੋਵੇ। ਉਹਨੇ ਆਪਣੇ ਅੰਦਰੋਂ ਕੋਈ ਚੀਜ਼ ਆਜ਼ਾਦ ਹੁੰਦੀ ਮਹਿਸੂਸ ਕੀਤੀ। ਉਹਦੇ ਅੰਦਰ ਇਸ ਸਮੇਂ ਆਨੋ ਨੂੰ ਵੇਖਦੇ ਸਾਰ ਹਮੇਸ਼ਾ ਸੁੰਨ ਜਿਹਾ ਕਰਨ ਵਾਲਾ ਅਹਿਸਾਸ ਟੁੱਟ ਰਿਹਾ ਸੀ ਤੇ ਇਹਦੀ ਥਾਂ ਤੇ ਹਾਸੇ ਦਾ ਇੱਕ ਅਥਾਹ ਪਸਾਰ ਫੈਲਣ ਲੱਗਾ। ਅਚਾਨਕ ਉਹਨੇ ਮਿੰਨਾ ਹੱਸਣਾ ਸ਼ੁਰੂ ਕਰ ਦਿੱਤਾ। ਬੌਂਦਲਿਆ ਜਿਹਾ ਆਨੋ ਉਸ ਹੱਸਦੀ ਔਰਤ ਨੂੰ ਘੂਰਨ ਲੱਗਾ। ਉਹਦਾ ਮੂਰਖਤਾ ਭਰਿਆ ਚਿਹਰਾ ਇਸ ਸਮੇਂ ਇੰਨਾ ਅਜੀਬ ਲੱਗ ਰਿਹਾ ਸੀ ਕਿ ਉਹ ਹੋਰ ਵੀ ਜ਼ੋਰ ਦੀ ਹੱਸਣ ਲੱਗੀ ਤੇ ਉਦੋਂ ਤੱਕ ਹੱਸਦੀ ਰਹੀ ਜਦੋਂ ਤੱਕ ਉਹਦੀਆਂ ਅੱਖਾਂ 'ਚ ਪਾਣੀ ਨਾ ਆ ਗਿਆ। ਪਰ ਜਦੋਂ ਹੱਸ ਰਹੀ ਸੀ ਤਾਂ ਉਹਨੂੰ ਆਪਣੀ ਛਾਤੀ 'ਚ ਇੱਕ ਸਰਦ ਅਹਿਸਾਸ ਫੈਲਦਾ ਲੱਗ ਰਿਹਾ ਸੀ। ਅੰਦਰ ਕਿਤੇ ਬਹੁਤ ਡੂੰਘੇ ਉਹਨੇ ਇੱਕ ਅਥਾਹ ਕਾਲਾ ਖਲਾਅ ਫੈਲਦਾ ਮਹਿਸੂਸ ਕਰ ਲਿਆ ਸੀ। ਆਨੋ ਕਾਹਲੀ ਨਾਲ ਆਪਣੀ ਕੁਰਸੀ ਤੋਂ ਉੱਠਿਆ। ਉਹਦੇ ਚਿਹਰੇ 'ਤੇ ਪਰੇਸ਼ਾਨੀ ਫੈਲੀ ਸੀ। ਠੀਕ, ਮੈਂ ਜਾ ਰਿਹਾ। ਉਹ ਸੈਕਿੰਡ ਲਈ ਰੁਕਿਆ ਤਾਂ ਉਹਦੀਆਂ ਅੱਖਾਂ ਹੁਸ਼ਿਆਰੀ ਜਿਹੀ ਨਾਲ ਅਕੀਕੋ ਵੱਲ ਵੇਖ ਰਹੀਆਂ ਸਨ, ਪਰ ਉਹ ਤਾਂ ਇੱਕ ਟੱਕ ਵੇਖ ਰਹੀ ਸੀ, ਉਸ ਵੱਲ ਨਹੀਂ, ਸਗੋਂ ਖਿੜਕੀ ਤੋਂ ਬਾਹਰ ਵੀਰਾਨ ਟਹਿਣੀਆਂ ਵੱਲ। ਉਹ ਮੁੜਿਆ ਤੇ ਪਰਾਂ ਨੂੰ ਤੁਰ ਪਿਆ। ਪਿੱਛੋਂ ਅਕੀਕੋ ਹਲਕੀ ਜਿਹੀ ਫੁਸਫੁਸਾਹਟ ਕੁਝ ਬੋਲੀ ਸੀ। ਜਿਵੇਂ ਉਹ ਆਦਮੀ ਉਹਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ, ਉਹਦਾ ਚਿਹਰਾ ਆਪਣੀ ਸਧਾਰਨ ਸ਼ਕਲ ਗ੍ਰਹਿਣ ਕਰ ਗਿਆ। ਇੱਕ ਬਹਿਰਾ ਉਹਨੂੰ ਦੱਸਣ ਆਇਆ ਕਿ ਰੈਸਟੋਰੈਂਟ ਦੁਪਹਿਰ ਦੇ ਸਮੇਂ ਲਈ ਬੰਦ ਕਰਨ ਦਾ ਵਕਤ ਹੋ ਗਿਆ। ਬੜੀ ਫੁਰਤੀ ਨਾਲ ਉਹਨੇ ਸਹਿਮਤੀ ਲਈ ਸਿਰ ਦਾ ਇਸ਼ਾਰਾ ਕੀਤਾ ਤੇ ਦਰਵਾਜ਼ੇ ਵੱਲ ਤੁਰ ਪਈ। ਅਸਲ 'ਚ ਇੰਝ ਹੀ ਹੋਣਾ ਚਾਹੀਦਾ ਸੀ, ਉਹਨੇ ਸੋਚਿਆ। ਕਿੰਨਾ ਆਰਾਮ ਮਹਿਸੂਸ ਹੋ ਰਿਹਾ। ਚੰਗੀ ਗੱਲ ਤਾਂ ਇਹ ਹੋਈ ਕਿ ਮੈਂ ਇਸ ਸਾਰੇ ਸਿਲਸਿਲੇ ਨੂੰ ਇੰਨੇ ਆਰਾਮ ਨਾਲ ਖ਼ਤਮ ਕਰ ਦਿੱਤਾ। ਥੋੜ੍ਹੀ ਜਿੰਨੀ ਵੀ ਕੋਈ ਸਮੱਸਿਆ ਹੋ ਜਾਂਦੀ ਤਾਂ ਇਹ ਆਦਮੀ ਮੈਨੂੰ ਉਦੋਂ ਤੱਕ ਪਰੇਸ਼ਾਨ ਕਰ ਸਕਦਾ ਸੀ ਜਦ ਤੱਕ ਮੇਰੇ ਵਿਆਹ ਸੰਬੰਧਾਂ ਨੂੰ ਸੰਕਟ ਖੜਾ ਨਾ ਹੋ ਜਾਂਦਾ। ਮੈਨੂੰ ਇਸ ਨਾਲ ਕੋਈ ਮੁਹੱਬਤ ਤਾਂ ਹੋ ਨਹੀਂ ਸੀ ਗਈ। ਮੁਹੱਬਤ ਤਾਂ ਦੂਰ ਰਹੀ, ਮੈਨੂੰ ਤਾਂ ਚੰਗਾ ਵੀ ਨਹੀਂ ਸੀ ਲੱਗਦਾ। ਸ਼ੁਕਰ ਹੈ ਰੱਬ ਦਾ, ਮੇਰੇ ਸਿਰ ਤੋਂ ਇਹ ਭਾਰ ਲੈ ਗਿਆ। ਅਕੀਕੋ ਨੇ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਿਆ। ਲੰਬੀਆਂ ਵਲਦਾਰ ਪੌੜੀਆਂ 'ਚੋਂ ਆਉਂਦੀ ਸ਼ੂਕ ਦੀ ਹਵਾ ਦਾ ਇੱਕ ਸਰਦ ਬੁੱਲਾ ਸਿੱਧਾ ਉਹਦੇ ਚਿਹਰੇ 'ਤੇ ਆ ਕੇ ਵੱਜਿਆ। ਇਹ ਬੁੱਲਾ ਉਸ ਅੰਦਰਲੇ ਆਰਾਮ ਦੇ ਅਹਿਸਾਸ ਨੂੰ ਵਹਾ ਕੇ ਲੈ ਗਿਆ ਤੇ ਉਹਦੀ ਥਾਂ ਫੇਰ ਇੱਕ ਜਾਨਲੇਵਾ ਇਕੱਲਤਾ ਫੈਲ ਗਈ।
ਜਿਵੇਂ ਕਿ ਉਹਨੂੰ ਫਿਕਰ ਹੋ ਰਿਹਾ ਸੀ, ਉਸ ਉੱਪਰ ਇਹ ਅਹਿਸਾਸ ਛਾ ਗਿਆ ਕਿ ਉਹ ਆਦਮੀ ਆਪਣੇ ਨਾਲ ਸਭ ਕੁਝ ਲੈ ਗਿਆ ਸੀ ਤੇ ਪਿੱਛੇ ਕੁਝ ਵੀ ਬਾਕੀ ਨਹੀਂ ਸੀ ਰਹਿ ਗਿਆ। ਉਹਨੂੰ ਲੱਗਿਆ ਜਿਵੇਂ ਸਾਰੀ ਮਨੁੱਖ ਜਾਤੀ ਉਸ ਤੋਂ ਬੇਮੁਖ ਹੋ ਗਈ ਹੋਵੇ। ਬਹੁਤ ਕੋਸ਼ਿਸ਼ ਕਰਕੇ ਉਹਨੇ ਪੌੜੀਆਂ ਉਤਰਨੀਆਂ ਸ਼ੁਰੂ ਕੀਤੀਆਂ। ਉਹ ਹਰ ਕਦਮ ਬੜੇ ਧਿਆਨ ਨਾਲ ਚੁੱਕ ਰਹੀ ਸੀ। ਉਹਨੂੰ ਆਪਣਾ ਸਰੀਰ ਬੇਕਾਬੂ ਹੁੰਦਾ ਲੱਗਿਆ। ਕਿਸੇ ਨਾ ਕਿਸੇ ਤਰ੍ਹਾਂ ਤਾਕਤ ਇਕੱਠੀ ਕਰਕੇ ਉਹ ਆਖਰ ਹੇਠਾਂ ਸੜਕ ਤੇ ਪਹੁੰਚ ਗਈ। ਜੇ ਉਹ ਹੁਣ ਘਰ ਵੱਲ ਤੁਰ ਪਈ ਤਾਂ 3 ਵਜੇ ਦੇ ਕਰੀਬ ਘਰ ਪਹੁੰਚ ਜਾਏਗੀ। ਉਹ ਕਲਪਨਾ 'ਚ ਆਪਣੇ ਆਪ ਨੂੰ ਟੈਲੀਵਿਜ਼ਨ ਦੇ ਸਾਹਮਣੇ ਬੈਠੀ ਦੇਖ ਰਹੀ ਸੀ, ਐਨ ਉਸ ਥਾਂ ਤੇ ਬੈਠੀ ਜਿੱਥੇ ਸੋਫੇ ਦੀ ਇੱਕ ਨੁੱਕਰ 'ਚੋਂ ਕੌਫੀ ਦਾ ਪਿਆਲਾ ਹੱਥ 'ਚ ਫੜੀ ਬੈਠੀ ਹੁੰਦੀ ਸੀ। ਉਹਨੂੰ ਤਾਂ ਆਪਣੇ ਹੱਥ ਦੀਆਂ ਹਰਕਤਾਂ ਵੀ ਨਜ਼ਰ ਆ ਰਹੀਆਂ ਸਨ। ਟੈਲੀਵਿਜ਼ਨ ਦਾ ਸਵਿੱਚ ਹਿਲਾਉਂਦੇ ਹੋਏ ਬਿਨਾਂ ਸ਼ੱਕ ਉਹ ਟੈਲੀਵਿਜ਼ਨ ਹੀ ਵੇਖੇਗੀ, ਬਿਨਾਂ ਕਿਸੇ ਮਜ਼ੇ ਦੇ। ਅਕੀਕੋ ਨੇ ਬਿਨਾਂ ਮਤਲਬ ਘਰ ਤੋਂ ਉਲਟ ਪਾਸੇ ਵੱਲ ਤੁਰਨਾ ਸ਼ੁਰੂ ਕੀਤਾ। ਕੁਝ ਲੋਕ ਉਸ ਨਾਲ ਖਹਿ ਕੇ ਵੀ ਲੰਘੇ। ਉਹਨਾਂ 'ਚੋਂ ਇੱਕ ਜਵਾਨ ਕੁੜੀ ਨੇ ਉਸ ਵੱਲ ਗੌਰ ਨਾਲ ਵੇਖਿਆ ਤੇ ਕਿਹਾ, ਵੇਖ ਕੇ ਤੁਰ, ਤੂੰ ਕਿੱਧਰ ਨੂੰ ਜਾ ਰਹੀ ਹੈ? ਅਕੀਕੋ ਹੱਕੀ ਬੱਕੀ ਹੋਈ ਸੰਭਲ ਗਈ ਕਿ ਉਹ ਡਗਮਗਾਉਂਦਿਆਂ ਤੁਰ ਰਹੀ ਸੀ। ਅਸਮਾਨ ਦੀ ਭੂਰੀ ਚਾਦਰ ਇੰਨੀ ਨੀਵੀਂ ਆ ਗਈ ਸੀ ਕਿ ਜਿਵੇਂ ਰੁੰਡ ਮਰੁੰਡ ਟਹਿਣੀਆਂ ਤੇ ਵਿਛਣ ਲੱਗੀ ਹੋਵੇ। ਜੇ ਇਸ ਦੁਪਹਿਰ ਦਾ ਅੰਤ ਬਰਫੀਲਾ ਹੀ ਹੋਣਾ ਹੈ ਤਾਂ ਅਕੀਕੋ ਚਾਹੁੰਦੀ ਸੀ ਕਿ ਉਹ ਹੁਣੇ ਹੋ ਜਾਏ। ਆਪਣੀ ਠੰਡੀ ਓਵਰਕੋਟ ਦੇ ਕਾਲਰਾਂ 'ਚ ਲੁਕਾਉਂਦੀ ਹੋਈ ਉਹ ਇੱਕ ਚੁਰਸਤੇ ਤੇ ਟ੍ਰੈਫਿਕ ਦੇ ਇਸ਼ਾਰੇ ਦੀ ਉਡੀਕ ਕਰਨ ਲੱਗੀ। ਹੋਰ ਵੀ ਬਹੁਤ ਸਾਰੇ ਲੋਕ ਹਰੀ ਬੱਤੀ ਦੀ ਉਡੀਕ 'ਚ ਖੜੇ ਸਨ। ਕੁਝ ਕਾਲੇ ਬੰਦੇ ਤਾਂ ਸੜਕ ਦੇ ਅੱਗੇ ਤੱਕ ਖੜੇ ਹੋਏ ਸਨ, ਕਿਉਂਕਿ ਅਕੀਕੋ ਨੂੰ ਕੋਈ ਕਾਹਲੀ ਨਹੀਂ ਸੀ, ਇਸ ਲਈ ਹਰੀ ਬੱਤੀ ਹੋਣ ਤੇ ਵੀ ਕੁਝ ਦੇਰ ਫੁੱਟਪਾਥ ਤੇ ਰੁਕੀ ਰਹੀ। ਐਨ ਉਸ ਸਮੇਂ ਘਟਨਾ ਵਾਪਰੀ। ਮੇਰੇ ਨਾਲ ਚਾਹ ਦਾ ਪਿਆਲਾ ਸਾਂਝਾ ਕਰੋਗੇ? ਇੱਕ ਆਦਮੀ ਨੇ ਉਹਦੇ ਕੰਨ 'ਚ ਫੁਸਫੁਸਾਉਂਦਿਆਂ ਬੇਨਤੀ ਕੀਤੀ ਸੀ। ਉਹਨੇ ਇੰਨਾ ਕੋਲ ਤੋਂ ਇਹ ਗੱਲ ਕਹੀ ਸੀ ਕਿ ਅਕੀਕੋ ਨੇ ਉਹਦੇ ਨਿੱਘੇ ਸਾਹਾਂ ਨੂੰ ਆਪਣੀ ਧੌਣ ਤੇ ਮਹਿਸੂਸ ਕੀਤਾ ਸੀ। ਆਪਣੇ ਅੰਦਰੋਂ ਉੱਠਦੀ ਇੱਕ ਤਰੰਗ ਨੂੰ ਰੋਕਦਿਆਂ ਉਹਨੇ ਇੱਕ ਨਜ਼ਰ ਉਸ ਆਦਮੀ ਵੱਲ ਵੇਖਿਆ। ਉਹਦਾ ਪਹਿਲਾ ਪ੍ਰਭਾਵ ਉਹਨੇ ਭੂਰੇ ਰੰਗ ਵਜੋਂ ਲਿਆ। ਸ਼ਾਇਦ ਇਹ ਪ੍ਰਭਾਵ ਉਸ ਆਦਮੀ ਦੇ ਭੂਰੇ ਰੰਗ ਦੇ ਸੂਟ ਕਰਕੇ ਪਿਆ ਸੀ। ਅਗਲੇ ਹੀ ਪਲ ਉਹਦੀ ਨਜ਼ਰ ਉਸ ਆਦਮੀ ਦੇ ਹੱਥਾਂ ਵੱਲ ਸੀ। ਠੀਕ ਹੈ, ਉਸਨੇ ਹਲਕੇ ਜਿਹੇ ਹਾਂ 'ਚ ਸਿਰ ਹਿਲਾਉਂਦਿਆਂ ਕਿਹਾ। ਜਦ ਤੱਕ ਉਹਨਾਂ ਨੇ ਸੜਕ ਪਾਰ ਕੀਤੀ, ਅਕੀਕੋ ਨੇ ਆਪਣੇ ਆਪ ਨੂੰ ਉਸ ਆਦਮੀ ਨਾਲ ਜੁੜ ਕੇ ਤੇ ਮੋਢੇ ਨਾਲ ਮੋਢਾ ਜੋੜੀ ਤੁਰੇ ਜਾਂਦਾ ਮਹਿਸੂਸ ਕੀਤਾ। ਧੰਨਵਾਦ। ਕਥਾ ਜਾਪਾਨੀ ਪੁਸਤਕ ਦੀ ਲਾਸਟ ਕਹਾਣੀ ਹੈ ਧੁੱਪ ਦਾ ਟੁਕੜਾ। ਇਹ 5 ਮਿੰਨੀ ਕਹਾਣੀਆਂ ਦਾ ਇਕੱਠ ਹੈ। ਮੇਰੀ ਉਮਰ ਉਦੋਂ 24 ਸਾਲ ਸੀ। ਪਤਝੜ ਦੇ ਦਿਨ ਸਨ। ਸਮੁੰਦਰ ਕੰਢੇ ਇੱਕ ਆਰਾਮਗਾਹ ਵਿੱਚ ਮੇਰੀ ਮੁਲਾਕਾਤ ਉਸ ਕੁੜੀ ਨਾਲ ਹੋਈ। ਇਹ ਮੁਹੱਬਤ ਦੀ ਸ਼ੁਰੂਆਤ ਸੀ। ਉਸ ਕੁੜੀ ਨੇ ਅਚਾਨਕ ਆਪਣਾ ਸਿਰ ਉੱਪਰ ਚੁੱਕਿਆ ਤੇ ਫਿਰ ਆਪਣੇ ਚਿਹਰੇ ਨੂੰ ਕਿਮੋਨੋ ਦੀ ਬਾਂਹ ਪਿੱਛੇ ਲੁਕਾ ਲਿਆ। ਜਦੋਂ ਮੇਰਾ ਧਿਆਨ ਉਹਦੇ ਇਸ ਤਰ੍ਹਾਂ ਕਰਨ ਵੱਲ ਗਿਆ ਤਾਂ ਮੈਨੂੰ ਖਿਆਲ ਆਇਆ ਕਿ ਮੈਂ ਜ਼ਰੂਰ ਸੁੱਤੇ ਸਿੱਧ ਆਪਣੀ ਉਸ ਪੁਰਾਣੀ ਬੁਰੀ ਆਦਤ ਨੂੰ ਦੁਹਰਾਇਆ ਹੋਵੇਗਾ। ਇਹ ਸੋਚ ਕੇ ਮੈਂ ਪਰੇਸ਼ਾਨ ਹੋ ਗਿਆ ਤੇ ਮੇਰੇ ਚਿਹਰੇ ਤੇ ਪੀੜ ਦਾ ਅਹਿਸਾਸ ਫੈਲ ਗਿਆ। ਮੈਂ ਤੇਰੇ ਵੱਲ ਟਿਕ-ਟਿਕੀ ਲਾ ਕੇ ਵੇਖ ਰਿਹਾ ਸੀ। ਕਿਉਂ? ਇਹੀ ਗੱਲ ਹੈ ਨਾ? ਹਾਂ, ਪਰ ਬਹੁਤ ਬੁਰੀ ਨਜ਼ਰ ਨਹੀਂ ਸੀ। ਉਹਦੀ ਆਵਾਜ਼ ਕੋਮਲ ਤੇ ਉਹਦੇ ਸ਼ਬਦ ਸਹਿਜ ਚਿੱਤ ਸਨ। ਮੈਂ ਆਪਣੇ ਆਪ ਨੂੰ ਹਲਕਾ ਜਿਹਾ ਮਹਿਸੂਸ ਕੀਤਾ। ਪਰ ਮੇਰੇ ਇਸ ਤਰ੍ਹਾਂ ਘੂਰਨ ਨਾਲ ਤੈਨੂੰ ਕਸ਼ਟ ਹੋਇਆ ਹੋਵੇਗਾ। ਨਹੀਂ, ਐਸੀ ਕੋਈ ਗੱਲ ਨਹੀਂ। ਪਰ ਨਹੀਂ, ਚਿੰਤਾ ਨਾ ਕਰ। ਉਹਨੇ ਆਪਣੇ ਕਿਮੋਨੋ ਦੀ ਬਾਂਹ ਚਿਹਰੇ ਤੋਂ ਹਟਾ ਲਈ। ਉਹਦੇ ਹਾਵ ਭਾਵ ਤੋਂ ਲੱਗਦਾ ਸੀ ਕਿ ਉਹਨੂੰ ਆਪਣਾ ਚਿਹਰਾ ਸਾਹਮਣੇ ਕਰ ਦੇਣ ਲਈ ਸ਼ਰਮ ਆ ਰਹੀ ਸੀ। ਮੈਂ ਆਪਣਾ ਮੂੰਹ ਘੁਮਾ ਲਿਆ ਤੇ ਸਮੁੰਦਰ ਵੱਲ ਵੇਖਣ ਲੱਗਾ। ਆਪਣੇ ਨਜ਼ਦੀਕ ਬੈਠੇ ਲੋਕਾਂ ਵੱਲ ਘੂਰ-ਘੂਰ ਕੇ ਵੇਖਣ ਦੀ ਮੈਨੂੰ ਪੁਰਾਣੀ ਆਦਤ ਹੈ। ਮੈਂ ਕਈ ਵਾਰ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਦਾ ਸੋਚਿਆ, ਪਰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਚਿਹਰਿਆਂ ਵੱਲ ਨਾ ਵੇਖਣ ਨਾਲ ਮੈਨੂੰ ਅਜੀਬ ਜਿਹੀ ਬੇਚੈਨੀ ਹੋਣ ਲੱਗਦੀ। ਪਰ ਜਦੋਂ ਵੀ ਮੇਰਾ ਧਿਆਨ ਆਪਣੀ ਇਸ ਘੂਰਦੀ ਨਜ਼ਰ ਵੱਲ ਚਲਾ ਜਾਂਦਾ ਤਾਂ ਮੇਰੇ ਅੰਦਰ ਆਤਮਾ ਘਿਰਣਾ ਦਾ ਅਹਿਸਾਸ ਉੱਠਣ ਲੱਗਦਾ। ਸ਼ਾਇਦ ਮੇਰੀ ਇਸ ਆਦਤ ਦੇ ਬਣਨ ਦਾ ਕਾਰਨ ਮੇਰੇ ਬਚਪਨ ਵਿੱਚ ਸੀ। ਬਚਪਨ ਵਿੱਚ ਹੀ ਆਪਣੇ ਮਾਪੇ ਤੇ ਆਪਣਾ ਘਰ ਗਵਾ ਲੈਣ ਕਾਰਨ ਮੈਨੂੰ ਹੋਰ ਲੋਕਾਂ ਨਾਲ ਰਹਿਣਾ ਪਿਆ ਸੀ, ਜਿਸ ਕਰਕੇ ਮੈਂ ਹਮੇਸ਼ਾ ਉਹਨਾਂ ਦੇ ਚਿਹਰਿਆਂ ਦੇ ਹਾਵਾਂ ਭਾਵਾਂ ਨੂੰ ਘੋਖਦਾ ਰਹਿੰਦਾ ਸੀ। ਸ਼ਾਇਦ ਇੱਥੋਂ ਹੀ ਮੇਰੀ ਘੂਰਨ ਵਾਲੀ ਆਦਤ ਦੀ ਨੀਂਹ ਵੱਜੀ ਹੋਏਗੀ। ਮੈਂ ਉਸ ਕੁੜੀ ਦੇ ਸਾਹਮਣੇ ਬੈਠਾ ਸੋਚ ਰਿਹਾ ਸੀ। ਮੈਂ ਕਈ ਵਾਰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੀ ਇਸ ਆਦਤ ਦਾ ਮੁੱਢ ਕਿਹਨਾਂ ਦਿਨਾਂ 'ਚ ਵੱਜਾ ਸੀ। ਕਦੇ ਮੈਨੂੰ ਲੱਗਦਾ ਸੀ ਇਹ ਆਦਤ ਮੇਰੇ ਆਪਣੇ ਘਰ ਵਿੱਚ ਹੀ ਬਣ ਚੁੱਕੀ ਸੀ। ਕਦੇ ਮੈਨੂੰ ਲੱਗਦਾ ਮੇਰੀ ਪਰਵਰਿਸ਼
ਹੋਰ ਲੋਕਾਂ ਰਾਹੀਂ ਹੋਣ ਦੇ ਦਿਨਾਂ 'ਚ ਮੇਰੀ ਆਦਤ ਵਿਕਸਿਤ ਹੋਈ ਸੀ, ਪਰ ਮੈਂ ਕਿਸੇ ਅੰਤਿਮ ਸਿੱਟੇ ਤੇ ਨਾ ਪਹੁੰਚ ਪਾਉਂਦਾ। ਖੈਰ, ਜਦੋਂ ਮੈਂ ਆਪਣੀ ਨਜ਼ਰ ਉਸ ਕੁੜੀ ਤੋਂ ਹਟਾ ਲਈ ਤਾਂ ਮੇਰਾ ਧਿਆਨ ਸਮੁੰਦਰ ਦੀ ਬੀਚ ਤੇ ਫੈਲੀ ਪਤਝੜੀ ਧੁੱਪ ਦੇ ਇੱਕ ਟੁਕੜੇ ਵੱਲ ਚਲਾ ਗਿਆ। ਧੁੱਪ ਦੇ ਇਸ ਟੁਕੜੇ ਨੇ ਮੇਰੀ ਯਾਦਾਸ਼ਤ 'ਚ ਗੁੰਮ ਚੁੱਕੀ ਇੱਕ ਪੁਰਾਣੀ ਯਾਦ ਨੂੰ ਤਾਜ਼ਾ ਕਰ ਦਿੱਤਾ। ਆਪਣੇ ਮਾਤਾ-ਪਿਤਾ ਦੇ ਗੁਜ਼ਰਨ ਤੋਂ ਬਾਅਦ ਮੈਂ ਆਪਣੇ ਦਾਦੇ ਨਾਲ ਰਹਿਣ ਲੱਗਾ ਸੀ। ਆਪਣੇ ਦਾਦੇ ਨਾਲ ਮੈਂ ਉਸ ਪਿੰਡ 'ਚ 10 ਸਾਲ ਰਿਹਾ। ਮੇਰਾ ਦਾਦਾ ਅੰਨਾ ਸੀ, ਚੜ੍ਹਦੇ ਵਾਲੇ ਪਾਸੇ ਮੂੰਹ ਕਰੀ, ਸਾਹਮਣੇ ਕੋਲੇ ਦੀ ਅੰਗੀਠੀ ਭਖਦੀ। ਮੇਰਾ ਦਾਦਾ ਕਈ ਸਾਲਾਂ ਤੋਂ ਉਸ ਕਮਰੇ ਦੀ ਉਸੇ ਥਾਂ ਤੇ ਬੈਠਦਾ ਆ ਰਿਹਾ ਸੀ। ਕਦੀ ਕਦਾਈ ਉਹ ਆਪਣਾ ਮੂੰਹ ਦੱਖਣ ਵੱਲ ਫੇਰ ਲੈਂਦਾ, ਪਰ ਮੈਂ ਉਹਨੂੰ ਉੱਤਰ ਵੱਲ ਮੂੰਹ ਕੀਤੇ ਕਦੇ ਨਹੀਂ ਸੀ ਵੇਖਿਆ। ਇੱਕ ਦਿਨ ਅਚਾਨਕ ਮੈਨੂੰ ਆਪਣੇ ਦਾਦੇ ਤੇ ਹਮੇਸ਼ਾ ਇੱਕੋ ਦਿਸ਼ਾ ਵੱਲ ਮੂੰਹ ਫੇਰਨ ਦਾ ਅਹਿਸਾਸ ਹੋਇਆ। ਮੈਂ ਹੋਰ ਵੀ ਧਿਆਨ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਕਈ ਵਾਰ ਮੈਂ ਦੇਰ ਤੱਕ ਆਪਣੇ ਦਾਦੇ ਦੇ ਸਾਹਮਣੇ ਬੈਠਾ ਉਹਦੇ ਚਿਹਰੇ ਤੇ ਟਿਕਟਿਕੇ ਲਗਾਈ ਦੇਖਦਾ ਰਹਿੰਦਾ। ਮੈਂ ਉਡੀਕਦਾ ਕਿ ਸ਼ਾਇਦ ਉਹ ਇੱਕ ਵਾਰੀ ਉੱਤਰ ਵੱਲ ਵੀ ਆਪਣਾ ਮੂੰਹ ਘੁਮਾ ਲਵੇ, ਪਰ ਮੇਰਾ ਦਾਦਾ ਬਿਜਲੀ ਦੇ ਖਿਡੌਣੇ ਵਾਂਗ ਹਰ 5 ਮਿੰਟ ਬਾਅਦ ਸਿਰਫ ਦੱਖਣ ਵੱਲ ਹੀ ਮੂੰਹ ਘੁਮਾਉਂਦਾ। ਉਹਦੇ ਬਾਰ-ਬਾਰ ਇਸ ਤਰ੍ਹਾਂ ਕਰਨ ਨਾਲ ਮੈਂ ਉਦਾਸ ਜਿਹਾ ਹੋ ਜਾਂਦਾ। ਮੈਨੂੰ ਅਜੀਬ ਜਿਹਾ ਲੱਗਦਾ, ਪਰ ਅਸਲ ਵਿੱਚ ਦੱਖਣ ਵਾਲੇ ਪਾਸੇ ਇੱਕ ਧੁੱਪ ਵਾਲੀ ਥਾਂ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਇੱਕ ਅੰਨੇ ਆਦਮੀ ਨੂੰ ਦੱਖਣ ਵਾਲੇ ਪਾਸੇ ਦੇ ਉਸ ਧੁੱਪ ਦੇ ਟੁਕੜੇ ਦਾ ਅਹਿਸਾਸ ਕਿੰਝ ਹੋ ਜਾਂਦਾ ਹੈ। ਹੁਣ ਬੀਚ ਵੱਲ ਵੇਖਦਿਆਂ ਅਚਾਨਕ ਮੈਨੂੰ ਉਸ ਧੁੱਪ ਦੇ ਟੁਕੜੇ ਦਾ ਖਿਆਲ ਆ ਗਿਆ ਜੋ ਮੈਂ ਭੁੱਲ ਚੁੱਕਾ ਸੀ। ਉਹਨਾਂ ਦਿਨਾਂ 'ਚ ਮੈਂ ਆਪਣੇ ਦਾਦੇ ਦੇ ਚਿਹਰੇ ਨੂੰ ਘੂਰਦਾ ਹੁੰਦਾ ਸੀ ਤੇ ਇੱਛਾ ਕਰਦਾ ਸੀ ਕਿ ਉੱਤਰ ਵੱਲ ਮੂੰਹ ਘੁਮਾ ਲਵੇ। ਕਿਉਂਕਿ ਉਹਨਾਂ ਸੀ, ਇਸ ਲਈ ਮੈਂ ਇੱਕ ਟੱਕ ਉਸ ਵੱਲ ਵੇਖਦਾ ਰਹਿੰਦਾ ਸੀ। ਹੁਣ ਮੈਨੂੰ ਲੱਗ ਰਿਹਾ ਹੈ ਕਿ ਇਹੀ ਗੱਲ ਹੋਰਾਂ ਲੋਕਾਂ ਦੇ ਚਿਹਰਿਆਂ ਨੂੰ ਘੂਰਨ ਵਾਲੀ ਮੇਰੀ ਆਦਤ ਦਾ ਆਧਾਰ ਬਣੀ ਹੋਏਗੀ। ਇਹਦਾ ਮਤਲਬ ਇਹ ਹੋਇਆ ਕਿ ਮੇਰੀ ਇਸ ਆਦਤ ਦਾ ਮੁੱਢ ਮੇਰੇ ਆਪਣੇ ਘਰ ਵਿੱਚ ਹੀ ਬੱਝ ਚੁੱਕਾ ਸੀ। ਮਤਲਬ ਇਹ ਕਿ ਉਹ ਆਦਤ ਮੇਰੇ ਮੂਲ ਸੁਭਾਅ ਵਿੱਚ ਪੈਦਾ ਨਹੀਂ ਹੋਈ। ਹੁਣ ਮੈਂ ਆਪਣੇ ਆਪ ਨੂੰ ਇਸ ਆਦਤ ਕਾਰਨ ਪੈਦਾ ਹੁੰਦੇ ਸਵੈ ਤਰਸ ਤੋਂ ਬਚਾ ਸਕਦਾ ਸੀ। ਇਸ ਪਰਿਵਾਰ ਨਾਲ ਮੈਂ ਬੇਹੱਦ ਖੁਸ਼ ਹੋ ਗਿਆ। ਵੱਡੀ ਗੱਲ ਸੀ ਕਿ ਮੇਰੇ ਮਨ ਅੰਦਰ ਉਸ ਕੁੜੀ ਵਾਸਤੇ ਸਾਫ਼ ਸੁਥਰਾ ਹੋਣ ਦੀ ਇੱਛਾ ਭਰ ਗਈ ਸੀ। ਉਹ ਕੁੜੀ ਦੁਬਾਰਾ ਬੋਲੀ, ਮੈਨੂੰ ਇਸ ਦੀ ਆਦਤ ਹੈ, ਪਰ ਫਿਰ ਵੀ ਮੈਨੂੰ ਸ਼ਰਮ ਆ ਰਹੀ ਹੈ। ਉਹਦੇ ਇਸ ਤਰ੍ਹਾਂ ਕਹਿਣ ਦਾ ਮਤਲਬ ਸੀ ਕਿ ਮੈਂ ਉਹਦੇ ਚਿਹਰੇ ਵੱਲ ਮੁੜ ਵੇਖ ਸਕਦਾ ਸਾਂ। ਮੈਂ ਉਸ ਵੱਲ ਵੇਖਿਆ ਤੇ ਮੇਰਾ ਚਿਹਰਾ ਪਹਿਲਾਂ ਨਾਲੋਂ ਵੱਧ ਚਮਕ ਰਿਹਾ ਸੀ। ਉਹਦੇ ਚਿਹਰੇ ਤੇ ਸ਼ਰਮ ਨਾਲ ਲਾਲੀ ਦੌੜਨ ਲੱਗੀ ਤੇ ਉਹਨੇ ਕਤਲ ਕਰ ਦੇਣ ਵਾਲੀ ਨਜ਼ਰ ਨਾਲ ਮੇਰੇ ਵੱਲ ਵੇਖਦਿਆਂ ਕਿਹਾ, ਮੇਰੇ ਚਿਹਰੇ ਦੀ ਸੁੰਦਰਤਾ ਦਿਨੋਂ ਦਿਨ ਘਟਦੀ ਜਾਏਗੀ, ਇਸ ਲਈ ਮੈਨੂੰ ਤੇਰੇ ਘੂਰਨ ਦਾ ਕੋਈ ਫਰਕ ਨਹੀਂ ਹੈ। ਇਹ ਬੋਲਦੇ ਸਮੇਂ ਉਹ ਬੱਚਿਆਂ ਵਾਂਗ ਲੱਗ ਰਹੀ ਸੀ। ਮੈਂ ਮੁਸਕਰਾਉਣ ਲੱਗਾ। ਮੈਨੂੰ ਅਹਿਸਾਸ ਹੋਇਆ ਜਿਵੇਂ ਸਾਡੇ ਰਿਸ਼ਤੇ ਅੰਦਰ ਇੱਕ ਤਰ੍ਹਾਂ ਦੀ ਨੇੜਤਾ ਆ ਗਈ ਹੋਵੇ। ਅਚਾਨਕ ਮੇਰਾ ਦਿਲ ਕਰਨ ਲੱਗਾ ਕਿ ਮੈਂ ਇਸ ਕੁੜੀ ਦੇ ਤੇ ਆਪਣੇ ਦਾਦੇ ਦੀ ਯਾਦ ਨੂੰ ਲੈ ਕੇ ਬੀਚ ਕਿਨਾਰੇ ਫੈਲੇ ਉਸ ਧੁੱਪ ਦੇ ਟੁਕੜੇ ਕੋਲ ਚਲਾ ਜਾਵਾਂ। ਧੰਨਵਾਦ। ਅਗਲੀ ਮਿੰਨੀ ਕਹਾਣੀ ਹੈ ਅੱਗ ਵੱਲ ਜਾ ਰਹੀ ਕੁੜੀ। ਦੂਰੋਂ ਵੇਖਿਆ ਝੀਲ ਦਾ ਪਾਣੀ ਲਿਸ਼ਕਾ ਮਾਰਦਾ ਸੀ। ਇੱਕ ਪੁਰਾਤਨ ਬਗੀਚੇ ਦੀ ਚਾਨਣੀ ਸ਼ਾਮ 'ਚ ਪਸਰੀ ਬਸੰਤ ਦਾ ਰੰਗ ਸੀ। ਝੀਲ ਦੇ ਪਰਲੇ ਪਾਸੇ ਕਿਨਾਰੇ ਤੇ ਝਾੜੀਆਂ ਖਾਮੋਸ਼ੀ ਨਾਲ ਬਲ ਰਹੀਆਂ ਸਨ। ਮੇਰੇ ਵੇਖਦੇ ਵੇਖਦੇ ਜੰਗਲੀ ਅੱਗ ਫੈਲਣ ਲੱਗੀ ਸੀ। ਝੀਲ ਦੇ ਕਿਨਾਰੇ ਤੇ ਅੱਗ ਬੁਝਾਉਣ ਵਾਲਾ ਟਰੱਕ ਤੇਜ਼ੀ ਨਾਲ ਦੌੜਦਾ ਨਜ਼ਰ ਆ ਰਿਹਾ ਸੀ। ਝੀਲ ਦੇ ਪਾਣੀਆਂ ਵਿੱਚੋਂ ਇਸ ਦੌੜਦੇ ਟਰੱਕ ਦਾ ਪ੍ਰਤੀਬਿੰਬ ਕਿਸੇ ਚਮਕੀਲੇ ਖਿਡੌਣੇ ਵਾਂਗ ਲੱਗ ਰਿਹਾ ਸੀ। ਲੋਕਾਂ ਦੀ ਵੱਧਦੀ ਭੀੜ ਨੇ ਪਹਾੜੀ ਨੂੰ ਹੇਠਾਂ ਤੋਂ ਲੈ ਕੇ ਸਿਖਰ ਤੱਕ ਲੁਕੋ ਲਿਆ ਸੀ। ਜਦੋਂ ਮੇਰਾ ਧਿਆਨ ਆਪਣੇ ਆਪ ਵੱਲ ਪਰਤਿਆ ਤਾਂ ਮੇਰੇ ਚੁਫੇਰੇ ਸੁੱਕੀ ਹਵਾ ਤੇ ਖਾਮੋਸ਼ੀ ਪਸਰ ਚੁੱਕੀ ਸੀ। ਢਲਾਣ ਦੇ ਮੁੱਢ 'ਚ ਕਸਬੇ ਦੀ ਲੰਬੀ ਪੁਤਲੀ ਟੁਕੜੀ ਅੱਗ ਦੇ ਸਮੁੰਦਰ 'ਚ ਬਦਲ ਚੁੱਕੀ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਸਭ ਕੁਝ ਇੱਕ ਖਾਮੋਸ਼ ਸੰਸਾਰ ਦਾ ਹਿੱਸਾ ਸੀ। ਜਦੋਂ ਮੈਂ ਉਸ ਕੁੜੀ ਨੂੰ ਸਿੱਧਾ ਅੱਗ ਦੇ ਸਮੁੰਦਰ ਵੱਲ ਵਧਦਿਆਂ ਵੇਖਿਆ ਤਾਂ ਮੈਂ ਸਹਿਣ ਨਾ ਕਰ ਸਕਿਆ। ਫਿਰ ਮੈਂ ਬਿਨਾਂ ਕਿਸੇ ਸ਼ਬਦ ਦੇ ਚੁੱਪ ਦੀ ਭਾਸ਼ਾ ਵਿੱਚ ਉਸ ਕੁੜੀ ਦੇ ਭਾਵਾਂ ਨਾਲ ਸੰਵਾਦ ਕਰਨ ਲੱਗਾ। ਤੂੰ ਇਕੱਲੀ ਪਹਾੜ ਦੇ ਪੈਰਾਂ ਵੱਲ ਕਿਉਂ ਜਾ ਰਹੀ ਹੈ? ਕੀ ਤੇਰਾ ਅੱਗ 'ਚ ਸੜ ਮਰਨ ਦਾ ਇਰਾਦਾ ਹੈ? ਮੈਂ ਮਰਨਾ ਨਹੀਂ ਚਾਹੁੰਦੀ, ਪਰ ਤੇਰਾ ਘਰ ਪੱਛਮ ਵੱਲ ਹੈ ਤੇ ਇਸ ਲਈ ਮੈਂ ਪੂਰਬ ਵੱਲ ਜਾ ਰਹੀ ਹਾਂ। ਅੱਗ ਦੀਆਂ ਲਾਟਾਂ ਦੇ ਸਾਹਮਣੇ ਉਹਦਾ ਇੱਕ ਕਾਲੇ ਧੱਬੇ ਵਾਂਗ ਲੱਗਣਾ, ਇਹ ਦ੍ਰਿਸ਼ ਮੇਰੀਆਂ ਅੱਖਾਂ ਨੂੰ ਵਿੰਨ ਗਿਆ। ਮੇਰੀ ਨੀਂਦ ਖੁੱਲ੍ਹ ਗਈ ਸੀ। ਮੇਰੀਆਂ ਅੱਖਾਂ 'ਚ ਹੰਝੂ ਭਰੇ ਹੋਏ ਸਨ। ਉਹਨੇ ਕਿਹਾ ਸੀ ਉਹ ਮੇਰੇ ਘਰ ਦੀ ਦਿਸ਼ਾ ਵੱਲ ਨਹੀਂ ਸੀ ਜਾਣਾ ਚਾਹੁੰਦੀ। ਮੈਂ ਪਹਿਲਾਂ ਹੀ ਇਸ ਗੱਲ ਤੋਂ ਸੁਚੇਤ ਹੋ ਚੁੱਕਾ ਸੀ।
ਉਹਨੇ ਜੋ ਕੁਝ ਵੀ ਸੋਚਿਆ ਸੀ ਮੈਨੂੰ ਮਨਜ਼ੂਰ ਸੀ। ਆਪਣੇ ਆਪ ਨੂੰ ਤਰਕਸ਼ੀਲਤਾ ਨਾਲ ਤੱਕਦਾ ਹੋਇਆ ਮੈਂ ਉੱਪਰੋਂ ਸਵੀਕਾਰ ਕਰ ਚੁੱਕਾ ਸੀ ਕਿ ਮੇਰੇ ਵਾਸਤੇ ਉਹਦੇ ਜਜ਼ਬਾਤ ਠੰਡੇ ਪੈ ਚੁੱਕੇ ਸਨ। ਫਿਰ ਵੀ ਪਤਾ ਨਹੀਂ ਕਿਉਂ ਉਸ ਕੁੜੀ ਦੀ ਅਸਲੀਅਤ ਤੋਂ ਦੂਰ ਮੈਂ ਕਲਪਨਾ ਕਰਨੀ ਚਾਹੁੰਦਾ ਸੀ ਕਿ ਉਹਦੇ ਜਜ਼ਬਾਤਾਂ ਵਿੱਚ ਮੇਰੀ ਥੋੜ੍ਹੀ ਬਹੁਤੀ ਥਾਂ ਜ਼ਰੂਰ ਹੋਏਗੀ। ਹਾਲਾਂਕਿ ਮੈਂ ਆਪਣੇ ਇਸ ਕਲਪਨਾਸ਼ੀਲ ਆਪੇ ਉੱਪਰ ਹੱਸਣ ਵੀ ਲੱਗਦਾ ਸੀ, ਪਰ ਫਿਰ ਮੈਂ ਚੁੱਪ-ਚੁਪੀਤੇ ਤਮੰਨਾ ਕਰਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਵਾਪਰ ਜਾਵੇ। ਖੈਰ, ਕੀ ਇਸ ਸੁਪਨੇ ਦਾ ਇਹ ਮਤਲਬ ਹੋਇਆ ਕਿ ਮੈਂ ਆਪਣੇ ਦਿਲ ਦੀਆਂ ਡੂੰਘਾਣਾਂ 'ਚ ਮੰਨ ਚੁੱਕਾ ਸੀ ਕਿ ਉਹ ਮੈਨੂੰ ਜ਼ਰਾ ਜਿੰਨਾ ਵੀ ਮੋਹ ਨਹੀਂ ਕਰਦੀ? ਇਹ ਸੁਪਨਾ ਮੇਰੇ ਅਹਿਸਾਸਾਂ ਦਾ ਪ੍ਰਗਟਾਵਾ ਸੀ ਤੇ ਸੁਪਨੇ ਵਿੱਚ ਉਹਦੇ ਅਹਿਸਾਸ ਉਹੀ ਸਨ ਜੋ ਮੈਂ ਉਸ ਵੱਲੋਂ ਘੜੇ ਸਨ। ਅਸਲ 'ਚ ਮੇਰੇ ਹੀ ਅਹਿਸਾਸ ਸਨ। ਸੁਪਨੇ ਵਿੱਚ ਨਾ ਤਾਂ ਕੋਈ ਛਲ ਸੰਭਵ ਸੀ ਤੇ ਨਾ ਹੀ ਕੋਈ ਧੋਖਾ। ਅਚਾਨਕ ਇਸ ਵਿਚਾਰ ਨੇ ਮੈਨੂੰ ਬੇਹੱਦ ਉਦਾਸ ਕਰ ਦਿੱਤਾ। ਅਗਲੀ ਮਿੰਨੀ ਕਹਾਣੀ, ਕੱਚੀਆਂ ਪੱਤਣ ਦੀਆਂ ਬੇੜੀਆਂ। ਇਹ ਇੱਕ ਰੌਚਕ ਬੰਦਰਗਾਹ ਦੀ ਰੌਚਕ ਕਹਾਣੀ ਹੈ। ਬੇੜੀਆਂ ਪੱਤਣਾਂ ਤੇ ਆਣ ਲੱਗਦੀਆਂ, ਮੁਸਾਫਰ ਨੇੜਲੀਆਂ ਆਰਾਮਗਾਹਾਂ 'ਚ ਜਾ ਰੁਕਦੇ, ਇੱਜ਼ਤਦਾਰ ਸੁਆਣੀਆਂ ਤੇ ਕੁੜੀਆਂ ਆਰਾਮਗਾਹਾਂ 'ਚ ਆਉਂਦੀਆਂ। ਉਹਨਾਂ ਵਿੱਚੋਂ ਕੋਈ ਰਾਤ ਭਰ ਲਈ ਮਹਿਮਾਨ ਮੁਸਾਫਰਾਂ ਕੋਲ ਰੁਕ ਜਾਂਦੀਆਂ। ਮਹਿਮਾਨ ਦੇ ਜਾਗਣ ਸਮੇਂ, ਦੁਪਹਿਰ ਦੇ ਖਾਣੇ ਸਮੇਂ ਤੇ ਉਹਦੇ ਤੁਰਨ ਫਿਰਨ ਸਮੇਂ ਉਹ ਮੁਸਾਫਰ ਦੇ ਨਾਲ ਹੀ ਰਹਿੰਦੀ। ਉਹ ਹਨੀਮੂਨ ਆਏ ਕਿਸੇ ਜੋੜੇ ਵਾਂਗ ਲੱਗਦੇ। ਜਦੋਂ ਮਹਿਮਾਨ ਕਹਿੰਦਾ ਕਿ ਉਹਨੂੰ ਕਿਸੇ ਨਜ਼ਦੀਕੀ ਗਰਮ ਪਾਣੀ ਦੇ ਚਸ਼ਮੇ ਵਾਲੇ ਹੋਟਲ 'ਚ ਲੈ ਕੇ ਜਾਏਗਾ ਤਾਂ ਕੁੜੀ ਆਪਣਾ ਸਿਰ ਝੁਕਾ ਲੈਂਦੀ ਤੇ ਸੋਚਣ ਲੱਗਦੀ। ਪਰ ਜੇ ਉਹ ਕਹਿੰਦਾ ਕਿ ਉਹ ਇਸ ਕਸਬੇ 'ਚ ਮਕਾਨ ਕਿਰਾਏ ਤੇ ਲੈ ਲਏਗਾ ਤਾਂ ਜਵਾਨ ਕੁੜੀ ਖੁਸ਼ੀ ਨਾਲ ਭਰ ਕੇ ਜਵਾਬ ਦਿੰਦੀ, ਮੈਂ ਤੇਰੀ ਪਤਨੀ ਹੋਵਾਂਗੀ। ਜੇ ਇਹ ਬਹੁਤ ਦੇਰ ਨਾ ਹੋਣਾ ਪਿਆ, 6 ਮਹੀਨੇ, ਸਾਲ ਦਾ ਸਮਾਂ ਜ਼ਰਾ ਲੰਬਾ ਹੁੰਦਾ ਹੈ। ਇੱਕ ਸਵੇਰ ਉਹ ਮਹਿਮਾਨ ਕਾਹਲੀ ਨਾਲ ਆਪਣਾ ਸਮਾਨ ਬੰਨ੍ਹ ਰਿਹਾ ਸੀ ਕਿਉਂਕਿ ਬੇੜੀ ਦੇ ਵਿਦਾ ਹੋਣ ਦਾ ਸਮਾਂ ਹੋ ਰਿਹਾ ਸੀ। ਉਹ ਕੁੜੀ ਜੋ ਉਹਦੀ ਮਦਦ ਕਰ ਰਹੀ ਸੀ ਬੋਲੀ, ਮੇਰੀ ਇੱਕ ਚਿੱਠੀ ਲਿਖ ਦੇਂਗਾ? ਕੀ ਕਿਹਾ? ਚਿੱਠੀ ਹੁਣ ਲਿਖਣੀ ਹੈ? ਹਾਂ, ਕਿਉਂਕਿ ਹੁਣ ਮੈਂ ਤੇਰੀ ਪਤਨੀ ਨਹੀਂ ਰਹੀ, ਸੋ ਕੋਈ ਹਰਜ਼ ਨਹੀਂ। ਜਿੰਨੀ ਦੇਰ ਤੱਕ ਤੂੰ ਇੱਥੇ ਰਿਹਾ ਮੈਂ ਹਮੇਸ਼ਾ ਤੇਰੇ ਅੰਗ ਸੰਗ ਰਹੀ। ਨਾ ਮੈਂ ਕੋਈ ਗਲਤ ਹਰਕਤ ਕੀਤੀ, ਪਰ ਹੁਣ ਮੈਂ ਤੇਰੀ ਪਤਨੀ ਨਹੀਂ ਹਾਂ। ਅੱਛਾ, ਇਹ ਗੱਲ ਹੈ, ਸਮਝ ਗਿਆ। ਫਿਰ ਉਹਨੇ ਕੁੜੀ ਦੀ ਚਿੱਠੀ ਲਿਖ ਦਿੱਤੀ। ਇਹ ਚਿੱਠੀ ਉਸ ਕੁੜੀ ਵੱਲੋਂ ਕਿਸੇ ਹੋਰ ਆਦਮੀ ਲਈ ਸੀ। ਸਾਫ਼ ਜ਼ਾਹਰ ਸੀ ਕਿ ਚਿੱਠੀ ਵਿਚਲਾ ਆਦਮੀ ਵੀ ਉਹਦੀ ਤਰ੍ਹਾਂ ਇਸ ਕੁੜੀ ਨਾਲ ਆਰਾਮਗਾਹ ਵਿੱਚ ਅੱਧਾ ਕੁ ਮਹੀਨਾ ਰਹਿ ਕੇ ਗਿਆ ਸੀ। ਕੀ ਤੂੰ ਮੈਨੂੰ ਵੀ ਚਿੱਠੀ ਭੇਜੇਂਗੀ ਨਾ? ਇਸੇ ਤਰ੍ਹਾਂ ਜਦੋਂ ਕੋਈ ਹੋਰ ਆਦਮੀ ਬੇੜੀ ਰਾਹੀਂ ਵਿਦਾ ਹੋਣ ਦੀ ਤਿਆਰੀ ਕਰ ਰਿਹਾ ਹੋਏਗਾ, ਜਦੋਂ ਤੂੰ ਉਹਦੀ ਪਤਨੀ ਨਾ ਰਹਿ ਗਈ ਹੋਵੇਂ। ਧੰਨਵਾਦ। ਅਗਲੀ ਕਹਾਣੀ, ਮੁਰਦਾ ਚਿਹਰੇ ਨਾਲ ਹੋਇਆ ਹਾਦਸਾ। ਇੱਥੇ ਆਣ ਕੇ ਵੇਖ ਤੂੰ ਇਹਨੂੰ, ਵੇਖ ਮੇਰੀ ਧੀ ਦਾ ਕੀ ਹਾਲ ਹੋਇਆ। ਤੈਨੂੰ ਆਖਰੀ ਵਾਰ ਵੇਖਣ ਲਈ ਤਰਸਦੀ ਮਰ ਗਈ ਵਿਚਾਰੀ। ਉਹਦੀ ਪਤਨੀ ਦੀ ਲਾਸ਼ ਵਾਲੇ ਕਮਰੇ ਵੱਲ ਲਿਜਾਉਂਦੀ ਉਹਦੀ ਸੱਸ ਬੋਲ ਰਹੀ ਸੀ। ਉਹਦੀ ਪਤਨੀ ਦੇ ਬਿਸਤਰੇ ਕੋਲ ਜੁੜੇ ਲੋਕਾਂ ਨੇ ਮੂੰਹ ਉੱਪਰ ਚੁੱਕ ਉਸ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਆਖਰੀ ਵਾਰ ਇਹਦਾ ਮੂੰਹ ਵੇਖ ਲੈ ਤੂੰ, ਉਹਦੀ ਸੱਸ ਨੇ ਉਹਦੀ ਪਤਨੀ ਦੇ ਚਿਹਰੇ ਤੋਂ ਕੱਪੜਾ ਸਰਕਾਉਂਦਿਆਂ ਕਿਹਾ। ਕੁਝ ਦੇਰ ਬਾਅਦ ਅਚਾਨਕ ਉਹਦੇ ਮੂੰਹ ਚੋਂ ਨਿਕਲਿਆ, 1 ਮਿੰਟ ਰੁਕੋ ਜ਼ਰਾ, ਮੈਂ ਇਹਨੂੰ ਇਕੱਲੀ ਨੂੰ ਵੇਖਣਾ ਚਾਹੁੰਦਾ। ਕੀ ਤੁਸੀਂ ਮੈਨੂੰ ਇਸ ਕਮਰੇ 'ਚ ਕੁਝ ਦੇਰ ਲਈ ਇਕੱਲਾ ਛੱਡ ਦਿਓਗੇ? ਉਹਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਸਹੁਰੇ ਪਰਿਵਾਰ ਦਾ ਮਨ ਉਸ ਲਈ ਹਮਦਰਦੀ ਨਾਲ ਭਰ ਗਿਆ। ਉਹ ਖਾਮੋਸ਼ੀ ਨਾਲ ਕਮਰੇ ਦਾ ਦਰਵਾਜ਼ਾ ਭੇੜ ਕੇ ਬਾਹਰ ਨਿਕਲ ਗਏ। ਉਹਨੇ ਸਫੈਦ ਕੱਪੜੇ ਨੂੰ ਆਪਣੀ ਪਤਨੀ ਦੇ ਚਿਹਰੇ ਤੋਂ ਹੇਠਾਂ ਸਰਕਾ ਦਿੱਤਾ। ਮਰਨ ਸਮੇਂ ਦਾ ਦਰਦ ਉਹਦੇ ਚਿਹਰੇ ਤੇ ਉਂਝ ਦਾ ਉਂਝ ਠਹਿਰ ਗਿਆ ਲੱਗਦਾ ਸੀ। ਉਹਦੀਆਂ ਗੱਲਾਂ ਅੰਦਰ ਧਸ ਗਈਆਂ ਸਨ ਤੇ ਉਹਦੇ ਦੰਦ ਬੁੱਲ੍ਹਾਂ ਵਿੱਚੋਂ ਬਾਹਰ ਨਿਕਲ ਗਏ ਸਨ। ਉਹਦੀਆਂ ਪਲਕਾਂ ਡੇਲਿਆਂ ਕੋਲ ਰੁਕ ਗਈਆਂ ਸਨ। ਪੀੜ ਕਾਰਨ ਉਹਦੇ ਮੱਥੇ ਤੇ ਇੱਕ ਤਣਾਅ ਜਿਹਾ ਜੰਮ ਗਿਆ ਲੱਗਦਾ ਸੀ। ਇੱਕ ਪਲ ਲਈ ਉਹ ਖਾਮੋਸ਼ ਬੈਠਾ ਰਿਹਾ ਤੇ ਉਸ ਮੋਟੇ ਕਰੂਪ ਚਿਹਰੇ ਨੂੰ ਤੱਕਦਾ ਰਿਹਾ। ਫਿਰ ਉਹਨੇ ਆਪਣੇ ਕੰਬਦੇ ਹੱਥਾਂ ਨੂੰ ਆਪਣੀ ਪਤਨੀ ਦੇ ਬੁੱਲ੍ਹਾਂ ਉੱਪਰ ਰੱਖ ਦਿੱਤਾ ਤੇ ਉਹਦੇ ਖੁੱਲ੍ਹੇ ਹੋਏ ਮੂੰਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਉਹਨੇ ਆਪਣੀ ਪਤਨੀ ਦੇ ਬੁੱਲ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹਨੇ ਆਪਣੇ ਹੱਥ ਹਟਾਏ ਤਾਂ ਬੇਜਾਨ ਹੋਠ ਮੁੜ ਖੁੱਲ੍ਹ ਗਏ। ਉਹਨੇ ਬਾਰ-ਬਾਰ ਮੂੰਹ ਬੰਦ ਕਰਨ ਦੀ ਕੋਸ਼ਿਸ਼ ਨਾਲ ਮੂੰਹ ਤਾਂ ਬੰਦ ਨਾ ਹੋਇਆ, ਪਰ ਉਹਦੀ ਪਤਨੀ ਦੇ ਮੂੰਹ ਦੇ ਦੁਆਲੇ ਕਸੀਆਂ ਲਕੀਰਾਂ ਨਰਮ ਪੈਣ ਲੱਗੀਆਂ। ਫਿਰ ਉਹਨੇ ਆਪਣੇ ਪੋਟਿਆਂ 'ਚ ਵੱਧਦੇ ਹੋਏ ਆਵੇਗ ਨੂੰ ਮਹਿਸੂਸ ਕੀਤਾ। ਉਹਨੇ ਆਪਣੀ ਪਤਨੀ ਦੇ ਮੱਥੇ ਨੂੰ ਮਲਣਾ ਸ਼ੁਰੂ ਕਰ ਦਿੱਤਾ
ਤਾਂ ਕਿ ਉਹਦੀ ਪਤਨੀ ਦੇ ਮੱਥੇ ਤੇ ਫੈਲੀ ਘੋਰ ਚਿੰਤਾ ਘਟ ਜਾਏ। ਉਹਦੀਆਂ ਤਲੀਆਂ ਗਰਮ ਹੋ ਗਈਆਂ। ਇੱਕ ਵਾਰ ਫਿਰ ਉਹ ਖਾਮੋਸ਼ ਹੋ ਕੇ ਬੈਠ ਗਿਆ ਤੇ ਇਸ ਨਵੇਂ ਚਿਹਰੇ ਨੂੰ ਤੱਕਦਾ ਰਿਹਾ। ਕੁਝ ਦੇਰ ਬਾਅਦ ਫਿਰ ਉਹਦੀ ਸੱਸ ਤੇ ਛੋਟੀ ਸਾਲੀ ਅੰਦਰ ਆ ਗਈਆਂ। ਤੂੰ ਲੰਬੇ ਸਫ਼ਰ ਤੋਂ ਆਉਣ ਕਰਕੇ ਥੱਕ ਗਿਆ ਹੋਏਗਾ, ਕੁਝ ਖਾ ਲੈ ਤੇ ਕੁਝ ਦੇਰ ਆਰਾਮ ਕਰ ਲੈ। ਇਹ ਬੋਲਦੇ ਬੋਲਦੇ ਅਚਾਨਕ ਸੱਸ ਚੁੱਪ ਕਰ ਗਈ। ਫਿਰ ਇੱਕਦਮ ਹੰਝੂ ਉਹਦੀਆਂ ਅੱਖਾਂ 'ਚੋਂ ਵਹਿ ਤੁਰੇ। ਬੰਦੇ ਦੀ ਰੂਹ ਵੀ ਕੀ ਚੀਜ਼ ਹੈ, ਤੇਰੇ ਆਉਣ ਤੱਕ ਪੂਰੀ ਤਰ੍ਹਾਂ ਮੁਕਤ ਨਹੀਂ ਸੀ ਹੋਈ। ਵੇਖ ਕਿੰਨੀ ਅਸਚਰਜ ਗੱਲ ਹੈ, ਤੂੰ ਆਇਆ ਹੈ ਤੇ ਇੱਕ ਵਾਰ ਇਹਦੇ ਵੱਲ ਵੇਖਿਆ ਏ, ਇਹਦਾ ਚਿਹਰਾ ਇੱਕਦਮ ਨਰਮ ਪੈ ਗਿਆ। ਵੇਖ ਰੰਗ ਕਰਤਾਰ ਦੀ। ਉਹਦੀ ਛੋਟੀ ਸਾਲੀ ਨੇ ਆਪਣੀਆਂ ਲੌਕਿਕ ਸੁੰਦਰਤਾ ਨਾਲ ਭਰੀਆਂ ਅੱਖਾਂ ਨਾਲ ਉਹਦੀਆਂ ਪਾਗਲਪਣ ਨਾਲ ਭਰੀਆਂ ਅੱਖਾਂ ਵੱਲ ਵੇਖਿਆ। ਉਹਦੀ ਸਾਲੀ ਦੀਆਂ ਅੱਖਾਂ ਵਿੱਚੋਂ ਵੀ ਪਰਲ ਪਰਲ ਹੰਝੂ ਵਹਿਣ ਲੱਗੇ। ਧੰਨਵਾਦ। ਅਖੀਰਲੀ ਮਿੰਨੀ ਕਹਾਣੀ, ਮੁਹੱਬਤ ਦੀ ਖੁਦਕੁਸ਼ੀ। ਉਸ ਔਰਤ ਦੇ ਪਤੀ ਦਾ ਖਤ ਆਇਆ ਸੀ। ਉਹਦਾ ਪਤੀ 2 ਸਾਲ ਪਹਿਲਾਂ ਉਹਨੂੰ ਨਾਪਸੰਦ ਕਰਕੇ ਛੱਡ ਗਿਆ ਸੀ। ਇਹ ਖਤ ਦੂਰ ਦੀ ਕਿਸੇ ਥਾਂ ਤੋਂ ਆਇਆ ਸੀ। ਬੱਚੇ ਨੂੰ ਰਬੜ ਦੀ ਗੇਂਦ ਭੁੜਕਾਉਣ ਤੋਂ ਰੋਕ, ਮੈਨੂੰ ਇਹਦਾ ਸ਼ੋਰ ਸੁਣਾਈ ਦਿੰਦਾ ਹੈ, ਇਹ ਮੇਰੇ ਦਿਲ ਤੇ ਵੱਜਦਾ ਹੈ। ਉਹਨੇ ਆਪਣੀ 9 ਸਾਲਾ ਬੱਚੀ ਤੋਂ ਗੇਂਦ ਖੋਹ ਲਈ। ਦੁਬਾਰਾ ਫਿਰ ਇੱਕ ਖਤ ਆਇਆ। ਇਸ ਵਾਰੀ ਇਹ ਖਤ ਕਿਸੇ ਹੋਰ ਡਾਕਖਾਨੇ ਤੋਂ ਭੇਜਿਆ ਗਿਆ ਸੀ। ਬੱਚੀ ਨੂੰ ਸਕੂਲ ਬੂਟ ਪਵਾ ਕੇ ਨਾ ਭੇਜ, ਮੈਨੂੰ ਬੂਟਾਂ ਦਾ ਸ਼ੋਰ ਸੁਣਾਈ ਦਿੰਦਾ ਹੈ, ਇਹ ਮੇਰੇ ਦਿਲ ਨੂੰ ਲਤਾੜ ਜਾਂਦਾ ਹੈ। ਉਹਨੇ ਆਪਣੀ ਬੱਚੀ ਨੂੰ ਢਿੱਲੀਆਂ ਤਣੀਆਂ ਵਾਲੇ ਸੈਂਡਲ ਲੈ ਦਿੱਤੇ। ਕੁੜੀ ਰੋਣ ਲੱਗੀ ਤੇ ਉਹਨੇ ਸਕੂਲ ਜਾਣਾ ਛੱਡ ਦਿੱਤਾ। ਇੱਕ ਵਾਰ ਫਿਰ ਉਹਦੇ ਪਤੀ ਦਾ ਖਤ ਆਇਆ। ਇਹ ਪਹਿਲੇ ਖਤ ਤੋਂ ਸਿਰਫ 1 ਮਹੀਨੇ ਬਾਅਦ ਡਾਕ 'ਚ ਪਾਇਆ ਗਿਆ ਸੀ, ਪਰ ਉਹਦੀ ਲਿਖਾਈ ਅਚਾਨਕ ਇੱਕ ਬੁੱਢੇ ਆਦਮੀ ਵਰਗੀ ਹੋ ਗਈ ਸੀ। ਬੱਚੀ ਨੂੰ ਚੀਨੀ ਦੇ ਭਾਂਡੇ 'ਚ ਖਾਣ ਤੋਂ ਰੋਕ, ਮੈਨੂੰ ਸ਼ੋਰ ਸੁਣਾਈ ਦਿੰਦਾ ਹੈ, ਇਹ ਮੇਰੇ ਦਿਲ ਨੂੰ ਤੋੜਦਾ ਹੈ। ਉਸ ਔਰਤ ਨੇ ਕੁੜੀ ਨੂੰ ਆਪਣੇ ਹੱਥਾਂ ਨਾਲ ਖਵਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ 3 ਸਾਲ ਦੀ ਬੱਚੀ ਹੋਵੇ। ਫਿਰ ਅਚਾਨਕ ਉਹਨੂੰ ਉਹ ਦਿਨ ਯਾਦ ਆ ਗਏ ਜਦੋਂ ਇਹ ਕੁੜੀ ਸੱਚਮੁੱਚ 3 ਸਾਲ ਦੀ ਸੀ। ਉਦੋਂ ਉਹਦਾ ਪਤੀ ਉਹਦੇ ਕੋਲ ਬੈਠਾ ਕਿੰਨਾ ਖੁਸ਼ ਹੁੰਦਾ ਸੀ। ਕੁੜੀ ਆਪਣੇ ਆਪ ਅਲਮਾਰੀ ਕੋਲ ਗਈ ਤੇ ਉਹਨੇ ਆਪਣੀ ਚੀਨੀ ਦੀ ਪਲੇਟ ਚੁੱਕ ਲਈ। ਔਰਤ ਨੇ ਝਟਕੇ ਨਾਲ ਉਸ ਤੋਂ ਪਲੇਟ ਖੋਹ ਲਈ ਤੇ ਉਹਨੂੰ ਬਗੀਚੇ 'ਚ ਪਏ ਵੱਡੇ ਪੱਥਰ ਤੇ ਵਗਾ ਮਾਰਿਆ। ਉਹਦੇ ਪਤੀ ਦੇ ਦਿਲ ਦੇ ਟੁੱਟਣ ਦੀ ਆਵਾਜ਼ ਆਈ। ਅਚਾਨਕ ਉਸ ਔਰਤ ਦੇ ਭਰਵੱਟੇ ਉਤਾਂਹ ਨੂੰ ਚੁੱਕੇ ਗਏ। ਉਹਨੇ ਆਪਣੀ ਪਲੇਟ ਵੀ ਵੱਡੇ ਪੱਥਰ ਤੇ ਪਟਕਾ ਕੇ ਮਾਰੀ। ਕੀ ਇਹ ਵੀ ਉਹਦੇ ਪਤੀ ਦੇ ਦਿਲ ਦੇ ਟੁੱਟਣ ਦੀ ਆਵਾਜ਼ ਨਹੀਂ ਸੀ? ਉਹਨੇ ਰੋਟੀ ਖਾਣ ਵਾਲੀ ਮੇਜ਼ ਵੀ ਵਗਾ ਕੇ ਬਗੀਚੇ 'ਚ ਸੁੱਟ ਦਿੱਤੀ ਤੇ ਇਹ ਆਵਾਜ਼? ਉਹਨੇ ਆਪਣੇ ਸਰੀਰ ਨੂੰ ਕੰਧ ਨਾਲ ਦੇ ਮਾਰਿਆ ਤੇ ਪਿੱਟਣ ਲੱਗੀ। ਫਿਰ ਦਰਵਾਜ਼ੇ 'ਚ ਜਾ ਵੱਜੀ ਤੇ ਇਸ ਆਵਾਜ਼ ਬਾਰੇ ਕੀ ਵਿਚਾਰੇ? ਮਾਂ, ਮਾਂ, ਇਹ ਮਾਂ। ਕੁੜੀ ਰੋਂਦੀ ਚੀਕਦੀ ਉਸ ਵੱਲ ਦੌੜੀ। ਉਹਨੇ ਕੁੜੀ ਦੇ ਵੀ ਧੱਫਾ ਮਾਰਿਆ। ਇਸ ਆਵਾਜ਼ ਨੂੰ ਵੀ ਸੁਣ। ਇਹਨਾਂ ਆਵਾਜ਼ਾਂ ਦੀ ਗੂੰਜ ਵਾਂਗ ਪਤੀ ਵੱਲੋਂ ਇੱਕ ਹੋਰ ਖਤ ਆਇਆ। ਇਹ ਖਤ ਕਿਸੇ ਹੋਰ ਵੀ ਦੂਰ ਦੇ ਡਾਕਖਾਨੇ ਤੋਂ ਭੇਜਿਆ ਸੀ। ਕਿਸੇ ਕਿਸਮ ਦਾ ਸ਼ੋਰ ਨਾ ਕਰੋ, ਦਰਵਾਜ਼ੇ ਨਾ ਬੰਦ ਕਰੋ, ਨਾ ਖੋਲੋ, ਸਾਹ ਨਾ ਲਵੋ। ਤੁਸੀਂ ਦੋਵੇਂ ਘਰ ਅੰਦਰਲੀਆਂ ਘੜੀਆਂ ਤੱਕ ਨੂੰ ਆਵਾਜ਼ ਕਰਨ ਤੋਂ ਰੋਕੋ। ਤੁਸੀਂ ਦੋਵੇਂ। ਔਰਤ ਫਸਫਸਾਈ ਤੇ ਹੰਝੂ ਉਹਦੀਆਂ ਅੱਖਾਂ 'ਚੋਂ ਵਹਿ ਤੁਰੇ। ਫਿਰ ਉਹਨਾਂ ਦੋਹਾਂ ਨੇ ਕੋਈ ਆਵਾਜ਼ ਨਾ ਕੀਤੀ। ਉਹ ਅਨੰਤ ਕਾਲ ਲਈ ਨਿੱਕੀ ਜਿਹੀ ਆਵਾਜ਼ ਪੈਦਾ ਨਾ ਕਰਨ ਲਈ ਅਹਿਲ ਹੋ ਗਈਆਂ। ਦੂਜੇ ਸ਼ਬਦਾਂ 'ਚ ਮਾਵਾਂ ਧੀਆਂ ਮਰ ਗਈਆਂ ਤੇ ਹੈਰਾਨੀ ਵਾਲੀ ਗੱਲ ਹੈ, ਉਸ ਔਰਤ ਦਾ ਪਤੀ ਵੀ ਉਹਨਾਂ ਦੇ ਕੋਲ ਆ ਪਿਆ ਤੇ ਮਰ ਗਿਆ। ਧੰਨਵਾਦ।